ਇੱਕ ਪੱਖ ਤਾਂ ਇਹ ਬਣਦਾ ਆ ਵੀ ਉੱਥੇ ਲੋਕ ਗਏ ਤੇ ਜਾਂ ਲੋਕਾਂ ਨੂੰ ਲਿਜਾਇਆ ਗਿਆ। ਜੇ ਲਿਜਾਇਆ ਗਿਆ ਤਾਂ ਕਿਹੜੀ ਧਿਰ ਲੈ ਕੇ ਗਈ? ਤੇ ਜਿਹੜਾ ਨੈਸ਼ਨਲ ਮੀਡੀਆ ਆ, ਜਿਹਨੂੰ ਜਦੋਂ ਅਸੀਂ ਗੋਦੀ ਮੀਡੀਆ ਕਹਿੰਦੇ ਆ, ਤੇ ਬਹੁਤ ਸਾਰੇ ਲੋਕਾਂ ਨੂੰ ਇਹਦੀ ਤਕਲੀਫ ਹੁੰਦੀ ਹੈ। ਪੁਲਿਸ ਨੇ ਵੀ ਉੱਥੇ ਇਹਨਾਂ ਦੀ ਗੱਲ ਨੂੰ ਹੂੰ-ਹਾਂ ਕਰਕੇ ਛੱਡ ਦਿੱਤਾ। ਉਹ ਤੋਂ ਲੱਗ ਰਿਹਾ ਸੀ ਵੀ ਪੁਲਿਸ ਖੁਦ ਚਾਹੁੰਦੀ ਸੀ ਵੀ ਇਹ ਤੈਅ ਰੂਟ ਤੇ ਨਾ ਜਾਣ। 20 ਜਨਵਰੀ ਤੋਂ ਫਿਰ ਜਿੱਦਾਂ ਉਸ ਮੀਡੀਆ ਨੂੰ ਜਿੱਦਾਂ ਗਲੂਕੋਜ਼ ਲੱਗ ਗਿਆ, ਉਹ ਜਿਹੜੀ ਮੀਡੀਆ ਦੀ ਜਿਹੜੀ ਕੁੱਤੀ ਸੀ ਉਹ ਬਿਲਕੁਲ ਸਰਕਾਰ ਦੇ ਹੱਕ 'ਚ ਫਿਰ ਤਸੱਲੀ ਨਾਲ ਭੌਂਕ। ਜਿੰਨਾ ਚਿਰ ਉੱਥੇ ਇੱਕ ਝੰਡਾ ਚੜ੍ਹ ਨਹੀਂ ਜਾਂਦਾ, ਜਿਹੜਾ ਕੇਸਰੀ ਨਿਸ਼ਾਨ ਦਾ ਝੰਡਾ ਚੜ੍ਹ ਨਹੀਂ ਜਾਂਦਾ, ਉਹਨਾਂ ਚਿਰ ਪੁਲਿਸ ਉੱਥੇ ਬਿਲਕੁਲ ਹਰਕਤ 'ਚ ਨਹੀਂ ਆਈ। ਤੇ 26 ਜਨਵਰੀ ਨੂੰ ਲਾਲ ਕਿਲੇ ਤੇ ਕੋਈ ਗਹਿਮਾ ਗਹਿਮੀ ਨਹੀਂ ਹੁੰਦੀ। ਜੇ ਕੁਝ 100-200 ਟਰੈਕਟਰ ਟਰਾਲੀਆਂ ਉਧਰ ਦੀ ਵੀ ਘੁੰਮ ਕੇ ਚੱਲ ਜਾਂਦੀਆਂ ਤਾਂ ਦਿੱਲੀ ਦਾ ਉਹਨੇ ਕੰਡਾ ਨਹੀਂ ਸੀ ਲਾ ਲੈਣਾ। ਜੋੜਾ ਮਸਾਲਾ ਉਸ ਮੀਡੀਆ ਨੂੰ, ਏਜੰਸੀਆਂ ਨੂੰ ਜਾਂ ਸਰਕਾਰ ਨੂੰ ਚਾਹੀਦਾ ਸੀ। ਜਦੋਂ ਉਹਨਾਂ ਦਾ ਉਹ ਪੂਰਾ ਜਿਹੜਾ ਮਸਾਲਾ ਉਹਨਾਂ ਨੂੰ ਮਿਲ ਗਿਆ ਤੇ ਉਹਨਾਂ ਦਾ ਮਕਸਦ ਜਦੋਂ ਹੱਲ ਹੋ ਗਿਆ, ਨਾਲ ਹੀ ਫਿਰ ਡੰਡਾ ਵੀ ਚੱਲਣ ਲੱਗ ਪਿਆ ਤੇ ਨਾਲ ਹੀ ਫਿਰ ਗੋਲੀਆਂ ਵੀ ਚੱਲਣ ਲੱਗ ਗਈਆਂ। ਰਿੰਗ ਰੋਡ ਤੱਕ ਦਾ ਜਿਹੜਾ ਮਸਲਾ ਸੀਗਾ ਨਾ, ਉਹ ਤਾਂ ਸਾਰਿਆਂ ਨੂੰ ਪਤਾ ਵੀ ਰਿੰਗ ਰੋਡ ਤੇ ਜਾਣਾ। ਲਾਲ ਕਿਲੇ ਵੱਲੋਂ ਕਿੱਦਾਂ ਮੂੰਹ ਹੋਇਆ, ਕੀ ਹੋਇਆ, ਇਹ ਇੱਕ ਹਜੇ ਤੱਕ ਵੀ ਭੇਦ ਬਣਿਆ ਹੋਇਆ ਆ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਕਿਸਾਨ ਅੰਦੋਲਨ ਦੇ 6 ਮਹੀਨੇ ਲੇਖਾ ਜੋਖਾ ਤੇ ਸਰਕਾਰ ਕਿੰਨਾ ਕੁ ਚੁੱਕੀ ਹੈ ਤੇ ਕਿੰਨਾ ਕੁ ਚੁੱਕੇਗੀ, ਕੀ ਬਣੇਗਾ ਕਿਸਾਨ ਅੰਦੋਲਨ ਦਾ ਤੇ ਮੰਗਾਂ ਦਾ, ਤੇ 3 ਬਿੱਲ ਵਾਪਸ ਹੋਣਗੇ ਜਾਂ ਨਹੀਂ, ਇਸ ਵਿਸ਼ੇ ਤੇ ਅਸੀਂ ਗੱਲਬਾਤ ਜਿਹੜੀ ਕੀਤੀ ਹੈ। 3 ਕਿਸ਼ਤਾਂ ਤੁਸੀਂ ਇਸ ਪ੍ਰੋਗਰਾਮ ਦੀਆਂ ਵੇਖ ਚੁੱਕੇ ਹੋ। ਪਿਛਲੀਆਂ 3 ਕਿਸ਼ਤਾਂ ਵਿੱਚ ਅਸੀਂ 26 ਜਨਵਰੀ ਤੱਕ ਦਾ ਵਿਖਿਆਨ ਜਿਹੜਾ ਹੈ ਉਸ ਦਾ ਮੁਲਾਂਕਣ ਕਰ ਚੁੱਕੇ ਹਾਂ ਕਿ ਕਿਵੇਂ 26 ਜਨਵਰੀ ਨੂੰ ਵੱਖੋ ਵੱਖ ਰੂਟਾਂ ਤੇ ਹੁੰਦੇ ਹੋਏ ਕਿਸਾਨ ਜਿਹੜੇ ਸੀ ਉਹ ਲਾਲ ਕਿਲੇ ਤੱਕ ਪਹੁੰਚ ਗਏ। ਕਿਸਾਨ ਆਗੂ ਤੇ ਹੋਰ ਪਾਸੇ ਜਾਂਦੇ ਸਨ, ਪਰ ਲਾਲ ਕਿਲੇ ਤੇ ਪਹੁੰਚਣ ਵਾਲੇ ਕੌਣ ਸਨ ਤੇ ਉਹਨਾਂ ਨੂੰ ਕਿਸ ਨੇ ਉਧਰ ਪਹੁੰਚਾ ਦਿੱਤਾ, ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਤੇ ਇਸ ਤੋਂ ਅੱਗੇ ਦੀਆਂ ਘਟਨਾਵਾਂ ਤੇ ਥੋੜ੍ਹਾ ਜਿਹਾ ਅਸੀਂ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਵਿੱਚ ਮਹਿਮਾਨ ਹਾਜ਼ਰ ਨੇ। ਉਹਨਾਂ ਨਾਲ ਗੱਲਬਾਤ, ਖੁੱਲੀ ਗੱਲਬਾਤ ਜਾਰੀ ਰਹੇਗੀ। ਸਵਾਗਤ ਕਰਦੇ ਹਾਂ ਗੁਰਨਾਮ ਸਿੰਘ ਬਿਲਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੰਮ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਗਾ ਸਾਹਿਬ, 26 ਜਨਵਰੀ ਨੂੰ ਜਿਵੇਂ ਤੁਸੀਂ ਪਿਛਲੇ ਪ੍ਰੋਗਰਾਮ ਵਿੱਚ ਦੱਸਿਆ ਸੀ ਜੀ ਕਿ ਸਵੇਰੇ ਹੀ ਜਿਹੜਾ ਸੀ ਕੰਮ ਸ਼ੁਰੂ ਹੋ ਗਿਆ, ਹਾਲਾਂਕਿ ਤੈਅਸ਼ੁਦਾ ਜਿਹੜਾ ਸਮਾਂ ਸੀ ਉਹ ਬਾਅਦ ਦਾ ਸੀ ਜੀ, ਤੇ ਗਾਂਹ ਜਾ ਕੇ ਮੁਕਰਬਾ ਚੌਂਕ ਤੋਂ ਤੇ ਹੋਰਨਾਂ ਪਾਸਿਆਂ ਤੋਂ ਰਸਤੇ ਜਿਹੜੇ ਸੀ ਖੁੱਲ੍ਹੇ ਮਿਲੇ ਟਰੈਕਟਰਾਂ ਵਾਲਿਆਂ ਨੂੰ, ਟਰਾਲੀਆਂ ਵਾਲਿਆਂ ਨੂੰ, ਗੱਡੀਆਂ ਵਾਲਿਆਂ ਨੂੰ। ਤੇ ਲਾਲ ਕਿਲੇ ਵੱਲ ਨੂੰ ਜਾਣ ਵਾਲੇ ਜਿਹੜੇ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਲੋਕ ਸਨ, ਜਾਂ ਉਹ ਕੋਈ ਹੋਰ ਵਿਅਕਤੀ ਸਨ, ਜਾਂ ਨੌਜਵਾਨ ਵੈਸੇ ਹੀ ਰਾਹ ਭੁੱਲ ਕੇ, ਜਾਂ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਸੀ ਵੀ ਅਸੀਂ ਕਿੱਥੇ ਨੂੰ ਜਾ ਰਹੇ ਹਾਂ, ਇਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ। ਕੁਲਦੀਪ ਜੀ, ਗੱਲ ਇਸ ਤਰ੍ਹਾਂ ਕਿ 9 ਤੋਂ 10 ਵਜੇ ਜਦੋਂ ਇਹ ਸਾਰਾ ਬਾਰਡਰ ਬ੍ਰੇਕ ਹੋ ਜਾਂਦਾ, ਜਿਹੜਾ ਤੈਅਸ਼ੁਦਾ ਰੂਟ ਤੋਂ ਸਿੱਧਾ ਜਾਣ ਵਾਲਾ, ਆਪਾਂ ਕਹਿ ਸਕਦੇ ਹਾਂ ਕਿ ਬਹੁਤਾਤ ਲੋਕ ਜਿਹੜੇ ਸੀ ਉਹਨਾਂ ਨੂੰ ਤਾਂ ਸਿਰਫ ਰਿੰਗ ਰੋਡ ਦਾ ਹੀ ਪਤਾ ਸੀਗਾ ਵੀ ਇੱਥੋਂ ਮੁਕਰਬਾ ਚੌਂਕ ਜਾਣਾ ਤਾਂ ਰਿੰਗ ਰੋਡ ਚੜ੍ਹ ਜਾਣਾ। ਪਰ ਜਿਸ ਤਰ੍ਹਾਂ ਮੂਹਰੇ ਦੱਸਿਆ ਗਿਆ ਜਾਂ ਅਸੀਂ ਖੁਦ ਦੇਖਿਆ ਤਾਂ ਵੀ ਸਾਰੇ ਰੂਟ ਜਿਹੜੇ ਸੀ ਉਹ ਪੁਲਿਸ ਨੇ ਬੈਰੀਕੇਡ ਲਾ ਕੇ ਬੰਦ ਕੀਤੇ ਸੀ। ਜਿਹੜਾ ITO ਚੌਂਕ ਵੱਲ ਨੂੰ ਜਾਂਦਾ, ਲਾਲ ਕਿਲੇ ਵੱਲ ਨੂੰ ਜਾਂਦਾ, ਇੱਕ ਉਹੀ ਰਸਤਾ ਖੁੱਲ੍ਹਾ ਸੀ। ਉਹ ਫਿਰ ਜਦੋਂ ਇੱਕ ਤੁਰਿਆ, ਇੱਕ ਦੇ ਮਗਰ ਦੂਜੀ ਟਰਾਲੀ, ਦੂਜੀ ਦੀ ਮਗਰ ਤੀਜੀ ਟਰੈਕਟਰ, ਇੱਦਾਂ ਚੱਲਦੇ ਚੱਲਦੇ ਬਹੁਤਾਤ ਲੋਕਾਂ ਨੂੰ ਤਾਂ ਪਤਾ ਨਹੀਂ ਸੀ ਵੀ ਰਸਤਾ ਜਾਂਦਾ ਕਿੱਥੇ ਆ। ਜਿਹੜੀ ਸਾਡੀ ਬਾਅਦ ਵਿੱਚ ਵੀ ਨੌਜਵਾਨਾਂ ਨਾਲ ਗੱਲ ਹੋਈ, ਲੋਕਾਂ ਨਾਲ ਗੱਲ ਹੋਈ, ਉਦੋਂ ਕਹਿੰਦੇ ਉਦੋਂ ਹੀ ਪਤਾ ਲੱਗਾ ਜਦੋਂ ਸਾਨੂੰ ਮੂਹਰੇ ਲਾਲ ਕਿਲਾ ਦਿਸਣ ਲੱਗ ਗਿਆ ਵੀ ਅਸੀਂ ਆ ਗਏ। ਜਿਹੜੇ ਬੈਰੀਕੇਡ ਤੁਸੀਂ ਕਹਿੰਦੇ ਲਾਏ ਸੀ, ਜੀ ਜੀ, ਉਹ ਕਿੰਨੇ ਕੁ ਵੱਡੇ ਤੇ ਕਿੰਨੀ ਕੁ ਲੇਅਰ ਦੇ ਸੀਗੇ ਤੇ ਕਿੰਨੇ ਕੁ ਮਜ਼ਬੂਤ ਸਨ? ਜਿਹੜੇ ਤਾਂ ਪਹਿਲੇ ਬ੍ਰੇਕ ਕੀਤੇ ਆ, ਜਿਹੜੇ ਮਤਲਬ ਸਰਵਣ ਸਿੰਘ ਭੰਦੇਰ ਤੇ ਉਹ ਵਾਲੀ ਜਿਹੜੀ ਮੋਰਚੇ ਦੇ ਨਾਲ ਹੀ ਆ, ਮੋਰਚੇ ਦੇ ਨਾਲ ਹੀ ਮੁਕਰਬਾ ਚੌਂਕ ਤੇ ਮੁਕਰਬਾ ਚੌਂਕ ਵਾਲੇ ਜਿਹੜੇ ਮੁਕਰਬਾ ਚੌਂਕ ਵਾਲੇ ਆ, ਉਹ 4 ਲੇਅਰ ਦੇ ਸੀਗੇ। ਅੱਛਾ ਜੀ। ਪਹਿਲਾਂ ਮੂਹਰੇ ਪੱਥਰ ਸੀਗਾ, ਬਲੌਕ ਨਹੀਂ, ਪਹਿਲਾਂ ਮੂਹਰੇ ਲੋਹੇ ਦੇ ਸੀਗੇ। ਅੱਛਾ। ਲੋਹੇ ਦੇ ਤਾਂ ਉਹ ਨੌਜਵਾਨਾਂ ਨੇ ਉਸ ਵੇਲੇ ਚੱਕ ਕੇ ਤੋਂ ਉਹ ਪਿੱਛੇ ਡਰੇਨ ਜਿਹੜੀ ਉਹਦੇ ਚ ਮਾਰੇ ਚੱਕ ਕੇ। ਉਸ ਤੋਂ ਅੱਗੇ ਛੋਟੇ ਪੱਥਰ ਸੀਗੇ। ਉਸ ਤੋਂ ਬਾਅਦ ਉਹ ਛੋਟੇ ਪੱਥਰ ਸੀ, ਉਹ ਟਰੈਕਟਰਾਂ ਮਗਰ ਸੰਗਲ ਪਾ ਕੇ ਉਹ ਨੌਜਵਾਨਾਂ ਨੂੰ ਧੂਤੇ, ਜਿਹੜੇ ਆਪਾਂ ਪਿਛਲੇ ਐਪੀਸੋਡ ਦੱਸਤਾ। ਫਿਰ ਕੰਟੇਨਰ ਸੀਗੇ, ਫਿਰ ਪਿਛਲੇ ਵਾਰ ਟਿੱਪਰ ਖੜੇ ਸੀ। ਜਿਹੜਾ ਕੰਟੇਨਰ ਸੀ ਉਹ ਜਿਹੜੇ ਲਾਗੇ ਕਰੇਨਾਂ ਖੜੀਆਂ ਸੀ ਉਹਨਾਂ ਨੂੰ ਪਰੇ ਕਰਦੇ, ਜਿਹੜਾ ਟਿੱਪਰ ਚਾਬੀਆਂ ਲਾਈਆਂ ਸਟਾਰਟ ਕਰਕੇ, ਸਿਰਫ ਇੱਕ ਟਿੱਪਰ ਨੂੰ ਜਿਹੜਾ ਆ ਉਹ ਹਿੱਟ ਕਰਕੇ ਟਰੈਕਟਰ ਨਾਲ ਪਰੇ ਕੀਤਾ, ਬਾਕੀ ਸਾਰੇ ਟਿੱਪਰ ਸਟਾਰਟ ਕਰਕੇ ਨੌਜਵਾਨਾਂ ਨੇ ਪਰੇ ਕੀਤੇ ਆ। ਹੁਣ ਚਾਬੀਆਂ ਵਿੱਚ ਕਿਉਂ ਛੱਡੀਆਂ ਸੀ ਪੁਲਿਸ ਨੇ ਉੱਥੇ, ਕਰੇਨਾਂ ਦੇ ਵਿੱਚ ਵੀ ਤੇ ਟਿੱਪਰਾਂ ਦੇ ਵਿੱਚ ਵੀ, ਇਹ ਵੀ ਜਾਂਚ ਦਾ ਵਿਸ਼ਾ ਆ। ਇੱਕ ਸਭ ਨੂੰ ਵੱਡੀ ਗੱਲ ਹੋਈ ਵੀ ਉੱਥੇ ਪੁਲਿਸ ਨੇ ਅਥਰੂ ਗੋਲੇ ਤੋਂ ਬਿਨਾਂ ਕਿਸੇ ਤੇ ਕੋਈ ਲਾਠੀ ਚਾਰਜ ਨਹੀਂ ਕੀਤਾ, ਕੋਈ ਫਾਇਰਿੰਗ ਨਹੀਂ ਕੀਤੀ, ਕੋਈ ਵਿਰੋਧ ਨਹੀਂ ਕੀਤਾ। ਜਿਵੇਂ ਜਿਵੇਂ ਨੌਜਵਾਨ ਧੱਕਦੇ, ਪੁਲਿਸ ਛਾਲਾ ਮਾਰ ਕੇ ਡਰੇਨ ਨਾਲੋਂ ਨਿਕਲ ਗਈ। ਉਸ ਵੇਲੇ ਮੇਰੀ ਪੁਲਿਸ ਅਫਸਰਾਂ ਨਾਲ ਵੀ ਗੱਲ ਹੋਈ ਆ ਤੇ ਉਹਨਾਂ ਦਾ ਵੀ ਇਹ ਕਹਿਣਾ ਸੀ ਵੀ ਸਾਨੂੰ ਇਹ ਪਿੱਛੋਂ ਹੁਕਮ ਆ ਵੀ ਨਾ ਤੁਸੀਂ ਫਾਇਰਿੰਗ ਕਰਨੀ ਆ ਤੇ ਨਾ ਲਾਠੀ ਚਾਰਜ ਕਰਨਾ ਹੈ, ਜੋ ਕਰਦੇ ਇਹ ਕਰਨ ਦਿਓ। ਕਿੰਨੀ ਕੁ ਪੁਲਿਸ ਸੀ?
ਪੁਲਿਸ ਕਹਿ ਸਕਦੇ ਕੋਈ 100-150 ਬੰਦਾ ਉਸ ਮੌਕੇ ਤੇ ਉਹ ਮੁਕਰਬਾ ਚੌਂਕ ਤੋਂ ਪਹਿਲਾਂ ਟਰਾਂਸਪੋਰਟ ਨਗਰ ਵਾਲਾ 150 ਹੱਦ ਬੰਦਾ ਹੋਊਗਾ। ਤੇ ਕਿਸਾਨਾਂ ਦੀ ਗਿਣਤੀ ਤੇ ਲੱਖਾਂ ਚ ਹੋਣੀ। ਕਿਸਾਨਾਂ ਦੀ ਗਿਣਤੀ ਜਦੋਂ ਸ਼ੁਰੂਆਤੀ ਤੌਰ ਤੇ ਸੀਗੀ 500-400 ਦੀ, ਅੱਛਾ ਜੀ। ਜਦੋਂ ਬ੍ਰੇਕ ਕੀਤਾ ਬਾਰਡਰ ਉਦੋਂ ਤਾਂ 5-4, ਪਰ ਪਿੱਛੋਂ ਜਦੋਂ ਇਹ ਤੁਰ ਕੇ ਆ ਰਹੀ ਵੀ ਸਰਵਣ ਸਿੰਘ ਪੰਧੇਰ ਵਾਲਾ ਗਰੁੱਪ ਪਿੱਛੋਂ ਆਉਣਾ ਸ਼ੁਰੂ ਹੋ ਗਿਆ। ਫਿਰ ਆਪ ਮੁਹਾਰੇ ਜਿਹੜੇ ਸੀਗੇ ਜਦੋਂ ਪਤਾ ਲੱਗ ਗਿਆ ਵੀ ਲੋਕ ਤਾਂ ਤੁਰ ਗਏ ਆ, ਸੰਯੁਕਤ ਮੋਰਚੇ ਵਾਲੀ ਸਟੇਜ ਦੇ ਕੋਲ ਦੀ ਫਿਰ ਜਿਹੜਾ ਲਾਂਘਾ ਬਣ ਗਿਆ ਉਹ ਫਿਰ ਲਗਾਤਾਰ ਚੱਲਦਾ ਗਿਆ, ਜੁੜਦੀ ਗਈ ਲਾਈਨ ਉੱਥੋਂ ਪਹਿਲਾਂ ਜਿਹੜੀ ਸੀ। ਜਿਹੜੇ ਪੁਲਿਸ ਵਾਲੇ ਪੁਲਿਸ ਮੁਲਾਜ਼ਮ ਉੱਥੇ ਸਨ ਜੀ, ਕੀ ਉਹ ਦਿੱਲੀ ਪੁਲਿਸ ਦੇ ਸਨ ਜਾਂ ਕੇਂਦਰੀ ਪੁਲਿਸ ਬਲ ਦੇ ਵੀ ਸਨ? ਨਹੀਂ, ਕੇਂਦਰੀ ਰੈਪਿਡ ਐਕਸ਼ਨ ਫੋਰਸ ਵੀ ਸੀਗੀ, ਸੁਰੱਖਿਆ ਏਜੰਸੀਆਂ ਜਿਹੜੀਆਂ ਕੇਂਦਰ ਦੀਆਂ ਉਹ ਵੀ ਸੀਗੀਆਂ। ਜਦੋਂ ਇਹ ਤੱਕ ਇਹ ਨਹੀਂ ਬ੍ਰੇਕ ਹੁੰਦਾ ਤਾਂ ਉੱਥੇ ਲੰਗਰ ਵਗੈਰਾ ਸਾਰਾ ਇੱਕ ਥਾਂ ਹੀ ਜਿਹੜਾ ਦਿੱਲੀ ਦੀਆਂ ਸੰਗਤਾਂ ਨੇ ਪ੍ਰਬੰਧ ਕੀਤਾ ਸੀ, ਉਹ ਪੁਲਿਸ ਵਾਲੇ ਵੀ ਮੁਲਾਜ਼ਮ ਸਾਰੇ ਇੱਕ ਥਾਂ ਲੰਗਰ ਛਕਦੇ ਸੀ। ਜੀ ਜੀ ਜੀ। ਉਸ ਤੋਂ ਬਾਅਦ ਵੀ ਜਦੋਂ ਬ੍ਰੇਕ ਹੋ ਜਾਂਦਾ, ਬਾਰਡਰ ਚੱਲ ਜਾਂਦਾ ਆ, ਅਸੀਂ ਮੇਰੇ ਕੋਲ ਕਵਰੇਜ ਹੈ ਉਸ ਦੀ, ਫਿਰ ਵੀ ਜਿਹੜੇ ਮੁਲਾਜ਼ਮ ਸੀ ਉਹ ਲੰਗਰ ਦੇ ਵਿੱਚੋਂ ਲੰਗਰ ਛਕਦੇ ਰਹੇ ਆ। ਉੱਥੇ ਕੋਈ ਕਿਸੇ ਤਰ੍ਹਾਂ ਦੀ ਝੜਪ ਹੋਈ ਨਹੀਂ, ਮੁਲਾਜ਼ਮਾਂ ਨਾਲ ਕੋਈ ਕਿਸੇ ਤਰ੍ਹਾਂ ਦੀ ਕੋਈ ਨਹੀਂ ਝੜਪ। ਇਹ ਤਾਂ ਜਦੋਂ ਫਿਰ ਲਗਭਗ 11 ਦੇ ਨੇੜੇ ਤੇੜੇ ਦਾ ਅੰਦਾਜ਼ਾ, 11-12 ਦੇ ਨੇੜੇ ਤੇੜੇ ਜਦੋਂ ਫਿਰ ਫਲੈਸ਼ ਹੋਣ ਲੱਗ ਪਈ ਨਿਊਜ਼ ਵੀ ਕਿਸਾਨ ਜਿਹੜੇ ਲਾਲ ਕਿਲੇ ਪਹੁੰਚ ਗਏ ਆ, ਉੱਥੇ ਮਤਲਬ ਝੰਡਾ ਲਹਿਰਾਤਾ ਆ, ਤਾਂ ਉੱਥੇ ਮਤਲਬ ਭਗਦੜ ਇਹਨੇ ਪੁਲਿਸ ਵਾਲੇ ਕੋ ਹਥਿਆਰ ਕਿਹੋ ਜਿਹੇ ਸਨ? ਨੋਰਮਲ ਹਥਿਆਰ, ਗੰਨਾਂ ਵੀ ਸੀਗੀਆਂ, ਡੰਡੇ ਵੀ ਸੀ, ਗੰਨਾਂ ਵੀ ਸੀਗੀਆਂ, ਜੀ। ਤੇ ਜਿਹੜੇ ਉਹ ਅਥਰੂ ਗੈਸ ਗੋਲੇ ਸੱਟਣ ਵਾਲੀਆਂ ਉਹ ਵੀ ਗੰਨਾਂ ਸੀਗੀਆਂ। ਹਥਿਆਰ ਸੀ ਸਾਰੇ, ਪਰ ਡਾਂਗਾ ਜ਼ਿਆਦੀਆਂ ਸੀਗੀਆਂ, ਤੇ ਉਹ ਜਿਹੜੇ ਉਹਨਾਂ ਨੇ ਬਣਾਏ ਹੁੰਦੇ ਰੋਕਣ ਵਾਲੇ ਉਹ ਵੀ ਛੱਜੇ ਜਿਹੇ ਸੀਗੇ ਉਹਨਾਂ ਦੇ ਕੋਲ। ਠੀਕ ਹੈ ਜੀ। ਤੇ ਪਰ ਉੱਥੇ ਕਿਸੇ ਨੇ ਜ਼ਿਆਦਾ ਨਹੀਂ, 2-4 ਨਿਹੰਗਾਂ ਨੇ ਡੰਡੇ ਡੁੰਡੇ ਪੁਲਿਸ ਦੇ ਮਾਰੇ ਆ, ਤੇ ਉਹ ਪੁਲਿਸ ਵਾਲੀਆਂ ਲੜਕੀਆਂ ਭੱਜ ਕੇ ਪਰੇ ਹੋ ਗਈਆਂ, ਤੇ ਉਹ ਨਾਕੇ ਟੁੱਟ ਕੇ ਸਿੱਧੇ ਜਾਣ ਲੱਗ ਗਏ। ਗੱਲ ਉੱਥੇ ਆਣ ਕੇ ਨਿਕਲ ਕੇ ਇਹ ਆਉਂਦੀ ਆ ਵੀ ਰਿੰਗ ਰੋਡ ਤੱਕ ਦਾ ਜਿਹੜਾ ਮਸਲਾ ਸੀਗਾ ਨਾ, ਉਹ ਤਾਂ ਸਾਰਿਆਂ ਨੂੰ ਪਤਾ ਵੀ ਰਿੰਗ ਰੋਡ ਤੇ ਜਾਣਾ। ਲਾਲ ਕਿਲੇ ਵੱਲ ਨੂੰ ਕਿੱਦਾਂ ਮੂੰਹ ਹੋਇਆ, ਕੀ ਹੋਇਆ, ਇਹ ਇੱਕ ਹਜੇ ਤੱਕ ਵੀ ਭੇਦ ਬਣਿਆ ਹੋਇਆ ਆ। ਹੁਣ ਜੇ ਤਾਂ ਅਸੀਂ ਇਹ ਕਹਿੰਦੇ ਆ ਵੀ ਰਿੰਗ ਰੋਡ ਖਾਲੀ ਹੁੰਦਾ ਤਾਂ ਰਿੰਗ ਰੋਡ ਤੇ ਮੁਕਰਬਾ ਚੌਂਕ ਤੇ ਚੜ੍ਹ ਕੇ ਨਿਕਲ ਜਾਣਾ ਸੀਗਾ, ਪਰ ਆਸੇ-ਪਾਸੇ ਸਾਰੇ ਰਸਤੇ ਬੰਦ ਸੀ, ਤਾਂ ਉਹ ਰਸਤਾ ITO ਚੌਂਕ ਜਾ ਕੇ ਖੁੱਲਿਆ। ITO ਤੋਂ ਨਾਲ ਹੀ ਫਿਰ ਮੂਹਰੇ ਲਾਲ ਕਿਲਾ ਬੰਦ ਹੋ ਗਿਆ। ਹੁਣ ਇੱਥੇ ਆਪਾਂ ਦੇਖਦੇ ਹਾਂ ਵੀ ਬਹੁਤ ਤਾਦਾਦ ਵਿੱਚ ਆਪਾਂ ਜੋ ਦੇਖਦੇ, ਕੰਟਰੋਵਰਸ਼ੀਅਲ ਰਹੀ ਗੱਲ ਵੀ ਉੱਥੇ ਜੀ ਇਹ ਦੀਪ ਸਿੱਧੂ ਦਾ ਰੋਲ ਸੀਗਾ, ਉੱਥੇ ਮੂਹਰੇ ਸੁਖਪ੍ਰੀਤ ਉਦੋਕੀ ਜੀ ਗਏ ਸੀਗੇ, ਪਰ ਇਹ ਲੱਖੇ ਦਾ ਵੀ ਰੋਲ ਸੀਗਾ, ਵੀ ਲੱਖਾ ਵਿੱਚ ਸੀਗਾ। ਲੱਖਾ ਅਜੇ ਤੱਕ ਕਿਤੇ ਵੀਡੀਓ ਤਾਂ ਫਲੈਸ਼ ਹੋ ਨਹੀਂ ਰਿਹਾ ਉਸ ਮੈਟਰ ਦੇ ਵਿੱਚ ਵੀ। ਅਸੀਂ ਖੁਦ ਵੀ ਉਸ ਦਿਨ ਲੱਖਾ ਨਹੀਂ ਦੇਖਿਆ ਸੀ, ਦੀਪ ਸਿੱਧੂ ਵੀ ਫਲੈਸ਼ ਹੋਇਆ ਜਦੋਂ ਲਾਲ ਕਿਲੇ ਤੇ ਦੇਖਿਆ। ਸੁਖਪ੍ਰੀਤ ਉਦੋਕੀ ਨੂੰ ਇਸ ਰੂਟ ਰਾਹੀਂ ਅਸੀਂ ਦੇਖਿਆ ਖੁਦ, ਉਹਦੇ ਵਿੱਚ ਦੀ ਇਹ ਆਪਣੇ ਕਲਾਕਾਰ, ਕਿਉਂਕਿ ਸਰਵਣ ਸਿੰਘ ਪੰਧੇਰ ਦਾ ਉੱਥੇ ਜ਼ੋਰ ਲੱਗਾ ਸੀ ਉਸ ਵੇਲੇ ਵੀ ਅਸੀਂ ਸਿੱਧਾ ਰਿੰਗ ਰੋਡਾਂ ਨੂੰ ਲੈ ਕੇ ਜਾਣਾ ਆ ਕਿਸਾਨਾਂ ਨੂੰ, ਤੇ ਉੱਥੇ ਬਲਦੇਵ ਸਿੰਘ ਸਿਰਸਾ, ਦਰਸ਼ਨਪਾਲ ਪ੍ਰੋਫੈਸਰ, ਹਰਮੀਤ ਸਿੰਘ ਕਾਦੀਆਂ ਤੇ ਆਪਣਾ ਮਨਜੀਤ ਸਿੰਘ ਰਾਏ, ਇਹ ਸਾਰੇ ਲੋਕਾਂ ਦਾ ਇਹ ਜ਼ੋਰ ਸੀ ਵੀ ਅਸੀਂ ਜਿਹੜਾ ਤੈਅਸ਼ੁਦਾ ਰੂਟ ਹੈ ਉਧਰ ਨੂੰ ਲੈ ਕੇ ਜਾਣਾ। ਉੱਥੇ ਫਿਰ ਜਥੇਬੰਦੀਆਂ ਦਾ ਆਪਸ ਵਿੱਚ ਹੀ ਨੌਜਵਾਨਾਂ ਦਾ ਝੜਪ ਵੀ ਹੋਈ ਹੈ। ਅੱਛਾ ਜੀ। ਵੀ ਇਹ ਕਹਿੰਦੇ ਸੀ ਇੱਧਰ ਨੂੰ ਮੁੜੋ, ਤਾਂ ਉਹ ਕਹਿੰਦੇ ਪਰਮ ਪੰਧੇਰ ਨੇ ਫਿਰ ਮੁੰਡਿਆਂ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਇੱਥੇ ਜਿੱਥੋਂ ਕ੍ਰਾਸ ਕੀਤਾ ਆ ਉਹਦੇ ਸੈਂਟਰ ਪੁਆਇੰਟ ਦੇ ਵਿੱਚ, ਡਿਵਾਈਡਰ ਦੇ ਵਿੱਚ ਖੜ ਜਾਓ, ਨਹੀਂ ਮੁੜਨ ਦੇਣਾ, ਅਸੀਂ ਸਿੱਧੇ ਲੈ ਜਾਣੇ ਆ ਸਾਰੇ। ਉੱਥੇ ਆਣ ਕੇ ਫਿਰ ਜਥੇਬੰਦੀਆਂ ਨੇ, ਹਰਮੀਤ ਸਿੰਘ ਕਾਦੀਆਂ ਸੀਗੇ, ਉਹਨਾਂ ਨੇ ਸੋਚਿਆ ਵੀ ਹੁਣ ਸਾਡਾ ਇੱਥੇ ਝਗੜਾ ਹੋ ਸਕਦਾ। ਇਹ ਫਿਰ ਸਾਈਡ ਤੇ ਹੋ ਕੇ ਖੜ ਗਏ। ਫਿਰ ਪਿੱਛੋਂ ਰਾਜੇਵਾਲ ਜੀ ਨੂੰ ਜਾਂ ਹੋਰਾਂ ਨੂੰ ਫੋਨ ਕਰਦੇ ਰਹੇ, ਤੇ ਪੁਲਿਸ ਨੂੰ ਵੀ ਕਹਿੰਦੇ ਰਹੇ ਵੀ ਸਾਨੂੰ ਤੁਸੀਂ ਪਿੱਛੋਂ ਸਾਨੂੰ ਡਿਵਰਸ਼ਨ ਹੋਰ ਦੇ ਦਿਓ, ਪਰ ਪੁਲਿਸ ਨੇ ਵੀ ਉੱਥੇ ਇਹਨਾਂ ਦੀ ਗੱਲ ਨੂੰ ਹੂੰ ਹਾਂ ਕਰਕੇ ਛੱਡ ਦਿੱਤਾ। ਉਹ ਤੋਂ ਲੱਗ ਰਿਹਾ ਸੀ ਵੀ ਪੁਲਿਸ ਖੁਦ ਚਾਹੁੰਦੀ ਸੀ ਵੀ ਇਹ ਤੈਅ ਰੂਟ ਤੇ ਨਾ ਜਾਣ, ਜੋ ਅਸੀਂ ਉੱਥੇ ਮੌਕੇ ਤੇ ਦੇਖਿਆ। ਜੀ ਅਮਰਤ ਜੀ। ਜੀ ਸਰ। ਜਿਵੇਂ ਇਹਨਾਂ ਨੇ ਵਿਖਿਆਨ ਕੀਤਾ, ਬਿਲਕੁਲ ਮੌਕੇ ਤੇ ਉੱਥੇ ਮੌਜੂਦ ਸਨ, ਤੁਸੀਂ ਵੀ ਉੱਥੇ ਸੋ ਜਰਾ ਪਿੱਛੇ ਸੋ। ਬਿਲਕੁਲ ਜੀ। ਮੈਂ ਆਪ ਜੀ ਨੂੰ ਪੁੱਛਣਾ ਚਾਹਾਂਗਾ ਕਿ ਉਹ ਮੀਡੀਆ ਜੀ ਜਿਹੜਾ ਅੱਜ ਤੱਕ ਕੁੰਭਕਰਨੀ ਨੀਂਦ ਸੁੱਤਾ ਪਿਆ ਸੀ, ਜੀ, ਲੈ ਕਹਿੰਦਾ ਸੀ ਕਿ ਕਿਸਾਨ ਅੰਦੋਲਨ ਨਾਂ ਦੀ ਚੀਜ਼ ਹੀ ਕੋਈ ਨਹੀਂ, ਤੇ ਜਿਹੜੇ ਕਦੀ ਦਿਖਾਉਂਦੇ ਨਹੀਂ ਸੀ, ਇੱਕ ਫੋਟੋ ਤੱਕ ਨਹੀਂ ਸੀ ਦਿਖਾਉਂਦੇ, ਸਿਵਾਏ ਇਸ ਗੱਲ ਦੇ ਕਿ ਆਹ ਦੇਖੋ ਜੀ ਖਾਲਸਾ ਏਡ ਵਾਲੇ ਆ, ਫਲਾਨੀ ਜਥੇਬੰਦੀਆਂ, ਇਹਨਾਂ ਨੂੰ ਇੱਥੋਂ ਪੈਸੇ ਆਉਂਦੇ ਨੇ, ਇੱਥੋਂ ਆਉਂਦੇ ਨੇ। ਇਸ ਤਰ੍ਹਾਂ ਦੀਆਂ ਇੱਕ ਅਜੀਬ ਜਿਹੀਆਂ ਜਿਹੜੀਆਂ ਸਟੋਰੀਜ਼ ਤੋਂ ਬਿਨਾਂ ਉਹਨਾਂ ਨੇ ਕੋਈ ਪ੍ਰੋਪਰ ਕਵਰੇਜ ਕਿਸਾਨ ਅੰਦੋਲਨ ਨੂੰ ਨਹੀਂ ਦਿੱਤੀ। ਸਰਕਾਰ ਦਾ ਪੱਖੋਂ ਪੂਰਦੇ ਰਹੇ ਨੇ। ਬਿਲਕੁਲ। ਤੇ ਉਹ ਫਿਰ ਕੁੰਭਕਰਨੀ ਨੀਂਦ ਤੋਂ ਜਾਗੇ ਨੇ ਫੇਰ ਇੱਕਦਮ ਜੀ। ਉਹ ਬਾਰੇ ਸਾਨੂੰ ਦੱਸੋ ਵੀ ਕਿਉਂ ਜਾਗ ਪਏ ਨੇ? ਦੇਖੋ ਕੁਲਦੀਪ ਜੀ, ਜਦੋਂ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ ਤੇ 1 ਸਾਲ ਹੋ ਗਿਆ, ਤੇ ਅੱਜ ਦੇ ਦਿਨ ਹੀ ਇਹ ਜਿਹੜੇ ਕਾਲੇ ਕਾਨੂੰਨ ਆ, ਜਿਹੜਾ ਆਰਡੀਨੈਂਸ ਸੀ ਉਹ ਪਾਸ ਹੋਇਆ ਸੀ, ਤੇ ਇਸ ਪਾਸ ਹੋਣ ਤੋਂ ਲੈ ਕੇ 26 ਨਵੰਬਰ ਤੱਕ ਦੀਆਂ ਘਟਨਾਵਾਂ ਦਾ ਅਸੀਂ ਜ਼ਿਕਰ ਕੀਤਾ। 26 ਨਵੰਬਰ ਤੋਂ ਹੁਣ ਅਸੀਂ 26 ਜਨਵਰੀ ਤੱਕ ਦੀ ਗੱਲ ਕਰਦੇ ਹਾਂ। ਤੇ ਜਿਹੜਾ ਨੈਸ਼ਨਲ ਮੀਡੀਆ ਆ, ਜਿਹਨੂੰ ਜਦੋਂ ਅਸੀਂ ਗੋਦੀ ਮੀਡੀਆ ਕਹਿੰਦੇ ਆ, ਤੇ ਬਹੁਤ ਸਾਰੇ ਲੋਕਾਂ ਨੂੰ ਇਹਦੀ ਤਕਲੀਫ ਹੁੰਦੀ ਹੈ, ਖਾਸ ਤੌਰ ਤੇ ਜਿਹੜੇ ਸਰਕਾਰ ਪੱਖੀ ਨੇ ਜੀ। ਪਰ ਸਾਡਾ ਉਹਨਾਂ ਨੂੰ ਗੋਦੀ ਮੀਡੀਆ ਕਹਿਣ ਦਾ ਜਿਹੜਾ ਵਾਜਬ ਰੀਜ਼ਨ ਇਹੀ ਆ ਕਿ ਉਹ ਸਿਰਫ ਮੀਡੀਆ ਜਿਹੜਾ ਆ ਉਹ ਸਿਰਫ ਔਰ ਸਿਰਫ ਇੱਕ ਪਾਰਟੀਕੂਲਰ ਲਾਈਨ ਦੇ ਉੱਤੇ ਬੋਲਦਾ। ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤੇ ਮੀਡੀਆ ਨੂੰ ਅਸੀਂ ਚੌਥਾ ਸਤੰਭ ਕਹਿੰਦੇ ਹਾਂ ਕਿ ਲੋਕਤੰਤਰ ਦਾ ਇਹ ਚੌਥਾ ਸਤੰਭ ਆ। ਚੁਣੇ ਹੋਏ ਲੋਕ, ਅਫਸਰਸ਼ਾਹੀ, ਤੁਹਾਡੀ ਜਿਹੜੀ ਹੈਗੀ ਆ ਨਿਆਂਪਾਲਿਕਾ ਤੇ ਮੀਡੀਆ। ਤੇ ਜਦੋਂ ਮੀਡੀਆ ਫਿਰ ਇੱਕ ਪਾਸੜ ਗੱਲ ਕਰਦਾ ਤੇ ਫਿਰ ਉਹਨੂੰ ਸਰਕਾਰ ਪੱਖੀ ਕਿਹਾ ਜਾਂਦਾ ਜੀ। ਲੋਕਤੰਤਰ ਦੇ ਵਿੱਚ ਬਹੁਤ ਵਾਰ ਇਦਾਂ ਹੋਇਆ, ਜੇ ਅਸੀਂ ਦੁਨੀਆ ਦੀ ਗੱਲ ਨਾ ਵੀ ਕਰੀਏ, ਜੇ ਅਸੀਂ ਭਾਰਤ ਦੀ ਗੱਲ ਵੀ ਕਰੀਏ, ਤੇ ਇੰਦਰਾ ਗਾਂਧੀ ਦੇ ਟਾਈਮ 'ਚ ਵੀ ਇਦਾਂ ਹੋਇਆ ਕਿ ਮੀਡੀਆ ਨੂੰ ਇੱਕ ਪਾਸੜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।
ਜੀ ਵਿੱਚ ਬਹੁਤ ਸਮਾਂ ਇਦਾਂ ਦਾ ਰਿਹਾ ਜਦੋਂ ਮੀਡੀਆ ਆਪਣੀ ਗੱਲ ਖੁੱਲ ਕੇ ਰੱਖਦਾ ਰਿਹਾ ਜੀ ਤੇ ਬਹੁਤ ਸਾਰੇ ਪੱਤਰਕਾਰ ਇਸ ਗੱਲ ਲਈ ਜਾਣੇ ਜਾਂਦੇ ਆ, ਉਹ ਹਾਲਾਂਕਿ ਹੈ ਉਹ ਸਾਡੇ ਵਰਗੇ ਪੱਤਰਕਾਰੀ, ਪਰ ਉਹ ਆਪਣੀ ਗੱਲ ਸੱਚ ਦੇ ਟੇਬਲ ਦੇ ਉੱਤੇ ਬਹੁਤ ਸਪਸ਼ਟਤਾ ਨਾਲ ਰੱਖ ਸਕਿਆ। ਉਹਨਾਂ ਦੇ ਹੌਲੀ ਹੌਲੀ ਉਹਨਾਂ ਦੇ ਉਹ ਸਿਸਟਮ ਇਦਾਂ ਦਾ ਬਣਾ ਲਿਆ ਗਿਆ ਕਿ ਵੱਡੇ ਅਦਾਰਿਆਂ ਦੇ ਕੋਲ ਇਹ ਜਿਹੜੇ ਚਲੇ ਗਏ ਮੀਡੀਆ ਸੰਸਥਾਨ ਜਿਹੜੇ ਸੀ ਵੱਡੀਆਂ ਕੰਪਨੀਆਂ ਦੇ ਕੋਲ ਨਿੱਜੀ ਜ਼ਗੀਰ ਬਣ ਗਈ। ਬਿਲਕੁਲ। ਤੇ ਫਿਰ ਸਰਕਾਰੇ ਦਰਬਾਰੇ ਜਿਹੜੀ ਸੀ ਉਸ ਤਰ੍ਹਾਂ ਦੀ ਪਹੁੰਚ ਜਿਹੜੀ ਸੀ ਆਮ ਲੋਕ ਦੀ ਜਿਹੜੀ ਗੱਲ ਸੀ ਕਿ ਉਹ ਇਨਫੋਰਮੇਸ਼ਨ ਉੱਥੋਂ ਕੋ ਲੈ ਸਕਦਾ ਸੀ, ਉਹ ਨਿਕਲਣੀ ਬੰਦ ਹੋ ਗਈ। ਸਰਕਾਰਾਂ ਦੇ ਸੋਲੇ ਗਾਉਣ ਲੱਗ ਪਏ। ਬਿਲਕੁਲ। ਅਸੀਂ ਖਾਸ ਤਰ੍ਹਾਂ ਦੀ ਪੱਤਰਕਾਰਤਾ ਦੇਖੀ ਆ, ਜਿਹੜੇ ਲੋਕ ਨੇ ਉਹ ਉਸੇ ਤਰ੍ਹਾਂ ਹੀ ਬੋਲਦੇ ਨੇ ਜਿਵੇਂ ਉਹਨਾਂ ਦੇ ਆਕਾ ਉਹਨਾਂ ਨੂੰ ਕਹਿੰਦੇ ਨੇ। ਉਹ ਆਕਾ ਐਮਐਲਏ ਵੀ ਹੋ ਸਕਦਾ, ਐਮਪੀ ਵੀ ਹੋ ਸਕਦਾ, ਮੰਤਰੀ ਵੀ ਹੋ ਸਕਦਾ, ਕੋਈ ਰਾਜ ਸਭਾ ਮੈਂਬਰ ਵੀ ਹੋ ਸਕਦਾ ਤੇ ਕੈਬਨਿਟ ਦੇ ਵਿੱਚ ਕੋਈ ਅਹੁਦੇਦਾਰ ਵੀ ਹੋ ਸਕਦਾ। ਫਿਰ ਕਿਸ ਤਰ੍ਹਾਂ ਦਾ ਬੋਲੇ ਨੇ ਉਦੋਂ ਫਿਰ 26 ਜਨਵਰੀ ਨੂੰ ਕਿੱਦਾਂ ਦੀਆਂ ਗੱਲਾਂ ਕੀਤੀਆਂ ਮੀਡੀਆ 26 ਜਨਵਰੀ ਤੋਂ ਫਿਰ ਜਿੱਦਾਂ ਉਸ ਮੀਡੀਆ ਨੂੰ ਜਿੱਦਾਂ ਗਲੂਕੋਜ਼ ਲੱਗ ਗਿਆ ਜੀ। 26 ਜਨਵਰੀ ਨੂੰ ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੁੰਦਾ 26 ਨਵੰਬਰ ਤੋਂ, ਉਦੋਂ ਤੋਂ ਤਾਂ ਇਸ ਮੀਡੀਆ ਕੋਲ ਬੋਲਣ ਲਈ ਕੁਝ ਨਹੀਂ ਸੀ ਜੀ, ਕਿਉਂਕਿ ਕਿਸਾਨ ਅੰਦੋਲਨ ਬਿਲਕੁਲ ਲੋਕਤੰਤਰੀ ਰੌਹ ਰੀਤਾਂ ਦੇ ਅਨੁਸਾਰ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਸਿਰਫ ਆਪਣਾ ਵਿਰੋਧ ਦਰਜ ਕਰਵਾ ਰਿਹਾ ਸੀ ਜੀ। ਭਾਵੇਂ ਉਹਨਾਂ ਨੇ ਇੱਕ ਜਰਨੈਲੀ ਸੜਕ ਜਿਹੜੀ ਉਹ ਬੰਦ ਕੀਤੀ ਹੋਈ ਸੀ ਦੋ ਪਾਸੇ ਤੋਂ ਜੀ, ਪਰ ਫਿਰ ਵੀ ਉੱਥੇ ਉਹ ਕਿਸੇ ਕਿਸਮ ਦੀ ਕਿਸੇ ਵੀ ਲੋਕਾਂ ਨੂੰ ਤੰਗੀ ਨਹੀਂ ਦੇ ਰਿਹਾ ਸੀ, ਭਾਵੇਂ ਉਹ ਲੱਖਾਂ ਦੀ ਤਾਦਾਦ 'ਚ ਸੀ। ਜਰਨੈਲੀ ਸੜਕ ਵੀ ਤਾਂ ਬੰਦ ਕੀਤੀ ਜੀ ਕਿ ਜਿਸ ਜਗ੍ਹਾ ਤੇ ਉਹਨਾਂ ਨੇ ਐਕਚੁਅਲੀ ਜਾਣਾ ਸੀ ਉੱਥੇ ਜਾਣ ਤੋਂ ਉਹਨੂੰ ਰੋਕ ਨਹੀਂ ਦਿੱਤਾ ਗਿਆ ਸੀ ਜੀ। ਬੰਦ ਕਰਨ ਦੇ ਬਾਵਜੂਦ ਵੀ ਉੱਥੇ ਲੋਕਾਂ ਦਾ ਜਿਹੜਾ ਲਾਂਘਾ ਸੀ, ਜਿਹੜੀ ਆਵਾਜਾਈ ਸੀ, ਉਹ ਹੋਰ ਰਸਤਿਆਂ ਨਾਲ ਹੀ ਹੋ ਰਹੀ ਸੀ। ਤੇ ਜੇ ਉੱਥੇ ਕਿਸੇ ਨੂੰ ਸਮੱਸਿਆ ਆਉਂਦੀ ਸੀ ਤੇ ਇਹ ਵੀ ਖਬਰਾਂ ਆਈਆਂ ਕਿ ਜਿਹੜੇ ਕਿਸਾਨ ਲੀਡਰ ਸੀ ਜਾਂ ਕਿਸਾਨ ਨੌਜਵਾਨ ਸੀ, ਜੇ ਉਸ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੂੰ ਕਿਸੇ ਨੂੰ ਸਮੱਸਿਆਵਾਂ ਆਈਆਂ ਤੇ ਉਹਨਾਂ ਨੂੰ ਹਸਪਤਾਲ ਤੱਕ ਵੀ ਲੈ ਕੇ ਗਏ। ਜੀ ਜੀ ਜੀ। ਪਰ 26 ਜਨਵਰੀ ਨੂੰ ਫਿਰ ਜਿੱਦਾਂ ਬਿਲਗਾ ਸਾਹਿਬ ਨੇ ਦੱਸਿਆ ਕਿ ਕੁਝ ਲੋਕ ਲਾਲ ਕਿਲੇ ਤੱਕ ਪਹੁੰਚਾ ਦਿੱਤੇ ਗਏ। ਉੱਤੇ ਦੋਨੋਂ ਹੀ ਕਾਰਨ ਨੇ, ਮੈਂ ਇਹ ਨਹੀਂ ਕਹਿੰਦਾ ਕਿ ਪਹੁੰਚਾ ਦਿੱਤੇ ਗਏ, ਕੁਝ ਲੋਕ ਆਪਣੀ ਮਰਜ਼ੀ ਨਾਲ ਵੀ ਗਏ। ਉਹਨਾਂ ਦਾ ਜਿਹੜਾ ਨੀਤੀ ਸੀ, ਉਹਨਾਂ ਦੀ ਜਿਹੜੀ ਨੀਅਤ ਸੀ, ਉਹ ਇਸੇ ਗੱਲ ਦੀ ਸੀ ਕਿ ਉਹ ਕਿਸਾਨ ਅੰਦੋਲਨ ਦੇ ਤਹਿ ਦੇ ਵਿੱਚ ਹੀ ਆਪਣਾ ਕੁਝ ਹੋਰ ਏਜੰਡਾ ਵੀ ਸਿੱਧ ਕਰਨਾ ਚਾਹੁੰਦੇ ਸੀ ਜੀ। ਫਿਰ ਉਸ ਮੀਡੀਆ ਨੂੰ ਮੌਕਾ ਮਿਲ ਗਿਆ ਜੀ। ਫਿਰ ਉਸ ਜਿਹੜੀ ਮੀਡੀਆ ਦੀ ਜਿਹੜੀ ਕੁੱਤੀ ਸੀ, ਉਹ ਬਿਲਕੁਲ ਸਰਕਾਰ ਦੇ ਹੱਕ 'ਚ ਫਿਰ ਤਸੱਲੀ ਨਾਲ ਭੌਂਕੀ। ਠੀਕ ਹੈ ਜੀ। ਹਾਲਾਂਕਿ ਇਹ ਸ਼ਬਦ ਕਈਆਂ ਨੂੰ ਚੰਗੇ ਨਹੀਂ ਲੱਗਣਗੇ ਜੀ, ਪਰ ਹੁਣ ਉਹਨਾਂ ਨੂੰ ਫਿਰ ਕੁੱਤੀ ਹੀ ਭੌਂਕੀ ਕਿਹਾ ਜਾਊਗਾ, ਕਿਉਂਕਿ ਉਹਨਾਂ ਦੀ ਪੂਛ ਤੇ ਪੈਰ ਰੱਖ ਹੋਇਆ ਸੀ ਜੀ। ਪਿਛਲੇ 6 ਮਹੀਨਿਆਂ 'ਚੋਂ ਜੇ ਉਹ ਕਿਸਾਨਾਂ ਦਾ ਪੱਖ ਵੀ ਦਿਖਾਉਂਦੇ, ਜੇ ਉਹ ਪੰਜਾਬ ਦਾ ਦਰਦ ਵੀ ਦਿਖਾਉਂਦੇ, ਜੇ ਉਹ ਅੰਦੋਲਨ ਦੇ ਚੰਗੇ ਪੱਖ ਵੀ ਦਿਖਾਉਂਦੇ, ਤਾਂ ਫਿਰ ਉਹਨਾਂ ਦੀ ਇਸ ਗੱਲ ਨੂੰ ਵਾਜਬ ਸਮਝਿਆ ਜਾਂਦਾ ਜੀ। ਇੱਕ ਬ੍ਰੇਕ ਲੈ ਲਈ ਤੇ ਬ੍ਰੇਕ ਤੋਂ ਬਾਅਦ ਮੁੜਦੇ ਆ ਤੇ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਪੰਜਾਬੀ ਨੈਸ਼ਨਲ ਟੀਵੀ ਤੇ ਕਿਸਾਨ ਅੰਦੋਲਨ ਦਾ ਲੇਖਾ ਜੋਖਾ ਤੇ 26 ਜਨਵਰੀ ਦੀਆਂ ਘਟਨਾਵਾਂ ਦਾ ਵਿਖਿਆਨ ਕਰ ਰਹੇ ਹਾਂ। ਬਿਲਗਾ ਸਾਹਿਬ, ਜਿਵੇਂ ਗੱਲਬਾਤ ਅਸੀਂ ਕਰ ਰਹੇ ਸੀ ਕਿ ਮੀਡੀਆ ਜਿਹੜਾ ਸੁੱਤਾ ਪਿਆ ਸੀ ਤੇ ਜਾਗ ਉੱਠਿਆ ਤੇ ਕਿਸਾਨ ਫਿਰ ਲਾਲ ਕਿਲੇ ਤੇ ਜਾਂ ਕਿਸਾਨ ਜਾਂ ਨੌਜਵਾਨ ਜਾਂ ਪਤਾ ਨਹੀਂ ਕੌਣ ਉੱਥੇ ਪਹੁੰਚ ਗਏ। ਉੱਥੇ ਫਿਰ ਜਿਸ ਤਰ੍ਹਾਂ ਦੀ ਹਾਲਾਤ ਬਣੀ ਉਹ ਦੱਸੋ ਕਿ ਉੱਥੇ ਕਿੰਨੀ ਕੁ ਫੋਰਸ ਸੀ, ਕਿਸ ਤਰ੍ਹਾਂ ਦੀ ਨਾਕਾਬੰਦੀ ਸੀ, ਕਿਉਂਕਿ ਉਹ ਨੈਸ਼ਨਲ ਆਈਕਨ ਹੈ ਜਿਹੜਾ ਲਾਲ ਕਿਲਾ, ਉਹਨੂੰ ਮੰਨਿਆ ਜਾਂਦਾ ਰੈੱਡ ਫੋਰਟ ਹੈ, ਦੁਨੀਆ ਭਰ ਦੇ ਵਿੱਚ ਨਾਮ ਹੈ ਇਸ ਤਰ੍ਹਾਂ ਦਾ ਕਿਲਾ, ਜਾਂ ਆਗਰੇ ਵਿੱਚ ਹੈ ਜਾਂ ਲਾਹੌਰ ਵਿੱਚ ਹੈ। ਇਹ ਦੱਸੋ ਕਿ ਇਹ ਕੀ ਬਣਿਆ ਫਿਰ ਉੱਥੇ? ਇੱਥੇ ਕੁਲਦੀਪ ਜੀ 3 ਪੱਖ ਬਣਦੇ ਆ ਜਿਹੜੇ ਸਾਡੇ ਵੱਲੋਂ ਵਿਚਾਰਨੇ ਬਣਦੇ ਆ। ਇੱਕ ਪੱਖ ਤਾਂ ਇਹ ਬਣਦਾ ਆ ਵੀ ਉੱਥੇ ਲੋਕ ਗਏ ਕਿ ਜਾਂ ਲੋਕਾਂ ਨੂੰ ਲਿਜਾਇਆ ਗਿਆ ਜੀ। ਜੇ ਲਿਜਾਇਆ ਗਿਆ ਤਾਂ ਕਿਹੜੀ ਧਿਰ ਲੈ ਕੇ ਗਈ ਜੀ। ਜੇ ਉਹ ਧਿਰ ਲੈ ਕੇ ਗਈ ਆ ਤੇ ਉਹ ਤਾਂ ਸਿੰਘੂ ਬਾਰਡਰ ਦੇ ਨਾਲ ਸੰਬੰਧਿਤ ਜ਼ਿਆਦਾ ਸੀ, ਜਿਹਨੂੰ ਆਪਾਂ ਅੱਜ ਤੱਕ ਦੋਸ਼ੀ ਕਿਸਾਨ ਜਥੇਬੰਦੀਆਂ ਵੀ ਆਹ ਬੰਦਿਆਂ ਦੇ ਮਗਰ ਲੱਗ ਕੇ ਲੋਕ ਗਏ ਉੱਥੇ ਜੀ। ਪਰ ਫਿਰ ਇੱਕ ਗੱਲ ਇਹ ਦੇਖਦੇ ਆ ਤੇ ਫਿਰ ਗਾਜੀਪੁਰ ਵਾਲੇ ਤਾਂ ਬਹੁਤ ਨੇੜੇ ਸੀ ਲਾਲ ਕਿਲੇ ਦੇ ਡਿਸਟੈਂਸ ਵਾਈਜ਼, ਸਿੰਘੂ ਬਾਰਡਰ ਤੋਂ ਉਹ ਮਤਲਬ 25-30 ਕਿਲੋਮੀਟਰ, ਤਾਂ ਉਧਰੋਂ ਤਾਂ ਬਹੁਤ ਨੇੜੇ ਸੀਗੇ। ਤੇ ਫਿਰ ਗਾਜੀਪੁਰ ਵਾਲੇ ਕਿੱਦਾਂ ਆ ਗਿਆ ਉੱਥੇ ਜੀ? ਮਤਲਬ ਜੇ ਅਸੀਂ ਇਹ ਸੋਚਦੇ ਵੀ 25 ਤਰੀਕ ਸ਼ਾਮ ਨੂੰ ਜਿਹੜਾ ਸਟੇਜ ਤੇ ਸਿੰਘੂ ਬਾਰਡਰ ਕਬਜ਼ਾ ਹੁੰਦਾ ਆ ਵੀ ਉਹ ਧਿਰ ਨੌਜਵਾਨਾਂ ਨੂੰ ਉਕਸਾ ਕੇ ਲੈ ਗਈ, ਸਰਵਣ ਸਿੰਘ ਪੰਧੇਰ ਵਾਲੀ ਧਿਰ ਉਕਸਾ ਕੇ ਲੈ ਗਈ। ਤੇ ਸਰਵਣ ਸਿੰਘ ਪੰਧੇਰ ਵਾਲੀ ਧਿਰ ਜਿਹੜੀ ਸੀ ਜਾਂ ਦੀਪ ਸਿੱਧੂ ਵਾਲਾ ਗਰੁੱਪ ਸੀਗਾ, ਲੱਖਾ ਸਿਧਾਣਾ ਵਾਲਾ ਗਰੁੱਪ ਸੀਗਾ, ਉਹ ਗਾਜੀਪੁਰ ਤੇ ਨਹੀਂ ਸੀ ਗਿਆ। ਫਿਰ ਉਧਰਲੇ ਨੌਜਵਾਨ ਕਿੱਦਾਂ ਲਾਲ ਕਿਲੇ ਆ ਗਏ? ਕੁਝ ਨੌਜਵਾਨ ਟਿਕਰੀ ਤੋਂ ਵੀ ਆਏ ਆ, ਰਾਜਸਥਾਨ ਤੋਂ ਵੀ ਆਏ, ਇਹ ਸਾਰੇ ਪੱਖ ਬਣਦੇ, ਰਾਜਸਥਾਨ ਵਾਲੇ ਬਾਰਡਰ ਤੋਂ ਵੀ ਆਏ ਆ। ਤੇ ਇਹ ਜਾਂ ਤਾਂ ਫਿਰ ਇਹ ਮੰਨ ਲਈਏ ਵੀ ਦੀਪ ਸਿੱਧੂ ਦੀ, ਲੱਖੇ ਸਿਧਾਣੇ ਦੀ, ਸਰਵਣ ਪੰਧੇਰ ਦੀ ਤੇ ਨਾਲ ਸਰਕਾਰ ਦੀ ਇਹ ਸਾਰੀ ਇੱਕ ਗਿਣੀ ਮਿੱਠੀ ਸੀ, ਇੱਕ ਪਹਿਲਾਂ ਪਲਾਨ ਹੋ ਚੁੱਕਾ ਸੀ ਵੀ ਇੱਦਾਂ ਇੱਦਾਂ ਕਰਨਾ ਹੈ। ਜਾਂ ਤਾਂ ਇੱਕ ਇਹ ਪੱਖ ਬਣਦਾ ਹੈ, ਜਾਂ ਫਿਰ ਇਹ ਗੱਲ ਤੋਂ ਸਾਨੂੰ ਕਿਸੇ ਨੂੰ ਬਰੀ ਕਰਨਾ ਪਊਗਾ ਵੀ ਸਿੰਘੂ ਬਾਰਡਰ ਵਾਲਾ ਜਿਹੜਾ ਮੈਟਰ ਸੀਗਾ ਉਹ ਤਾਂ ਆਹ ਤਰ੍ਹਾਂ ਲੈ ਗਈਆਂ, ਜਿਹੜੇ ਗਾਜੀਪੁਰ ਤੋਂ ਆਏ ਤੇ ਉਹ ਲੋਕ ਫਿਰ ਕਿੱਦਾਂ ਆਏ? ਕਿਉਂਕਿ ਉਹ ਲੋਕਾਂ ਦੇ ਵਿੱਚ ਤਾਂ ਕੋਈ ਜ਼ਿਆਦਾ, ਮੇਰਾ ਖਿਆਲ ਹੈ ਇੱਕ ਇਹ ਵੀ ਕਹਿ ਸਕਦੇ ਬਲਗਾ ਸਾਹਿਬ ਕਿ ਇੱਕ ਜਿਵੇਂ ਨਾ ਬਣ ਜਾਂਦੀ ਗੱਲ ਕਿ ਚਲੋ 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 ਉਹ ਸਾਰੇ, ਕਿਉਂਕਿ ਮੀਡੀਆ ਦੇ ਥਰੂ ਗੱਲਬਾਤ ਸਾਹਮਣੇ ਜੀ। ਆ ਜਿਹੜੀ ਮੀਡੀਆ ਵਾਲੀ ਗੱਲ ਹੈ ਜਾਂ ਡਿਜੀਟਲ ਹੋਣ ਦੀ ਗੱਲ ਹੈ, ਉਹ ਵੀ ਇੱਕ ਵੱਡੀ ਗੱਲ ਹੈ। ਹੁਣ ਆਪਾਂ ਇਦਾਂ ਵੀ ਕਹਿ ਸਕਦੇ ਹਾਂ ਕਿ ਹਰ ਮੋਰਚੇ ਦੇ ਲੋਕ ਆਪਸ ਵਿੱਚ ਜੁੜੇ ਤਾਂ ਹੋਏ ਸੀ, ਚਾਹੇ ਉਹ WhatsApp ਗਰੁੱਪ ਸੀ, ਚਾਹੇ ਉਹ ਫੋਨ ਕਾਲਾਂ ਸੀ। ਹੁਣ ਗਾਜੀਪੁਰ ਵਾਲਿਆਂ ਨਾਲ ਵੀ ਜਿਹੜੀ ਸਾਡੀ ਗੱਲ ਹੋਈ ਆ, ਗਾਜੀਪੁਰ ਵਾਲੇ ਰਕੇਸ਼ ਟਕੈਤ ਦੀ ਵੀ ਇੰਟਰਵਿਊ ਮੈਂ ਕੀਤੀ ਆ, ਉੱਥੇ ਜੀਤੂ ਜਿਹੜੇ ਪੂਰਾ ਸਾਂਭਦੇ ਆ ਤੇ ਉਹਨਾਂ ਵੀ ਮੇਰੀ ਗੱਲ ਹੋਈ ਆ। ਉਹ ਕਹਿੰਦੇ ਜਦੋਂ ਅਸੀਂ ਗਏ ਆ ਤਾਂ ਜਿਹੜਾ ਰੂਟ ਸਾਨੂੰ ਦਿੱਤਾ ਸੀ ਤੈਅ ਕਰਕੇ, ਉਹ ਮੂਹਰੋਂ ਬਲੌਕ ਸੀਗਾ
ਜੀ ਉਹ ਮੂਹਰੇ ਬਲੌਕ ਸੀਗਾ ਜੀ ਤੇ ਉੱਥੇ ਨੌਜਵਾਨ ਜਦੋਂ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਤੇ ਜਿਹੜਾ ਪਾਸਾ ਖੁੱਲਾ ਸੀਗਾ ਨੌਜਵਾਨ ਉਧਰ ਨੂੰ ਸ਼ੁਰੂ ਹੋ ਗਏ ਜਾਣੇ। ਉਧਰੋਂ ਕਹਿੰਦਾ ਜਦੋਂ ਫਿਰ ਸਿੰਘੂ ਬਾਰਡਰ ਵਾਲੇ ਵੀ ਲੋਕ ਆਉਣੇ ਸ਼ੁਰੂ ਹੋ ਗਏ, ਫਿਰ ਸਾਰੇ ਰਲ ਗਏ, ਮਿਕਸ ਹੋ ਗਏ। ਹੁਣ ਗੱਲ ਇੱਥੇ ਨਿਕਲ ਕੇ ਇਹ ਆਂਦੀ ਆ ਵੀ ਇਸ ਸਾਰੀ ਘਟਨਾ ਦਾ ਲਾਲ ਕਿਲੇ ਲਿਜਾਣ ਦਾ, ਲਾਲ ਕਿਲੇ ਦੇ ਉੱਤੇ ਇਕੱਠ ਕਰਨ ਦਾ ਫਾਇਦਾ ਕਿਹਨੂੰ ਹੋਇਆ ਤੇ ਨੁਕਸਾਨ ਕਿਹਨੂੰ ਹੋਇਆ, ਜੀ ਇਹ ਚੀਜ਼ ਦੇਖਣ ਵਾਲੀ ਬਣਦੀ ਜੀ। ਜੇਕਰ ਅੰਦੋਲਨ ਨੂੰ ਇਸ ਚੀਜ਼ ਦਾ ਬਹੁਤ ਵੱਡਾ ਫਾਇਦਾ ਹੋਇਆ ਤੇ ਆਪਾਂ ਦੇਖ ਰਹੇ 4 ਮਹੀਨੇ ਦੇ ਵਿੱਚ ਇਸ ਵੇਲੇ ਸਰਕਾਰ ਨਾਲ ਵਾਰਤਾ ਟੁੱਟੀ। ਥੋੜਾ ਜਿਹਾ ਗਰਾਊਂਡ ਦੇ ਬਾਰੇ ਉੱਥੇ ਗਰਾਊਂਡ ਤੇ ਇਦਾਂ ਹੋਈ ਹੈ ਜੀ, ਜਦੋਂ ਉੱਥੇ ਪਹੁੰਚ ਜਾਂਦੇ ਆ ਗਰਾਊਂਡ ਦੇ ਉੱਤੇ ਪੁਲਿਸ ਆਰਾਮ ਨਾਲ ਕੁਰਸੀਆਂ ਤੇ ਬੈਠੀ ਆ। ਉਸ ਵੇਲੇ ਕਿਉਂਕਿ 15 ਅਗਸਤ ਦਾ ਪ੍ਰੋਗਰਾਮ ਜਿਹੜਾ ਸੀਗਾ, 26 ਜਨਵਰੀ ਦਾ ਪ੍ਰੋਗਰਾਮ ਜਿਹੜਾ ਸੀਗਾ ਉਹ ਮਨਾ ਕੇ ਹਟੇ ਸੀਗੇ ਤੇ ਪੁਲਿਸ ਉੱਥੇ ਨਾਰਮਲ ਬੈਠੀ ਆ, ਚਾਹ ਪਾਣੀ ਪੀ ਰਹੀ ਆ, ਕੁਰਸੀਆਂ ਤੇ ਬੈਠੇ ਆ। ਜਦੋਂ ਲੋਕ ਆ ਰਹੇ ਸਾਡੀ ਪੁਲਿਸ ਬੈਠੀ ਜਿੱਦਾਂ ਨਾਰਮਲ ਆਮ ਬੈਠੀ ਹੁੰਦੀ ਆ, ਬੈਠੀ ਰਹਿੰਦੀ ਆ। ਆਰਾਮ ਨਾਲ ਲੋਕ ਉੱਥੇ ਗਏ ਆ ਜੀ, ਆਰਾਮ ਦੇ ਨਾਲ ਉੱਥੇ ਲੋਕ ਘੁੰਮੇ ਫਿਰੇ ਆ। ਉਹਨਾਂ ਨੂੰ ਪਤਾ ਲੱਗ ਰਿਹਾ ਵੀ ਲੋਕ ਜਮ੍ਹਾਂ ਹੋ ਰਹੇ ਆ ਤੇ ਨੈਸ਼ਨਲ ਮੀਡੀਆ ਜਿਹੜਾ ਸੀਗਾ ਜਾਂ ਮੋਦੀ ਪੱਖੀ ਮੀਡੀਆ ਸੀਗਾ ਉਹ ਉਹਨਾਂ ਨੂੰ ਦੇਖ ਰਿਹਾ ਹੈ। ਜਿੰਨਾ ਚਿਰ ਉਹ ਅੱਗੇ ਜਾ ਰਿਹਾ ਕਿਸੇ ਨੇ ਨਹੀਂ ਰੋਕਿਆ। ਨਾਰਮਲ ਵੀ ਅਸੀਂ ਲਾਲ ਕਿਲੇ ਅਸੀਂ ਵੀ ਕਈ ਵਾਰੀ ਗਏ ਆ, ਜਾਣਾ ਹੋਵੇ ਤਾਂ ਉੱਥੇ ਬੜੇ ਚੈੱਕ ਹੁੰਦੇ ਆ, ਆਪਾਂ ਨੂੰ ਟਿਕਟ ਲੈਣੀ ਪੈਂਦੀ ਆ, ਸਾਰੇ ਸਿਕਿਉਰਿਟੀ ਚੈੱਕ ਹੁੰਦੇ ਆ। ਇੱਕੋ ਹੀ ਗੇਟ ਹੈ। ਹਾਂ ਜੀ, ਇੱਕੋ ਚੈੱਕ ਹੁੰਦਾ ਆ। ਚੈੱਕ ਹੋਣ ਤੋਂ ਬਾਅਦ ਤੁਸੀਂ ਅੰਦਰ ਜਾ ਸਕਦੇ ਹੋ ਤੇ ਜਾ ਹੀ ਨਹੀਂ ਸਕਦੇ ਜੀ। ਆਵਾਗੌਣ ਦਾ ਲੋਕ ਉੱਥੇ ਫਿਰਦੇ ਰਹੇ, ਕਿਸੇ ਨੇ ਕਿਸੇ ਨੂੰ ਨਹੀਂ ਰੋਕਿਆ। ਜਿੰਨਾ ਚਿਰ ਐਨ ਪੂਰਾ ਉੱਥੇ ਜਮਾਵੜਾ ਨਹੀਂ ਹੋ ਗਿਆ, ਜਿੰਨਾ ਚਿਰ ਜਿਹੜਾ ਉਹ ਟਾਰਗੇਟ ਪ੍ਰੋਗਰਾਮ ਸੀਗਾ ਉਹ ਚਾਹੇ ਤੈਅਸ਼ੁਦਾ ਸੀ ਤੇ ਚਾਹੇ ਮੌਕੇ ਤੇ ਕਿੱਦਾਂ ਬਣਿਆ, ਜਿੰਨਾ ਚਿਰ ਉੱਥੇ ਝੰਡਾ ਚੜ੍ਹ ਨਹੀਂ ਜਾਂਦਾ, ਜਿਹੜਾ ਕੇਸਰੀ ਨਿਸ਼ਾਨ ਦਾ ਝੰਡਾ ਚੜ੍ਹ ਨਹੀਂ ਜਾਂਦਾ, ਉਹਨਾਂ ਚਿਰ ਪੁਲਿਸ ਉੱਥੇ ਬਿਲਕੁਲ ਹਰਕਤ 'ਚ ਨਹੀਂ ਆਈ। ਕੁਛ ਵੀ ਗੱਲ ਨਹੀਂ ਕੀਤੀ, ਨਾ ਕੋਈ ਫਾਇਰਿੰਗ ਕੀਤੀ, ਨਾ ਕੋਈ ਲਾਠੀ ਚਾਰਜ, ਨਾ ਕਿਸੇ ਨੂੰ ਰੋਕਿਆ ਨਾ ਵਰਜਿਆ। ਜਦੋਂ ਝੰਡਾ ਚੜ੍ਹ ਜਾਂਦਾ ਆ, ਦੀਪ ਸਿੱਧੂ ਦੀ ਵਿਜ਼ੂਅਲ ਆ ਜਾਂਦੇ ਆ ਤੇ ਉਹ ਨੌਜਵਾਨ ਉੱਪਰ ਚੜ੍ਹਦਾ ਦਿਖ ਜਾਂਦਾ, ਸਾਰਾ ਕੁਝ ਹੋ ਜਾਂਦਾ। ਚਾਹੇ ਕਿ ਉਹ ਜਿਹੜਾ ਪਿਆ ਸੀਗਾ ਪੋਲ ਜਿਹੜਾ ਸੀਗਾ ਉਹ ਵੈਸੇ ਖਾਲੀ ਪਿਆ ਸੀਗਾ, ਨਾਲ ਕਿਸਾਨੀ ਦੇ ਝੰਡੇ ਵੀ ਲੱਗੇ ਆ, ਨਾਲ ਰਾਸ਼ਟਰੀ ਝੰਡਾ ਵੀ ਲੱਗਾ ਆ ਤੇ ਨਾਲ ਜਿਹੜਾ ਇਹ ਕੇਸਰੀ ਝੰਡਾ ਵੀ ਲੱਗਾ। ਜੋੜਾ ਮਸਾਲਾ ਉਸ ਮੀਡੀਆ ਨੂੰ, ਏਜੰਸੀਆਂ ਨੂੰ ਜਾਂ ਸਰਕਾਰ ਨੂੰ ਚਾਹੀਦਾ ਸੀ, ਜਦੋਂ ਉਹਨਾਂ ਦਾ ਉਹ ਪੂਰਾ ਜਿਹੜਾ ਮਸਾਲਾ ਉਹਨਾਂ ਨੂੰ ਮਿਲ ਗਿਆ ਤੇ ਉਹਨਾਂ ਦਾ ਮਕਸਦ ਜਦੋਂ ਹੱਲ ਹੋ ਗਿਆ, ਨਾਲ ਹੀ ਫਿਰ ਡੰਡਾ ਵੀ ਚੱਲਣ ਲੱਗ ਪਿਆ ਤੇ ਨਾਲ ਹੀ ਫਿਰ ਗੋਲੀਆਂ ਵੀ ਚੱਲਣ ਲੱਗ ਗਈਆਂ ਤੇ ਨਾਲ ਹੀ ਫਿਰ ਉੱਥੇ ਜਿਹੜੀ ਆ ਮਾਰ ਦੋ ਕੁੱਟ ਵੀ ਹੋਣੀ ਸ਼ੁਰੂ ਹੋ ਗਈ। ਉੱਥੇ ਬਹੁਤ ਸਾਰੇ ਲੋਕਾਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ, ਬਹੁਤ ਮੌਕੇ ਤੇ ਵੀ ਗ੍ਰਿਫਤਾਰ ਕੀਤਾ ਗਿਆ, ਬਹੁਤ ਲੋਕ ਉੱਥੋਂ ਭੱਜੇ ਵੀ ਆ, ਦੌੜੇ ਵੀ ਆ। ਫਿਰ ਕੁਝ ਜਥੇਬੰਦੀਆਂ ਦੇ ਲੀਡਰ ਜਿਹੜੇ ਆਪਸ ਵਿੱਚ ਹੀ ਲੜ ਭਿੜ ਰਹੇ ਸੀ ਵੀ ਸਾਨੂੰ ਲਾਲ ਕਿਲੇ ਵੱਲੋਂ ਜਾਣਾ ਚਾਹੀਦਾ ਜਾਂ ਸੰਯੁਕਤ ਮੋਰਚੇ ਦੇ, ਉਹਨਾਂ ਵਿੱਚੋਂ ਕੁਝ ਲੀਡਰ ਫਿਰ ਗਏ, ਚਾਹੇ ਕੋਈ ਨਹੀਂ ਮੁੜ ਕੇ ਇਹ ਗੱਲ ਕਹਿ ਕੇ ਜਾਨ ਛਡਾ ਲਈ ਜੀ ਅਸੀਂ ਤਾਂ ਆਪਣੇ ਬੰਦਿਆਂ ਨੂੰ ਮੋੜਨ ਗਏ ਸੀਗੇ, ਕੁਝ ਲੀਡਰ ਉੱਥੇ ਗਏ ਆ। ਪਰ ਉਹ ਜਿਹੜਾ ਵਿਜ਼ੂਅਲ ਆ ਗਿਆ, ਸੋਸ਼ਲ ਮੀਡੀਆ ਉਸ ਵੇਲੇ ਤੱਕ ਚੱਲਦਾ ਸੀ, ਬੰਦ ਨਹੀਂ ਹੁੰਦਾ। ਸੋਸ਼ਲ ਮੀਡੀਆ 26 ਸ਼ਾਮ ਨੂੰ ਤਕਰੀਬਨ ਜਾ ਕੇ ਫਿਰ ਇੰਟਰਨੈਟ ਬੰਦ ਹੁੰਦਾ ਹੈ। ਉਸ ਵੇਲੇ ਜਿਹੜੇ ਹਾਲਾਤ ਉੱਥੇ ਹੋਏ ਉਹ ਬੜੇ ਭਿਆਨਕ ਸੀ ਤੇ ਨਾਲ ਹੀ ਜਦੋਂ ਨਵਰੀਤ ਦੀ ਉਹ ਵਿਜ਼ੂਅਲ ਆਉਣ ਲੱਗ ਗਿਆ ਵੀ ਉਹ ਇੱਕ ਨੌਜਵਾਨ ਦੀ ਉੱਥੇ ਡੈਥ ਹੋ ਗਈ, ITO ਦੇ ਲਾਗੇ ਟਰੈਕਟਰ ਪਲਟ ਗਿਆ ਆ ਤੇ ਉਸ ਵੇਲੇ ਤੱਕ ਦੁਨੀਆ ਨੂੰ ਜੋ ਕਿਸਾਨ ਦਿਖਾਉਣਾ ਚਾਹੁੰਦੇ ਸੀ, ਜੋ ਇਸ ਅੰਦੋਲਨ ਦੀ ਖਾਸੀਅਤ ਸੀਗੀ ਵੀ ਇੱਦਾਂ ਦਾ ਦੁਨੀਆ ਦੇ ਵਿੱਚ ਸ਼ਾਂਤਮਈ ਅੰਦੋਲਨ ਕਦੀ ਦੇਖਿਆ ਹੀ ਨਹੀਂ ਗਿਆ, ਉਹ ਜਿਹੜਾ ਉੱਥੇ ਟੈਗ ਇੱਕ ਕਿਸਾਨੀ ਦੇ ਹੱਕ ਸੀਗਾ ਨਾ, ਉਹ ਟੈਗ ਲੱਥ ਕੇ ਤੇ ਜਿਹੜਾ ਉਗਰਵਾਦ ਉਗਰਵੀ ਜਾਂ ਜਿੱਦਾਂ ਦੇ ਵੀ ਸ਼ਬਦ ਆਤੰਕਵਾਦੀ ਦੰਗਾਈ ਹਨਾ ਇੱਦਾਂ ਦੇ ਸ਼ਬਦ ਵਰ ਕੇ ਜੋ ਉਸ ਮੀਡੀਆ ਨੂੰ ਚਾਹੀਦਾ ਸੀਗਾ ਉਹ ਸਾਰਾ ਕੁਝ ਮਟੀਰੀਅਲ ਮਿਲ ਗਿਆ। ਪੁਲਿਸ ਨੇ ਨਾਲ ਹੀ ਸਖਤੀ ਸ਼ੁਰੂ ਕਰ ਦਿੱਤੀ। ਫਿਰ ਉਹ ਨਵਰੀਤ ਵਾਲੀ ਘਟਨਾ ਵਰਤ ਜਾਂਦੀ ਆ, ਨੌਜਵਾਨ ਗ੍ਰਿਫਤਾਰ ਹੋ ਜਾਂਦੇ ਆ, ਕੁਝ ਨਗਲੋਈ ਥਾਣੇ ਵਿੱਚ, ਕੁਝ ਇੱਧਰ ਕੁੰਡਲੀ ਵਾਲੇ ਪਾਸੇ, ਕੁਝ ਉੱਥੇ ITO ਚੌਂਕ ਦੇ ਨੇੜੇ ਤੇੜੇ। ਫਿਰ ਜੋ ਪੁਲਿਸ ਕਰ ਸਕਦੀ ਸੀ ਉਸ ਸ਼ਾਮ ਤੱਕ ਕੀਤਾ ਤੇ ਜਦੋਂ ਇਹ ਗੱਲ ਹੋ ਜਾਂਦੀ ਕੋਈ ਅੰਦਾਜ਼ਾ 3 ਤੋਂ 4 ਵਜੇ। ਪਰ ਕੁਲਦੀਪ ਜੀ ਤੁਸੀਂ ਮੰਨੋਗੇ ਜਿਸ ਰੂਟ ਤੇ ਐਕਚੁਅਲੀ ਪ੍ਰਬੰਧ ਸੀਗਾ ਸਿੰਘੂ ਬਾਰਡਰ ਵਾਲਾ, ਉਹ 70 ਕਿਲੋਮੀਟਰ ਦੇ ਨੇੜੇ ਤੇ 33 ਕਿਲੋਮੀਟਰ ਆਬਾਦੀ ਦਿੱਲੀ ਦੀ ਸੀ ਉਹਦੇ ਵਿੱਚ। ਇੰਨੇ ਕੁ ਵਧੀਆ ਪ੍ਰਬੰਧ ਸੀ, ਫੁਆਰੇ ਲੱਗੇ ਹੋਏ, ਫੁੱਲਾਂ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ, ਕੋਲਡ ਡਰਿੰਕ, ਪੀਜੇ, ਲੰਗਰਾਂ ਦੇ ਪ੍ਰਬੰਧ, ਫਰੂਟ ਦੇ ਪ੍ਰਬੰਧ। 30 ਕਿਲੋਮੀਟਰ ਤੱਕ ਕੋਈ ਚੌਂਕ ਇਦਾਂ ਦਾ ਨਹੀਂ ਜਿੱਥੇ ਸਵਾਗਤੀ ਗੇਟ ਨਹੀਂ ਸੀ ਬਣੇ। ਅਸੀਂ ਖੁਦ ਹੀ ਆਪਣੀ ਅੱਖੀ, ਕਿਉਂਕਿ ਸਭ ਜੋ ਰਸ਼ ਪੈ ਗਿਆ, ਜਾਮ ਲੱਗ ਗਿਆ, ਲੋਕ ਉਧਰੋਂ ਪਹੁੰਚ ਕੇ ਮੁੜਨੇ ਸ਼ੁਰੂ ਹੋ ਗਏ, ਜਾਮ ਲੱਗ ਗਿਆ, ਪਤਾ ਲੱਗੇ ਨਾ ਤੇ ਅਸੀਂ ਨਿਕਲਣ ਦੀ ਕੋਸ਼ਿਸ਼ ਕੀਤੀ। ਅਸੀਂ ਉਸ ਰੂਟ ਪੈ ਗਏ, ਉਹ ਰੂਟ ਫਿਰ ਅਸੀਂ ਆਣ ਕੇ ਵਾਪਸ ਨਿਕਲੇ, ਆਣ ਕੇ KMP ਦੇ, ਕਿਉਂਕਿ ਰੂਟ ਤੇ ਦਿੱਲੀ ਅੰਦਰ ਐਂਟਰੀ ਹੈ ਨਹੀਂ ਸੀਗੀ। ਪਰ ਉੱਤੇ ਜਿੰਨੇ ਪ੍ਰਬੰਧ ਸੀ ਵਾਕਿਆ ਹੀ ਵਿਲੱਖਣ ਦੁਨੀਆ ਦੀ ਇਹ ਜਿਹੜੀ ਪਰੇਡ ਹੋਣੀ ਸੀ, ਟਰੈਕਟਰ ਪਰੇਡ, ਜਿੱਦਾਂ ਕਿਸਾਨ ਜਥੇਬੰਦੀਆਂ ਨੇ ਸੋਚੀ ਸੀ ਜੇ ਸਹੀ ਢੰਗ ਨਾਲ ਚਲੇ ਜਾਂਦੀ। ਕਿਉਂਕਿ 22 ਜਨਵਰੀ ਨੂੰ ਜਦੋਂ ਸਰਕਾਰ ਨਾਲ ਗੱਲਬਾਤ ਬੰਦ ਹੁੰਦੀ ਆ ਤੇ ਹੁਣ ਰਾਜੇਵਾਲਾ ਸਾਹਿਬ ਵੀ ਦੱਸ ਰਹੇ ਸੀ ਸਪੀਚਾਂ ਵਿੱਚ ਵੀ ਤੋਮਰ ਨੇ ਤਾਂ ਇੱਕ ਗੱਲ ਕਹੀ ਸੀ ਵੀ ਠੀਕ ਹੈ ਜੀ ਤੁਸੀਂ ਆਪਣਾ ਪ੍ਰਬੰਧ ਕਰੋ, ਅਸੀਂ ਆਪਣਾ ਕਰਦੇ ਹਾਂ। ਤੇ ਇਹਨਾਂ ਨੂੰ ਫਿਰ ਪਤਾ ਲੱਗਾ ਵੀ ਸਰਕਾਰਾਂ ਦੇ ਪ੍ਰਬੰਧ ਕਿੱਦਾਂ ਹੁੰਦੇ ਆ ਤੇ ਕਿੱਦਾਂ ਤੁਹਾਨੂੰ ਨਹੀਂ ਲਾਈਨ ਤੋਂ ਤੈਨੂੰ ਮੁੱਦੇ ਤੋਂ ਭਟਕਾਤਾ। ਤਾਂ 4 ਮਹੀਨੇ ਹੋ ਗਏ ਅੰਦੋਲਨ, ਮਤਲਬ ਉਦਣ ਦਾ ਪੈਰੋਂ ਉਖੜਿਆ, ਮੁੜ ਕੇ ਦੁਬਾਰਾ ਪੈਰੀ ਨਹੀਂ ਆਇਆ। ਅਮਰਤ ਜੀ ਲਾਲ ਕਿਲੇ ਦੀ ਗੱਲ ਕਰਦੇ ਹਾਂ ਜੀ, ਸੈਂਟਰ ਆਫ ਪਾਵਰ, ਬਿਲਕੁਲ ਬਹੁਤ ਲੰਬਾ ਸਮਾਂ ਧੁਰਾ ਜਿਹੜਾ ਬਹੁਤ ਲੰਬੇ ਸਮੇਂ ਤੋਂ ਇਤਿਹਾਸ ਤੋਂ ਰਿਹਾ ਜੀ, ਪਰ ਜਿਉਂ ਭਾਰਤ ਆਜ਼ਾਦ ਹੋਇਆ ਇੰਨੀ ਕੋ ਮਹਾਨਤਾ ਤੇ ਉਹਦੀ ਰਹਿ ਗਈ
ਕਿ ਜਿਹੜਾ ਸੀ ਉੱਥੋਂ ਲਾਲ ਕਿਲ੍ਹੇ ਦੀ ਫਸੀਲ ਤੋਂ ਜਿਹੜਾ ਸੀ 15 ਅਗਸਤ ਨੂੰ ਸਾਡੇ ਪ੍ਰਧਾਨ ਮੰਤਰੀ ਭਾਸ਼ਣ ਦਿੰਦੇ ਨੇ ਜੀ ਤੇ ਉਹ ਵੀ ਬੜੀ ਵੱਡੀ ਗੱਲ ਮੰਨੀ ਜਾਂਦੀ ਹੈ। 10 ਵਾਰੀ ਮਨਮੋਹਨ ਸਿੰਘ ਨੇ ਵੀ ਦਿੱਤਾ। ਉਹ ਜਿਹੜੀ ਗੱਲ ਸੀ ਉਸ ਤੋਂ ਇਲਾਵਾ ਲਾਲ ਕਿਲ੍ਹੇ ਦੀ ਹੁਣ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਕਿ ਕਿਲ੍ਹਾ ਤੇ ਇੱਕ ਫੋਰਟੀਫਿਕੇਸ਼ਨ ਹੁੰਦੀ ਹੈ ਕਿ ਉੱਚੀ ਉੱਚੀਆਂ ਕੰਧਾਂ ਕੱਢ ਕੇ ਰਾਜੇ ਆਪਣੀ ਸੁਰੱਖਿਆ ਲਈ ਜਿੱਥੇ ਉਹ ਰਿਹਾਇਸ਼ ਉਹਨਾਂ ਦੀ ਹੁੰਦੀ ਹੈ ਬੇਸਿਕਲੀ ਉਹਨਾਂ ਨੇ ਪ੍ਰੋਟੈਕਟ ਕਰਨਾ ਹੁੰਦਾ, ਆਲੇ ਦੁਆਲੇ ਡੂੰਘੀਆਂ ਖਾਈਆਂ ਉੱਚੀਆਂ ਕੰਧਾਂ ਹਰ ਲਿਹਾਜ਼ ਨਾਲ ਜਿਹੜਾ ਉਸ ਨੂੰ ਇਸ ਤਰ੍ਹਾਂ ਕਿਲ੍ਹੇਬੰਦੀ ਉਸ ਦੀ ਕੀਤੀ ਜਾਂਦੀ ਹੈ ਤੇ ਕਿਲ੍ਹਾ ਸੀ ਲਾਲ ਕਿਲ੍ਹਾ। ਪਰ ਇਸ ਤਰ੍ਹਾਂ ਹੁਣ ਉਸ ਦੇ ਬਾਰੇ ਉਹ ਲਾਲ ਕਿਲ੍ਹੇ ਤੇ ਝੰਡਾ ਜਿਹੜਾ ਸੀ ਜਿਵੇਂ ਦੱਸਿਆ ਕਿ ਪੋਲ ਉਹ ਖਾਲੀ ਸੀ, ਤਿਰੰਗਾ ਵੀ ਲਾ ਦਿੱਤਾ ਗਿਆ, ਨਾਲ ਕਿਸਾਨੀ ਦਾ ਵੀ ਇੱਕ ਨਿਸ਼ਾਨ ਸਾਹਿਬ ਦੀ ਝੰਡੀ ਜਾਂ ਝੰਡਾ ਪਤਾ ਨਹੀਂ ਉਹ ਜਾਣਦੇ ਨੇ ਲਾਉਣ ਵਾਲੇ ਕਿ ਅਸਲ ਵਿੱਚ ਉਹ ਕੀ ਕੇਸਰੀ ਝੰਡਾ ਉਹਨਾਂ ਨੇ ਚਲਾ ਦਿੱਤਾ। ਇਸ ਨਾਲ ਕਿਸ ਤਰ੍ਹਾਂ ਦੀ ਜਿਹੜੀ ਲੋਕਤੰਤਰਿਕ ਪ੍ਰਕਿਰਿਆਵਾਂ ਨੂੰ ਜਾਂ ਸੱਟ ਵੱਜੀ ਆ ਇਹ ਵੀ ਦੇਖਿਆ ਗਿਆ ਵੀ ਕਈ ਕਿਸਾਨ ਉੱਥੇ ਇਹ ਭਾਰਤ ਦੇ ਝੰਡੇ ਵੀ ਚੁੱਕੀ ਫਿਰਦੇ ਸਨ, ਉੱਥੇ ਮੌਕੇ ਤੇ ਵੀ ਚੁੱਕੀ ਫਿਰਦੇ ਸਨ ਜੀ ਬਿਲਕੁਲ। ਇਹ ਵਾਕਿਆ ਹੀ ਲੋਕ ਇਹਨਾਂ ਦੀ ਮਨਸ਼ਾ ਜਿਹੜੀ ਸੀ ਤੁਹਾਨੂੰ ਲੱਗਦਾ ਹੈ ਕਿਤੇ ਵੀ ਇਹਨਾਂ ਲੋਕਾਂ ਦੀ ਮਨਸ਼ਾ ਜਿਹੜੀ ਸੀ ਲਾਲ ਕਿਲ੍ਹੇ ਨੂੰ ਜਾਂ ਭਾਰਤੀ ਸੰਵਿਧਾਨ ਨੂੰ ਜਾਂ ਲੋਕਤੰਤਰ ਨੂੰ ਢਾਹ ਲਾਉਣ ਦੀ ਸੀ? ਜੇ ਤਾਂ ਅਸੀਂ ਗੱਲ ਕਰਦੇ ਹਾਂ ਸਿਰਫ ਝੰਡੇ ਦੀ ਜੀ ਤੇ ਉਹ ਸਿਰਫ ਇੱਕ ਆਪਣਾ ਇੱਕ ਦਿਖਾਉਣ ਲਈ ਚੀਜ਼ ਆ ਕਿ ਸਾਡਾ ਜਿਹੜਾ ਨਿਸ਼ਾਨ ਕਿੱਥੇ ਆ ਜੀ। ਕਿਸੇ ਜ਼ਮਾਨੇ ਦੇ ਵਿੱਚ ਝੰਡੇ ਸਿਰਫ ਇਸ ਕਰਕੇ ਲਾਏ ਰਹਿ ਜਾਂਦੇ ਸੀ ਕਿ ਪਤਾ ਲੱਗ ਜਾਂਦਾ ਸੀਗਾ ਕਿ ਲੋਕਾਂ ਦਾ ਜਮਾਵੜਾ ਕਿੱਥੇ ਆ ਜਾਂ ਕੋਈ ਧਾਰਮਿਕ ਸੰਸਥਾਨ ਕਿੱਥੇ ਆ ਜਾਂ ਫਿਰ ਉਹ ਕਿਲੇ ਦੀ ਜਿਹੜੀ ਜਗ੍ਹਾ ਆ ਜਾਂ ਜਿਹਦਾ ਲੱਗ ਜਾਂਦਾ ਸੀ ਰਾਜ ਉਹਦਾ ਰਾਜ ਹੋਵੇ ਜੀ। ਪਰ ਜਿਹੜੀ ਤੁਸੀਂ ਗੱਲ ਕੀਤੀ ਆ ਲੋਕਤੰਤਰੀ ਪ੍ਰਕਿਰਿਆਵਾਂ ਦੇ ਵਿੱਚ ਜਾਂ ਲੋਕ ਸੰਵਿਧਾਨ ਦਾ ਕੋਈ ਉਹਦੇ ਨਾਲ ਨੁਕਸਾਨ ਹੁੰਦਾ ਤਾਂ ਫਿਰ ਹਿੰਦੁਸਤਾਨ 'ਚ ਪਤਾ ਨਹੀਂ ਕਿੰਨੇ ਕੁ ਝੰਡੇ ਲੱਗੇ ਹੋਏ ਨੇ ਤੇ ਕਿੱਥੇ ਲੱਗੇ ਹੋਏ ਨੇ ਜੀ। ਜੇ ਤੇ ਜਦੋਂ ਤੁਸੀਂ ਸੰਵਿਧਾਨ ਦੀ ਗੱਲ ਕਰਦੇ ਆ ਤੇ ਨੈਸ਼ਨਲ ਜਿਹੜਾ ਸਾਡਾ ਫਲੈਗ ਆ ਉਹਨੂੰ ਜੇ ਤਾਂ ਕਿਸੇ ਨੇ ਉਹਦਾ ਕੋਈ ਨੁਕਸਾਨ ਕੀਤਾ ਹੋਵੇ ਜਾਂ ਉਹਨੂੰ ਹਟਾਇਆ ਹੋਵੇ ਜਾਂ ਉਸ ਤੋਂ ਉੱਚਾ ਝੰਡਾ ਲਹਿਰਾਇਆ ਹੋਵੇ ਫਿਰ ਉਹਦਾ ਨੁਕਸਾਨ ਹੈ ਜੀ। ਨਹੀਂ ਤਾਂ ਇਹ ਗੱਲ ਸਿਰਫ ਔਰ ਸਿਰਫ ਸਰਕਾਰਾਂ ਨੇ ਉਸ ਗੱਲ ਨੂੰ ਸਮਝ ਲਿਆ ਇਸ ਗੱਲ ਨਾਲ ਤੇ ਲੋਕਾਂ ਦੇ ਖਾਨੇ 'ਚ ਪਾਤਾ ਕਿ ਇਹ ਤੇ ਉਪਦਰਵੀ ਨੇ ਜੀ। ਦੂਸਰੀ ਗੱਲ ਇੱਕ ਗੱਲ ਬਿਲਕੁਲ ਸਪਸ਼ਟ ਆ ਕਿ ਉਸ ਇੱਕ ਹੋਰ ਝੰਡੇ ਲਾਉਣ ਦੇ ਨਾਲ ਕੁਝ ਨੁਕਸਾਨ ਨਹੀਂ ਹੋਇਆ, ਨਾ ਤੇ ਮੁਲਕ ਦਾ ਕੋਈ ਨੁਕਸਾਨ ਹੋਇਆ ਨਾ ਹੀ ਉਹਦੇ ਨਾਲ ਕੋਈ ਸੰਵਿਧਾਨ ਦਾ ਨੁਕਸਾਨ ਹੋਇਆ। ਜੇ ਉਸ ਝੰਡੇ ਨੂੰ ਲਾਉਣ ਦਾ ਨੁਕਸਾਨ ਹੋਇਆ ਤਾਂ ਫਿਰ ਲਾਉਣ ਹੀ ਕਿਉਂ ਦਿੱਤਾ ਗਿਆ ਜੀ? ਲਾਲ ਕਿਲ੍ਹੇ ਦੀ ਇੱਕ ਆਪਣੀ ਸੁਰੱਖਿਆ ਹੈ, ਇੱਕ ਸਿਕਿਉਰਿਟੀ ਜਦੋਂ ਤੁਸੀਂ ਦੱਸਦੇ ਆ ਵੀ ਟਿਕਟ ਵੀ ਲੱਗਦੀ ਹੈ ਤੇ ਚੈੱਕ ਵੀ ਕੀਤਾ ਜਾਂਦਾ। ਇੱਕ ਛੋਟਾ ਜਿਹਾ ਗੇਟ ਹੈ, ਇੱਕ ਛੋਟਾ ਜਿਹਾ ਗੇਟ ਆ। ਸਾਡੇ ਦਰਸ਼ਕ ਬਹੁਤ ਹੈ ਜਿੰਨੇ ਵੀ ਭਾਵੇਂ ਉਹ ਵਿਦੇਸ਼ੀ ਵੀ ਨੇ NRI ਵੀ ਨੇ ਉਹ ਆਉਂਦੇ ਨੇ ਦੇਖਿਆ ਹੋਇਆ। ਅਸੀਂ ਦਿੱਲੀ ਕਿੰਨੀ ਵਾਰ ਵੀ ਜਾਂਦੇ ਆ ਤੇ ਜਦੋਂ ਕਿਤੇ ਮੌਕਾ ਮਿਲਦਾ ਦੇਖ ਆਉਂਦੇ ਆ। ਸੋਹਣੀ ਜਗ੍ਹਾ ਹੈ ਜੀ। ਕਿਲ੍ਹਾ ਕਿਸੇ ਜ਼ਮਾਨੇ ਦੇ ਵਿੱਚ ਕਿਲ੍ਹੇਬੰਦੀ ਦੀ ਲੋੜ ਹੁੰਦੀ ਸੀ ਜੀ, ਰਾਜਸ਼ਾਹੀ ਫੈਮਲੀਆਂ ਨੂੰ ਜਾਂ ਉਹਨਾਂ ਦੇ ਸਲਾਹਕਾਰਾਂ ਨੂੰ ਜਾਂ ਉਹਨਾਂ ਦੇ ਅਹਿਲਕਾਰਾਂ ਨੂੰ ਤੇ ਉਹਨਾਂ ਦੇ ਰਿਹਾਇਸ਼ ਦੇ ਪ੍ਰਬੰਧ ਸੀ ਉੱਥੇ ਜੀ। ਹੁਣ ਤੇ ਉਸ ਚੀਜ਼ ਦੀ ਲੋੜ ਨਹੀਂ ਰਹੀ, ਹੁਣ ਤੇ ਮਹਿਲ ਹੋਰ ਤਰੀਕੇ ਦੇ ਬਣਨ ਲੱਗ ਗਏ, ਸਿਕਿਉਰਿਟੀ ਹੋਰ ਤਰੀਕੇ ਦੀ ਆ। ਬਿਲਕੁਲ ਉਹ ਨੈਸ਼ਨਲ ਆਈਕਨ ਆ ਪਰ ਉੱਥੇ ਕਿਸੇ ਝੰਡੇ ਨੂੰ ਝੁਲਾ ਦੇਣ ਦੇ ਨਾਲ ਦੇਸ਼ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ ਜੀ। ਪਰ ਇਹ ਇੱਕ ਗੱਲ ਬਿਲਗਾ ਜੀ ਨਾਲ ਬਿਲਕੁਲ ਸਹਿਮਤ ਆ ਕਿ ਉਹ ਸੋਚੀ ਸਮਝੀ ਸਾਜ਼ਿਸ਼ ਸੀ, ਉਹਦੇ ਅਧੀਨ ਲੋਕ ਉੱਥੇ ਤੱਕ ਪਹੁੰਚਾਏ ਗਏ। ਨਹੀਂ ਤੇ ਪੰਜਾਬ ਦੇ ਜਿੰਨੇ ਲੋਕ ਟਰੈਕਟਰਾਂ ਟਰਾਲੀਆਂ 'ਚ ਗਏ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਲਾਲ ਕਿਲ੍ਹਾ ਕਿੱਥੇ ਹੈ ਜੀ। ਤੁਸੀਂ ਭਾਵੇਂ 20 ਵਾਰ ਜਾਏ ਹੋਵੋਗੇ, ਤੁਹਾਡੀ ਜਿਓਗ੍ਰਾਫੀ ਬਹੁਤ ਸਟਰੋਂਗ ਹੋਏਗੀ ਤੇ ਜੇ ਸਾਡੇ ਵਰਗੇ ਹਾਲੇ ਵੀ ਜਾਂਦੇ ਆ ਤਾਂ GPS ਟਰੈਕਰ ਲਾ ਕੇ ਹੀ ਦੇਖਦੇ ਆ ਜੀ। ਨਹੀਂ ਪਤਾ ਲੱਗਦਾ ਇੱਥੋਂ ਜਾ ਕੇ ਮੁਕਰਬਾ ਚੌਂਕ ਤੋਂ ਕਿ ਦਿੱਲੀ ਤੱਕ ਅਸੀਂ ਕਿੱਦਾਂ ਪਹੁੰਚਣਾ ਹੈ ਜਾਂ ਲਾਲ ਕਿਲ੍ਹਾ ਕਿੱਥੇ ਹੈ ਜੀ। ਤੇ GPS ਬੰਦ ਕਰ ਦਿੱਤੇ ਉੱਥੇ ਸਾਰੇ, ਇੰਟਰਨੈਟ ਬੰਦ ਕਰ ਦਿੱਤਾ ਗਿਆ। ਇਹ ਇੱਕ ਸੌਖਾ ਤਰੀਕਾ ਲੱਭ ਲਿਆ ਸਰਕਾਰਾਂ ਨੇ ਜਦੋਂ ਕਿਸੇ ਗੱਲ ਨੂੰ ਫੈਲਣ ਤੋਂ ਰੋਕਣਾ ਹੋਵੇ ਤੇ ਉਹ ਇੰਟਰਨੈਟ ਨੂੰ ਬੰਦ ਕਰਦੇ ਨੇ, ਜਦ ਕਿ ਇਹ ਨਹੀਂ ਸਮਝਦੇ ਕਿ ਉਹਦੇ ਨਾਲ ਉਹਨਾਂ ਦੇ ਆਪਣੇ ਪ੍ਰਚਾਰ ਦੇ ਸਾਧਨ ਵੀ, ਆਪਣੇ ਪ੍ਰਸਾਰ ਦੇ ਸਾਧਨ ਵੀ, ਆਪਣੇ ਕਮਿਊਨੀਕੇਸ਼ਨ ਦੇ ਸਾਧਨ ਵੀ ਜਿਹੜੇ ਆ ਉਹ ਖਰਾਬ ਹੁੰਦੇ ਨੇ ਜੀ। ਸੋ ਕਿਸਾਨ ਅੰਦੋਲਨ ਨੂੰ ਇਸ ਤਰੀਕੇ ਨਾਲ ਸਮਝਣਾ ਪਊਗਾ ਕੁਲਦੀਪ ਜੀ ਕਿ ਇਹ ਸਰਕਾਰ ਨਾਲ ਲੜਾਈ ਨਹੀਂ ਹੈ। ਜੇ ਉੱਥੇ ਇੱਕ ਵੱਖਰੀ ਪਰੇਡ ਹੋ ਵੀ ਜਾਂਦੀ ਸੀ, ਜੇ ਉਹ ਪਰੇਡ ਲਾਲ ਕਿਲ੍ਹੇ ਚੋਂ ਗੁਜ਼ਰ ਕੇ ਵੀ ਚੱਲ ਜਾਂਦੀ ਸੀ, ਜਿੱਦਾਂ ਤੁਸੀਂ ਪਿਛਲੇ ਐਪੀਸੋਡ 'ਚ ਦੱਸਿਆ ਸੀ ਕਿ 26 ਜਨਵਰੀ ਨੂੰ ਜਿਹੜਾ ਪ੍ਰੋਗਰਾਮ ਹੈ ਉਹ ਕਿਸੇ ਹੋਰ ਜਗ੍ਹਾ ਤੇ ਹੁੰਦਾ ਤੇ 15 ਅਗਸਤ ਨੂੰ ਪ੍ਰੋਗਰਾਮ ਕਿਤੇ ਹੋਰ ਜਗ੍ਹਾ ਤੇ ਹੁੰਦਾ ਜੀ। ਤੇ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਕੋਈ ਗਹਿਮਾ ਗਹਿਮੀ ਨਹੀਂ ਹੁੰਦੀ। ਜੇ ਕੁਝ 100-200 ਟਰੈਕਟਰ ਟਰਾਲੀਆਂ ਉਧਰ ਦੀ ਵੀ ਘੁੰਮ ਕੇ ਚੱਲ ਜਾਂਦੀਆਂ ਤਾਂ ਦਿੱਲੀ ਦਾ ਉਹਨੇ ਕੰਡਾ ਨਹੀਂ ਸੀ ਲਾ ਲੈਣਾ ਬਿਲਕੁਲ। ਪਰ ਗੱਲ ਇਹ ਆ ਕਿ ਉਹ ਸਿਰਫ ਔਰ ਸਿਰਫ ਸਰਕਾਰ ਇੰਨੇ ਲੰਬੇ ਸਮੇਂ ਤੋਂ ਇਸ ਤਾਕਤ ਸੀ ਕਿ ਇਸ ਅੰਦੋਲਨ ਨੂੰ ਸਾਬੋਤਾਜ ਕਿੱਦਾਂ ਕੀਤਾ ਜਾਵੇ, ਇਸ ਅੰਦੋਲਨ ਦੀ ਬੱਖੀ ਕਿਹੜੇ ਪਾਸਿਓਂ ਭੰਨੀ ਜਾਵੇ, ਇਸ ਅੰਦੋਲਨ 'ਚੋਂ ਲੋਕਾਂ ਨੂੰ ਕਿਵੇਂ ਤੋੜਿਆ ਜਾਵੇ। ਇਹ ਗੱਲ ਬਿਲਕੁਲ ਦਰੁਸਤ ਆ। ਜਾਂਚ ਅੱਜ ਹੋ ਜਾਏ, ਕੱਲ ਹੋ ਜਾਏ, ਚਾਹੇ ਨਾ ਹੋਵੇ, ਜਿਹੜਾ ਸੱਚ ਆ ਉਹ ਕਾਨੂੰਨ ਦੀਆਂ ਅੱਖਾਂ ਤੇ ਪੱਟੀ ਬੰਨ੍ਹਦੇ ਉਹ ਤਾਂ ਵੀ ਸਾਰਿਆਂ ਨੂੰ ਸਮਝ ਆਉਂਦਾ ਤੇ ਦਿਖਦਾ ਵੀ ਆ ਕਿ ਹੈ ਕੀ ਜੀ। ਕੁਝ ਲੋਕ ਗੁੰਮਰਾਹ ਕੀਤੇ ਗਏ, ਉਹ ਧਰਮ ਦੇ ਨਾਂ ਤੇ ਗੁੰਮਰਾਹ ਹੋ ਗਏ, ਚਾਹੇ ਉਹ ਸਰਕਾਰ ਦੀਆਂ ਨੀਤੀਆਂ 'ਚ ਆ ਗਏ, ਚਾਹੇ ਉਹਨਾਂ ਨੂੰ ਟਿਕਟਾਂ ਦੇ ਲਾਲਚ ਦਿੱਤੇ ਗਏ। ਉਹ ਆਉਣ ਵਾਲੇ ਸਮੇਂ ਦਾ ਪਤਾ ਲੱਗੇਗਾ ਕਿ ਇਹ ਜਿਹੜੇ ਸਿੱਧੂ ਨੇ ਜਾਂ ਲੱਖੇ ਨੇ ਇਹ ਕਿੱਧਰ ਜਾਂਦੇ ਨੇ, ਕਿਹੜੀ ਗੋਦੀ 'ਚ ਬੈਠਦੇ ਨੇ, ਕਿਹੜੇ ਇਹਨਾਂ ਤੇ ਪਰਚੇ ਹੁੰਦੇ ਨੇ, ਕੌਣ ਗ੍ਰਿਫਤਾਰ ਹੁੰਦਾ ਹੈ। ਤੁਸੀਂ ਬੀਤੇ ਸਮੇਂ ਦੇ ਜਦੋਂ ਪੰਜਾਬ ਦੇ 50 ਸਾਲ ਦੇ 60 ਸਾਲ ਦੇ ਇਤਿਹਾਸ ਨੂੰ ਦੇਖੋ ਤੇ ਬਹੁਤ ਵਾਰ ਇਦਾਂ ਦੇ ਪਰਚੇ ਕਰਕੇ ਚੀਚੀਆਂ ਨੂੰ ਖੂਨ ਲਾ ਕੇ ਬਹੁਤ ਸ਼ਹੀਦ ਕੀਤੇ ਨੇ ਜੀ 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 ਜੀ। ਸੋ ਇਸ ਅੰਦੋਲਨ ਦੇ ਵਿੱਚ ਇਹ ਜਿਹੜੀ ਗੱਲ ਸੀ, ਸਰਕਾਰ ਇਸ ਅੰਦੋਲਨ ਦੀ ਥੋੜੀ ਜਿਹੀ ਭੰਨਤੋੜ ਕਰਨ ਦੇ ਵਿੱਚ ਕਾਮਯਾਬ ਜ਼ਰੂਰ ਹੋਈ। ਉਹਨਾਂ ਨੂੰ 26 ਤਰੀਕ ਸ਼ਾਮ ਤੱਕ ਇਹ ਲੱਗਦਾ ਸੀ ਕਿ ਅਸੀਂ ਇਸ ਅੰਦੋਲਨ ਨੂੰ ਖਿਲਾਰ ਦਿੱਤਾ ਹੈ
ਜੀ। ਕਿਉਂਕਿ ਨੈਸ਼ਨਲ ਮੀਡੀਆ ਉਸ ਤਰੀਕੇ ਨਾਲ ਸਾਰੇ ਹੀ ਚੈਨਲ ਜਿਹੜੇ ਉਹ ਭਰ ਗਏ ਸੀ ਜੀ। ਕਿ ਦੰਗਈਆਂ ਨੇ ਲਾਲ ਕਿਲੇ ਤੇ ਕਬਜ਼ਾ ਕਰ ਲਿਆ, ਉੱਥੇ ਗੋਲੀਆਂ ਚੱਲ ਗਈਆਂ, ਉੱਥੇ ਇਦਾਂ ਹੋ ਗਿਆ, ਆਈਟੀਓ ਦਾ ਨੁਕਸਾਨ ਹੋ ਗਿਆ, ਅੱਗਾਂ ਲੱਗ ਗਈਆਂ, ਪਤਾ ਨਹੀਂ ਕੀ ਕੀ ਸਾਨੂੰ ਸੁਣਨ ਨੂੰ ਮਿਲਦਾ ਸੀ। ਜੀ। ਪਰ ਅਸਲ ਦੇ ਵਿੱਚ ਫਿਰ ਉਸ ਤੋਂ ਅਗਲੇ ਦਿਨ ਜਦੋਂ ਇਹ ਅੰਦੋਲਨ ਨੂੰ ਫਿਰ ਦੁਬਾਰਾ ਸੰਭਾਲ ਲਿਆ ਇਹਨਾਂ ਗੱਲਾਂ ਜਿਹੜੇ ਜਥੇਬੰਦੀਆਂ ਸੀ, ਉਹ ਫਿਰ ਅਸੀਂ ਅਗਲੀ ਕਹਾਣੀ 'ਚ ਗੱਲ ਕਰਾਂਗੇ। ਠੀਕ ਹੈ ਜੀ, ਇੱਕ ਬ੍ਰੇਕ ਦਾ ਸਮਾਂ ਹੋ ਗਿਆ ਜੀ, ਤੇ ਬ੍ਰੇਕ ਤੋਂ ਬਾਅਦ ਮਿਲਦੇ ਆ ਤੇ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਫੇਰ ਕਰਦੇ ਹਾਂ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਗੱਲਬਾਤ ਕਿਸਾਨੀ ਅੰਦੋਲਨ ਦੀ ਜਾਰੀ ਰੱਖਾਂਗੇ। ਸਰਕਾਰ ਨੂੰ ਕਿੰਨਾ ਕੁ ਹੱਦ ਤੱਕ ਝੁਕਾਉਣਾ ਸੀ ਤੇ ਕਿਵੇਂ ਕਿਸਾਨਾਂ ਨੂੰ ਵੀ ਜਿਹੜਾ ਸੀ ਉਹ ਫਿਰ ਸਪਸ਼ਟੀਕਰਨ ਦੇਣੇ ਪੈ ਗਏ ਆਪਣੀ ਸਟੇਜ ਤੋਂ, ਜਿੱਥੋਂ ਕਿ ਸਰਕਾਰ ਨੂੰ ਲਗਾਤਾਰ ਭੰਡਿਆ ਜਾ ਰਿਹਾ ਸੀ, ਕੋਸਿਆ ਜਾ ਰਿਹਾ ਸੀ ਤੇ ਸਰਕਾਰ ਦੀ ਨਿਖੇਧੀ ਕੀਤੀ ਜਾ ਰਹੀ ਸੀ। ਕੁਝ ਲੋਕ ਉਹ ਵੀ ਬੋਲਣ ਲੱਗ ਪਏ ਜੋ ਚੁੱਪ ਸਨ ਜਾਂ ਸਰਕਾਰ ਦਾ ਪੱਖ ਪੂਰਦੇ ਸਨ ਅੰਦਰ ਖਾਤੇ, ਉਹ ਫਿਰ ਖੁੱਲ੍ਹ ਕੇ ਕਿਸਾਨਾਂ ਦੇ ਵਿਰੋਧ ਵਿੱਚ ਬੋਲਣ ਲੱਗੇ। ਬਿਰਗਾ ਸਾਹਿਬ, ਜਦੋਂ 26 ਜਨਵਰੀ ਦੀ ਘਟਨਾ ਲਾਲ ਕਿਲੇ ਵਾਲੀ ਹੋ ਜਾਂਦੀ ਹੈ ਜੀ, ਤੇ ਫਿਰ ਉਸ ਤੋਂ ਬਾਅਦ ਜਦੋਂ ਸ਼ਾਮ ਪੈ ਜਾਂਦੀ ਹੈ, ਕਿਉਂਕਿ ਸਿਆਲ ਦੇ ਦਿਨ ਨੇ ਜੀ, ਤੇ ਫਿਰ ਕਿਸਾਨ ਮੋਰਚਿਆਂ ਨੂੰ ਪਰਤੇ ਨੇ, ਕਿਸ ਤਰ੍ਹਾਂ ਪਰਤੇ ਨੇ, ਕੀ ਰਾਹ ਆਉਂਦਾ ਸੀ ਸਾਰਿਆਂ ਨੂੰ ਜਾਂ ਕਿਵੇਂ ਹੋਈ ਹੈ, ਇਹ ਦੱਸੋ ਥੋੜਾ ਜਿਹਾ। ਉਹ ਫਿਰ ਕੁਲਦੀਪ ਜੀ ਗੱਲ ਇਸ ਤਰ੍ਹਾਂ ਹੋਈ ਵੀ ਇੱਕ ਤਾਂ ਜਿੰਨਾ ਚਿਰ ਤਾਂ ਉੱਥੇ ਕੋਈ ਪੁਲਿਸ ਦੀ ਕੋਈ ਸਖਤੀ ਨਹੀਂ ਹੋਈ, ਉਹਨਾਂ ਚਿਰ ਤਾਂ ਉੱਥੇ ਸਾਰੀ ਮੌਜ ਮੇਲਾ ਮਸਤੀ ਚੱਲਦੀ ਰਹੀ। ਕੋਈ ਕਿਤੇ ਫੋਟੋ ਖਿਚਾ ਰਿਹਾ, ਕੋਈ ਕਿਤੇ ਫੋਟੋ ਖਿਚਾ ਰਿਹਾ। ਜਦੋਂ ਪੁਲਿਸ ਦੀ ਸਖਤੀ ਹੋ ਜਾਂਦੀ ਆ, ਗੋਲੀਬਾਰੀ ਹੋ ਜਾਂਦੀ ਆ ਜਾਂ ਝੜਪ ਹੋ ਜਾਂਦੀ ਆ, ਪਿੱਛੋਂ ਵੀ ਫੋਨ ਜਥੇਬੰਦੀਆਂ ਦੇ ਜਾਣ ਲੱਗ ਪਏ ਵੀ ਤੁਸੀਂ ਵਾਪਸ ਆ ਜਾਓ, ਵੀ ਆ ਝੰਡੇ ਵਾਲੀ ਜਿਹੜੀ ਗੱਲ ਹੋ ਗਈ ਆ, ਜਾਂ ਫਿਰ ਉਹ ਆਈਟੀਓ ਵਾਲਾ ਜਾਂ ਚੌਂਕ ਦੇ ਵਿੱਚ ਨਵਰੀਤ ਵਾਲੀ ਗੱਲ ਹੋ ਗਈ ਆ। ਤੇ ਫਿਰ ਜਿੱਦਾਂ ਜਿਹਨੂੰ ਕਿੱਥੋਂ ਰਾਹ ਲੱਭਾ ਤੇ ਉਹਨੇ ਫਿਰ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ। ਤਕਰੀਬਨ ਸ਼ਾਮ ਤੱਕ ਫਿਰ ਪੁਲਿਸ ਦਾ ਵੀ ਖਬਰਾਂ ਆਉਣ ਲੱਗ ਗਈਆਂ ਵੀ ਅਸੀਂ ਖਾਲੀ ਕਰਾ ਰਹੇ, ਖਾਲੀ ਕਰਾ ਰਹੇ। ਕੁਛ ਉੱਥੇ ਨੌਜਵਾਨ ਗ੍ਰਿਫਤਾਰ ਵੀ ਹੋਏ। ਆਪਾਂ ਜਿੱਦਾਂ ਸ਼ਰਮਾ ਜੀ ਦੀ ਗੱਲ ਕਰਦੇ ਹਾਂ ਕਿ ਉਸ ਵੇਲੇ ਤੱਕ ਜਿਹੜਾ ਮੀਡੀਆ ਪਿਛਲੇ 2 ਮਹੀਨੇ ਤੋਂ 6 ਮਹੀਨੇ ਤੋਂ ਗੁੰਗਾ ਹੋਇਆ ਬੈਠਾ ਸੀਗਾ, ਉਹਨੂੰ ਉਹ ਮਟੀਰੀਅਲ ਜੋ ਚਾਹੀਦਾ ਸੀ ਜਾਂ ਉਹ ਜੋ ਸਾਬਤ ਕਰਨਾ ਚਾਹੁੰਦੇ ਸੀ ਵੀ ਇਹ ਕਿਸਾਨ ਨਹੀਂ ਹੈਗੇ, ਇਹ ਤਾਂ ਆਤੰਕਵਾਦੀ ਆ ਜਾਂ ਇਹ ਤਾਂ ਲੋਕਾਂ ਨੂੰ ਖਰਾਬ ਕਰ ਰਹੇ ਆ, ਇਹ ਦਿੱਲੀ ਦੇ ਲੋਕਾਂ ਦੇ ਵਿੱਚ ਆਣ ਕੇ ਲੋਕਾਂ ਦੀ ਜੀਵਨ ਪ੍ਰਭਾਵਿਤ ਕਰਨਗੇ, ਉਹ ਸਾਰੀਆਂ ਗੱਲਾਂ ਉਹਨਾਂ ਦੀਆਂ ਸੱਚੀਆਂ ਹੋ ਗਈਆਂ। ਕੁਲਦੀਪ ਜੀ, ਗੱਲ ਇੱਥੇ ਨਿਕਲ ਕੇ ਇਹ ਬਣਦੀ ਆ ਵੀ ਉਸ ਲਾਲ ਕਿਲੇ ਦੀ ਘਟਨਾ ਦਾ ਕਿਹਨੂੰ ਨੁਕਸਾਨ ਹੋਇਆ ਤੇ ਕਿਹਨੂੰ ਫਾਇਦਾ ਹੋਇਆ। ਕਿਉਂਕਿ ਉੱਥੇ ਆਣ ਕੇ ਆਪਾਂ ਨੇ ਹੁਣ ਇੱਕ ਗੱਲ ਵਿਚਾਰਨਯੋਗ ਬਣਦੀ ਆ ਵੀ ਕੁਝ ਲੋਕ ਜਿਹੜੇ ਸ਼ੁਰੂਆਤੀ ਦੌਰ ਤੋਂ ਹੀ ਜਦੋਂ ਅੰਦੋਲਨ ਹਜੇ ਪੰਜਾਬ 'ਚ ਸੀਗਾ, ਕੁਝ ਲੋਕਾਂ ਦੀ ਸੋਚ ਇਹ ਸੀ ਵੀ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਨਹੀਂ, ਅਸੀਂ ਧਰਮ ਦੇ ਮੁੱਦੇ ਹੱਲ ਕਰਨੇ ਆ। ਅੱਛਾ ਜੀ। ਉਹ ਜਿਹੜੀ ਸੋਚ ਸੀਗੀ ਉਹ ਫਿਰ ਉੱਥੇ ਜਾ ਕੇ ਜਦੋਂ ਝੰਡਾ ਚੜਿਆ ਉੱਥੇ ਉਹ ਫਲੈਸ਼ ਹੁੰਦੀ ਆ। ਇਹ ਚੀਜ਼ ਅਸੀਂ ਮੁਨਕਰ ਨਹੀਂ ਹੋ ਸਕਦੇ, ਬਿਲਕੁਲ ਨਹੀਂ ਹੋ ਸਕਦਾ, ਕਿਉਂਕਿ ਇਹ ਅੰਦੋਲਨ ਤੁਰਿਆ ਸੀ ਇੱਕ ਕਿਸਾਨੀ ਦਾ ਮੁੱਢ ਬਣ ਕੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ। ਜੇਕਰ ਅਸੀਂ ਧਰਮ ਦੀ ਲੜਾਈ ਲੜਨੀ ਆ, ਉਹ ਸਟੇਜਾਂ ਤੋਂ ਵੀ ਐਲਾਨ ਹੋਇਆ ਹੈ ਤੇ ਉਹ ਹਮੇਸ਼ਾ ਅੱਗੇ ਵੀ ਚੱਲਦੀ ਰਹੀ, ਸਰਕਾਰਾਂ ਨਾਲ ਗਾਂਹ ਵੀ ਚੱਲਦੀ ਰਹਿਣੀ, ਸਾਰੀ ਰਹਿੰਦੀ ਦੁਨੀਆ ਤੱਕ ਇਹ ਆਪਣੇ ਧਰਮ ਦੇ ਮੁੱਦੇ ਚੱਲਦੇ ਰਹਿਣੇ ਚਾਹੀਦੇ। ਪਰ ਇੱਕ ਨਿਰੋਲ ਕਿਸਾਨੀ ਅੰਦੋਲਨ ਨੂੰ ਜਦੋਂ ਤੁਸੀਂ ਕੋਈ ਧਰਮ ਦਾ ਮੁੱਦੇ ਦੇ ਵਿੱਚ ਦੀ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹਦਾ ਅੰਜਾਮ ਤਾਂ ਫਿਰ ਇਦਾਂ ਦਾ ਹੋਊਗਾ। ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਇਹ ਐਲਾਨ ਹੋ ਚੁੱਕਾ ਸੀ ਕੋਈ ਜਿਹੜਾ ਉੱਥੇ ਝੰਡਾ ਚਲਾਊਗਾ ਲਾਲ ਕਿਲੇ ਤੇ। ਬਿਲਕੁਲ, ਉਹ ਜਿਹੜਾ ਹੈਗਾ ਗੁਰਪਤਵੰਤ ਪੰਨੂ, ਉਹਦੀਆਂ ਜਿਹੜੀਆਂ ਸਟੇਟਮੈਂਟ ਸੀਗੀਆਂ, ਹੁਣ ਉਦੋਂ ਬਾਅਦ 4 ਮਹੀਨੇ ਹੋ ਗਏ, ਕਦੀ ਸੁਣਿਆ ਉਹਦਾ ਨਾਂ ਸੁਣਿਆ ਕਦੀ? ਉਹ ਜਿਹੜੀਆਂ ਬਾਹਰਲੀਆਂ ਸਟੇਟਮੈਂਟਾਂ ਸੀ ਜਾਂ ਜਿਹੜੇ ਬਾਹਰ ਲੋਕ ਬੈਠੇ ਸੀਗੇ, ਕਿਉਂਕਿ ਪੁੱਤ ਤਾਂ ਇੱਥੇ ਭਾਰਤ ਦੇ, ਪੁੱਤ ਪੰਜਾਬ ਦੇ, ਪੁੱਤ ਹਰਿਆਣੇ ਦੇ ਮਰਨੇ ਸੀਗੇ। ਉੱਥੇ ਹਾਲਾਤ ਸਰਕਾਰ ਨੇ ਜਾਂ ਏਜੰਸੀਆਂ ਨੇ ਇੱਦਾਂ ਦੇ ਸ਼ਾਮ ਤੱਕ ਪੈਦਾ ਕਰ ਦਿੱਤੇ ਸੀ ਵੀ ਜਿੱਦਾਂ ਦੇ 84 ਵਿੱਚ ਹਾਲਾਤ ਹੋਏ ਸੀ, ਉੱਦਾਂ ਦਾ ਜਿਹੜਾ ਮੀਡੀਆ ਨੇ ਕਰਤਾ ਵੀ ਤਿਰੰਗੇ ਦੀ ਬੇਇੱਜ਼ਤੀ ਹੋ ਗਈ ਜੀ, ਦੇਸ਼ ਦੀ ਬੇਇੱਜ਼ਤੀ ਹੋ ਗਈ, ਤਿਰੰਗੇ ਦਾ ਅਪਮਾਨ ਹੋ ਗਿਆ। ਮਤਲਬ ਨੈਸ਼ਨਲ ਐਂਟੀ ਨੈਸ਼ਨਲ ਇੱਕ ਇੱਦਾਂ ਦੀਆਂ ਦੀਵਾਰਾਂ ਖੜੀਆਂ ਕਰ ਦਿੱਤੀਆਂ। ਲੋਕ ਉੱਥੋਂ ਆਪਣੀ ਕਿੱਦਾਂ ਜਾਨ ਬਚਾ ਕੇ ਭੱਜੇ ਆ, ਕਿੱਦਾਂ ਵਾਪਸ ਮੋਰਚਿਆਂ ਤੇ ਆਏ ਆ, ਉਹ ਅਸੀਂ ਸਭ ਕੁਝ ਅੱਖੀਂ ਦੇਖਿਆ। ਔਰ ਸਭ ਨੂੰ ਵੱਡੀ ਨਿਰਾਸ਼ਾ ਜਿਹੜੀ ਦੇਖੀ ਗਈ ਆ, ਉਦਣ ਪਲਟਨਸ਼ਾਹੀ ਹੋਈ ਸੀ। ਜਿਹੜੇ ਸੰਯੁਕਤ ਮੋਰਚੇ ਦੇ ਲੀਡਰ ਸੀ, ਉਹਨਾਂ ਨੂੰ ਖੁਦ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰਨਾ ਕੀ ਚਾਹੁੰਦੇ ਸੀ, ਸਾਡੇ ਤੋਂ ਮਤਲਬ ਸਾਡੇ ਲੋਕਾਂ ਨੇ ਕਰ ਕੀ ਦਿੱਤਾ। ਨਾ ਤਾਂ ਉਹਨਾਂ ਨੂੰ ਬਿਲਕੁਲ ਸ਼ੁਰੂਆਤੀ ਦੌਰ 'ਚ ਇਹ ਪਤਾ ਲੱਗਦਾ ਸੀ ਵੀ ਅਸੀਂ ਇਹਨਾਂ ਦਾ ਸਮਰਥਨ ਕਰ ਦਈਏ ਕਿ ਜਾਂ ਹੁਣ ਅਸੀਂ ਇਹਨਾਂ ਦਾ ਵਿਰੋਧ ਕਰੀਏ। 26 ਤਰੀਕ ਰਾਤ ਨੂੰ ਜਦੋਂ ਹਰਿਆਣਾ ਜਥੇਬੰਦੀਆਂ ਨੇ ਜਾਂ ਹਰਿਆਣੇ ਦੇ ਲੋਕਾਂ ਨੇ ਜਦੋਂ ਫਿਰ ਸੰਯੁਕਤ ਮੋਰਚੇ ਦੇ ਲੀਡਰਾਂ ਨੂੰ ਬਿਠਾਲ ਕੇ ਉੱਥੇ ਪਰਿਆ ਦੇ ਵਿੱਚ, ਸਾਡੇ ਕੋਲ ਸੋਰਸ ਹੈ ਇਸ ਗੱਲ ਦੇ, ਇਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਉਹੀ ਗੱਲ ਕਰ ਦਿੱਤੀ ਜਿਹੜੀ ਤੁਸੀਂ ਕਰਨੀ ਚਾਹੁੰਦੇ ਸੀਗੇ। ਤੁਸੀਂ ਲਿਆਣ ਕੇ ਵਿੱਚ ਖਾਲਿਸਤਾਨ ਦੀ, ਵਿੱਚ ਝੰਡੇ ਦੀ, ਵਿੱਚ ਧਰਮ ਦੀ ਗੱਲ ਵਾੜ ਦਿੱਤੀ। ਇਹ ਕਿਸਾਨੀ ਅੰਦੋਲਨ ਸੀਗਾ ਵੀ ਤੁਸੀਂ ਸਪਸ਼ਟ ਕਰੋ ਵੀ ਤੁਸੀਂ ਇਹਨਾਂ ਦੇ ਨਾਲ ਆ ਕਿ ਜਾਂ ਤੁਸੀਂ ਇਹਨਾਂ ਦੇ ਖਿਲਾਫ ਆ। ਇਹ ਸੰਯੁਕਤ ਮੋਰਚੇ ਦੇ ਲੀਡਰਾਂ ਦੀਆਂ ਹਰਿਆਣੇ ਦੇ ਲੋਕਾਂ ਨੇ ਗੱਲ ਰੱਖੀ। ਔਰ ਉਸ ਵੇਲੇ ਤੱਕ ਇਹ 2-2.5 ਘੰਟੇ ਦਾ ਜਿਹੜਾ ਜੱਦੋ-ਜਹਿਦ ਚੱਲੀ ਆ ਤੇ ਜਥੇਬੰਦੀਆਂ ਨੂੰ ਇਹ ਗੱਲ ਮੰਨਣੀ ਪਈ ਵੀ ਜਿਹੜੇ ਉੱਥੇ ਗਏ ਆ ਉਹ ਸਾਡੇ ਨਹੀਂ ਸੀਗੇ, ਜਾਂ ਮਤਲਬ ਅਸੀਂ ਉਹਨਾਂ ਦੇ ਹੱਕ 'ਚ ਨਹੀਂ ਹੈਗੇ, ਭਾਵੇਂ ਉਹ ਸਾਡੇ ਸੀ ਜਾਂ ਨਹੀਂ ਸੀ, ਅਸੀਂ ਇਹਦੇ ਹੱਕ 'ਚ ਨਹੀਂ ਹੈਗੇ। ਇਹ ਚੀਜ਼ ਫਿਰ 27 ਤਰੀਕ ਨੂੰ ਉੱਥੋਂ ਸਟੇਜ ਤੋਂ ਕਲੀਅਰ ਕਰਨੀ ਪਈ। ਸ਼ਰਤ ਉੱਥੇ ਰੱਖੀ ਗਈ ਸੀ, ਜਾਂ ਤੁਸੀਂ ਇਹਨਾਂ ਦੇ ਨਾਲ ਸਾਬਤ ਕਰੋ ਵੀ ਅਸੀਂ ਇਹਨਾਂ ਦੇ ਨਾਲ ਆ ਲਾਲ ਕਿਲੇ ਤੇ ਗਿਆ, ਤੇ ਜਾਂ ਇਹਨਾਂ ਤੋਂ ਵੱਖਰੇ ਆ। ਜੇ ਤੁਸੀਂ ਵੱਖਰੇ ਅੰਦੋਲਨ ਅਸੀਂ ਖੜੇ ਕਰਾਂਗੇ, ਹਰਿਆਣੇ ਵਾਲੇ ਦੇ ਕਹਿਣ
ਪਲਾਨ ਸੀਗਾ। ਜੀ। ਜਥੇਬੰਦੀਆਂ ਨੂੰ ਇਹ ਗੱਲ ਕਲੀਅਰ ਕਰਨੀ ਪਈ ਔਰ ਇਹ ਗੱਲ ਕਲੀਅਰ ਹੋਣ ਤੋਂ ਬਾਅਦ ਕੁਲਦੀਪ ਜੀ ਅਸੀਂ ਖੁਦ ਰਾਜੇਵਾਲ ਸਾਹਿਬ ਨੇ ਖੁਦ ਕਲੀਅਰ ਕੀਤੀ। ਉਸ ਤੋਂ ਬਾਅਦ ਹਰਿਆਣੇ ਵਾਲਿਆਂ ਨੇ ਜ਼ਿੰਮੇਵਾਰੀ ਸਮਝੀ, ਕਿਉਂਕਿ ਭੱਜ-ਦੌੜ ਤਾਂ ਮੱਚ ਗਈ ਸੀਗੀ ਜੀ। ਜਿਸ ਤਰ੍ਹਾਂ 18-20 ਦਿਨ ਫਿਰ ਹਰਿਆਣੇ ਦੀਆਂ ਬੀਬੀਆਂ ਟਰਾਲੀਆਂ ਭਰ ਕੇ ਅੰਦੋਲਨ ਦੇ ਵਿੱਚ ਦੀ ਡੇਲੀ ਗੇੜਾ ਕੱਢਣੀਆਂ, ਕਿਉਂਕਿ ਅੰਦੋਲਨ ਤਾਂ ਖਿੱਲਰ ਚੁੱਕਾ ਸੀਗਾ। 27 ਨੂੰ ਤਾਂ ਫਿਰ ਜਿੱਦਾਂ ਇਦਾਂ ਲੱਗਦਾ ਸੀ ਉੱਥੇ ਵੀ ਜਿੱਦਾਂ ਇੱਥੇ ਕੱਲ ਕੁਝ ਹੋਇਆ ਹੀ ਨਹੀਂ ਸੀਗਾ ਜੀ। 26 ਤਰੀਕ ਸ਼ਾਮ ਦਾ ਜਿਹੜਾ ਦ੍ਰਿਸ਼ ਸੀਗਾ ਉਹ ਅਸੀਂ ਆਣ ਕੇ ਕਵਰ ਵੀ ਕੀਤਾ, ਲਾਈਵ ਵੀ ਕੀਤਾ। ਉਹ 'ਚ ਸਾਨੂੰ ਦਰਸ਼ਕਾਂ ਨੇ ਕਈਆਂ ਨੇ ਬਹੁਤ ਮਾੜਾ ਭਜਾ ਬੋਲਿਆ, ਪਰ ਜੋ ਉੱਥੇ ਲੋਕਾਂ ਦੇ ਸੈਂਟੀਮੈਂਟ ਸੀਗੇ, ਲੱਖਾਂ ਟਰੈਕਟਰ ਗਏ ਸੀ, 20-25% ਟਰੈਕਟਰ ਹੀ ਗਾਂ ਨਿਕਲ ਸਕੇ। ਐਡਾ ਵੱਡਾ ਜਾਮ, ਅਨਪਲਾਨਡ ਪ੍ਰੋਗਰਾਮ ਹੋ ਗਿਆ, ਰੂਟ ਤੈਅ ਜਿਹੜਾ ਸੀਗਾ ਉਹ ਤਹਿਸ-ਨਹਿਸ ਹੋ ਗਿਆ। 11 ਕੁ ਵਜੇ ਉੱਧਰੋਂ 12 ਵਜੇ ਖਬਰਾਂ ਆਉਣ ਲੱਗ ਗਈਆਂ ਗੋਲੀਬਾਰੀ ਦੀਆਂ ਤੇ ਆ ਸਾਰੀ ਝੰਡੇ ਵਾਲੀ ਕਰਨ ਦੀਆਂ। ਜਿਹੜੇ ਲੋਕਾਂ ਨੂੰ ਕੋਈ ਮਤਲਬ ਹੀ ਨਹੀਂ ਸੀ ਉਸ ਝੰਡੇ ਨਾਲ, ਉਸ ਲਾਲ ਕਿਲੇ ਦੀ ਘਟਨਾ ਨਾਲ ਜਾਂ ਰਿੰਗ ਰੋਡ ਨਾਲ, ਉਹ ਤਾਂ ਜਥੇਬੰਦੀਆਂ ਦੇ ਸੱਦੇ ਤੇ ਆਏ ਸੀਗੇ ਜੀ। ਉਹ ਲੋਕ ਇੰਨੇ ਨਿਰਾਸ਼ ਹੋਏ ਕਿ ਉਹਨਾਂ ਦੇ ਟਰੈਕਟਰ ਖੜੇ ਰਹਿ ਗਏ। 22 ਤਰੀਕ ਦੇ ਬੰਦੇ ਲੋਕ ਪਹੁੰਚੇ, 26 ਤਰੀਕ ਨੂੰ ਚੱਲਣਾ ਸੀਗਾ। 22 ਤਰੀਕ ਦੇ ਲੋਕ ਪਹਿਲਾਂ ਹੀ ਉੱਥੇ ਪਹੁੰਚ ਗਏ ਵੀ ਕਿਤੇ ਸਰਕਾਰ ਦੁਆਰਾ ਫੇਰ ਨਾ ਕਿਤੇ ਰਾਹ 'ਚ ਰੋਕ ਨਾ ਦੇਵੇ। ਉਹ ਜਿਹੜੇ ਲੋਕਾਂ ਦੇ ਚਾਅ ਸੀਗੇ ਵੀ ਅਸੀਂ ਨੈਸ਼ਨਲ ਜਿਹੜਾ ਸਾਡਾ ਡੇ ਹੈਗਾ ਆ ਤੇ ਉਹਦੇ ਵਿੱਚ ਅਸੀਂ ਟਰੈਕਟਰ ਮਾਰਚ ਲੈਣਾ, ਸਾਡਾ ਟਰੈਕਟਰ ਪਹਿਲੀ ਵਾਰੀ ਦਿੱਲੀ ਜਾ ਰਿਹਾ, ਲੋਕਾਂ ਨੇ ਵਧੀਆ ਹਾਲ ਪੰਜਾਲੀਆਂ ਗੱਡੇ ਟਰਾਲੀਆਂ ਤੇ ਲੱਦ ਕੇ ਇਦਾਂ ਦੀਆਂ ਝਾਕੀਆਂ ਬਣਾਈਆਂ ਸੀਗੀਆਂ। ਬੰਦਾ ਦੇਖਦਾ ਆ ਵੀ ਵਾਕਿਆ ਹੀ ਮਤਲਬ ਲੋਕਾਂ ਨੇ ਰੂਹ ਦੇ ਨਾਲ ਉਸ ਪਰੇਡ ਦੇ ਵਿੱਚ ਹਿੱਸਾ ਲੈਣਾ ਸੀਗਾ। ਜੀ ਅਮਰਤ ਜੀ, ਜਿਵੇਂ ਬਰਗਾ ਸਾਹਿਬ ਨੇ ਦੱਸਿਆ ਕਿ ਅਗਲੇ ਦਿਨ ਸਵੇਰ ਨੂੰ ਫਿਰ ਕਿਸਾਨ ਜਥੇਬੰਦੀਆਂ ਨੂੰ ਕਲੀਅਰ ਕਰਨਾ ਪਿਆ ਜੀ। ਤੇ ਸੰਯੁਕਤ ਕਿਸਾਨ ਮੋਰਚੇ ਦੇ ਸਭ ਤੋਂ ਵੱਡੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਖੁਦ ਸਟੇਜ ਤੋਂ ਖੜੇ ਹੋ ਕੇ ਤੇ ਹੋਰਨਾਂ ਆਗੂਆਂ ਨੇ ਨਾਂ ਲੈ ਕੇ ਬੰਦੇ ਨੇ ਕਿਹਾ ਕਿ ਗਲਤ ਅਨਸਰ ਸੀ ਸਾਡੇ ਵਿੱਚ ਬੜੇ ਹੋਏ ਜਿਨ੍ਹਾਂ ਨੇ ਸਾਬੋਟਾਜ ਕੀਤਾ ਸਾਰਾ ਕੁਝ। ਬਿਲਕੁਲ। ਜਿਵੇਂ ਇਹਨਾਂ ਨੇ ਦੱਸਿਆ ਕਿ ਹਰਿਆਣੇ ਵਾਲਿਆਂ ਨੇ ਮੰਗ ਕੀਤੀ ਕਿ ਤੁਸੀਂ ਦੱਸੋ ਹੁਣ ਭਾਈ ਵੀ ਤੁਸੀਂ ਕਿਹਦੇ ਨਾਲ ਹੋ, ਤੁਸੀਂ ਇਹਨਾਂ ਗੱਲਾਂ ਦੀ ਵਿਰੋਧਤਾ ਕਰਦੇ ਹੋ, ਇਹਨਾਂ ਨੂੰ ਭੰਡਦੇ ਹੋ ਜਾਂ ਇਹਨਾਂ ਦਾ ਖੰਡਨ ਕਰਦੇ ਹੋ ਤੇ ਜਾਂ ਇਹਨਾਂ ਦੇ ਨਾਲ ਹੋ, ਕਿਸੇ ਇੱਕ ਪਾਸੇ ਸਟੈਂਡ ਲਓ। ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ 1 ਮਹੀਨਾ ਹੋਰ ਆਪਣੇ ਆਪ ਨੂੰ ਰਿਵਾਈਂਡ ਕਰ ਲਓ, 1 ਮਹੀਨਾ ਜਾਂ ਜ਼ਿਆਦਾ, ਜਦੋਂ ਬਲਬੀਰ ਸਿੰਘ ਰਾਜੇਵਾਲ ਨੇ ਸਟੇਜ ਤੋਂ ਖੜੇ ਹੋ ਕੇ ਇਹੋ ਗੱਲਾਂ ਕੀਤੀਆਂ ਸੀ ਬਿਲਕੁਲ ਕਿ ਭਾਈ ਸਾਹਿਬ ਆ ਜਿਹੜੇ ਤੁਸੀਂ ਮੋਬਾਈਲ ਦੇ ਟਾਵਰਾਂ ਤੇ ਤਾਂ ਬਿਜਲੀ ਦੇ ਖੰਭਿਆਂ ਤੇ ਜਿਹੜੇ ਝੰਡੇ ਤੁਸੀਂ ਲਾ ਦਿੱਤੇ ਨੇ ਜਾਂ ਧਾਰਮਿਕ ਰੰਗਤ ਇਸ ਨੂੰ ਦੇ ਰਹੇ ਹੋ, ਇਹ ਨਾ ਦਿਓ, ਨੁਕਸਾਨ ਦਊਗੀ। ਤੇ ਇਹ ਉਸ ਗੱਲ ਦਾ ਉਹ ਦੁਬਾਰਾ ਉਹਨਾਂ ਨੂੰ ਕਿਉਂ ਰਿਪੀਟ ਕਰਨੀ ਪਈ? ਇਹ ਸੁਣੀ ਨਹੀਂ ਗਈ ਗੱਲ ਉਹਨਾਂ ਦੀ ਜਾਂ ਕੀ ਹੋਇਆ? ਦੇਖੋ, ਇਹਨੂੰ ਤੁਸੀਂ ਕਹਿ ਸਕਦੇ ਆ ਜੋਸ਼ ਤੇ ਹੋਸ਼ ਦਾ ਫਰਕ ਜੀ। ਨੌਜਵਾਨ ਹੋਰ ਤਰੀਕੇ ਨਾਲ ਦੇਖਦੇ ਆ ਕਿਉਂਕਿ ਉਹਨਾਂ ਦਾ ਤਜਰਬਾ ਜਿਹੜਾ ਆ ਉਹਨਾਂ ਨਹੀਂ ਹੈਗਾ। ਆਪਾਂ ਅਕਸਰ ਕਹਿੰਦੇ ਆ ਕਿ ਜਵਾਨੀ ਜਿਹੜੀ ਆ ਮੋਢਿਆਂ ਤੋਂ ਥੁੱਕਦੀ ਆ, ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਹਮਣੇ ਵਾਲੇ ਦੀਆਂ ਬਾਹਾਂ 'ਚ ਵੀ ਉਨਾ ਹੀ ਜ਼ੋਰ ਹੈ ਜੀ। ਮੈਂ ਫਿਰ ਆਪਣੀ ਗੱਲ ਹੁਣੇ ਵਾਲੀ ਦੁਬਾਰਾ ਦੁਹਰਾਉਣ ਲੱਗਾ ਕਿ ਸਰਕਾਰ ਦੇ ਨਾਲ ਆਮ ਲੋਕਾਂ ਦੀ ਇਹ ਲੜਾਈ ਨਹੀਂ ਸੀ, ਇਹ ਸਿਰਫ ਵਿਰੋਧ ਦਰਸਾਉਣ ਦਾ ਤਰੀਕਾ ਹੈ। ਇਹਨੂੰ ਜੰਗ ਨਹੀਂ ਕਹਿ ਸਕਦੇ, ਇਹ ਸਿਰਫ ਇੱਕ ਵਿਰੋਧ ਸੀ। ਕਿਸਾਨ ਜਥੇਬੰਦੀਆਂ ਸ਼ਾਂਤਮਈ ਅੰਦੋਲਨ ਜੀ। ਅੰਦੋਲਨਾਂ 'ਚੋਂ ਬਣਿਆ ਹੋਇਆ ਮੁਲਕ ਆ ਹੈ। ਜਦੋਂ ਮਹਾਤਮਾ ਗਾਂਧੀ ਇਸ ਦੇਸ਼ ਦੇ ਵਿੱਚ ਅੰਦੋਲਨਾਂ ਦਾ ਮੁੱਢ ਬੰਨ੍ਹਦੇ ਆ, ਜਦੋਂ ਲੋਕਾਂ ਨੂੰ ਇਕੱਠੇ ਕਰਦੇ ਆ, ਤੁਰ ਕੇ ਦਾਂਡੀ ਨੂੰ ਜਾਂਦੇ ਆ, ਨਮਕ ਅੰਦੋਲਨ ਕਰਦੇ ਆ, ਨਾ ਮਿਲਵਰਤਨ ਦੀ ਲਹਿਰ ਚਲਾਉਂਦੇ ਆ, ਭਾਰਤ ਛੱਡੋ ਦਾ ਨਾਰਾ ਦਿੰਦੇ ਆ, ਤੇ ਉਹ ਅੰਗਰੇਜ਼ਾਂ ਦੇ ਨਾਲ ਲੜਦੇ ਨਹੀਂ ਆ। ਉਹਨਾਂ ਦੇ ਲਾਠੀਆਂ ਵੀ ਪੈਂਦੀਆਂ, ਉਹਨਾਂ ਤੇ ਪਰਚੇ ਵੀ ਹੁੰਦੇ ਆ। ਬਹੁਤ ਉਦੋਂ ਵੀ ਗਰਮ ਦਲ ਦੇ ਲੋਕ ਸੀਗੇ, ਉਦੋਂ ਉਹ ਵੀ ਗੱਲ ਕਹਿੰਦੇ ਸੀਗੇ ਕਿ ਬੰਬ ਚਲਾਉਣੇ ਚਾਹੀਦੇ ਆ, ਗੋਲੀਆਂ ਚਲਾਉਣੀਆਂ ਚਾਹੀਦੀਆਂ, ਅੰਗਰੇਜ਼ਾਂ ਨਾਲ ਸਾਨੂੰ ਲੜਨਾ ਚਾਹੀਦਾ। ਪਰ ਦੇਖੋ, ਮੌਕੇ ਦੀ ਸਰਕਾਰ ਦੇ ਨਾਲ ਲੜਿਆ ਨਹੀਂ ਜਾ ਸਕਦਾ। ਮੈਂ ਸਮਝਦਾ ਉਹ ਵਿਦੇਸ਼ੀ ਲੋਕ ਸਨ, ਸਾਡੇ ਦੇਸ਼ ਤੇ ਕਾਬਜ ਹੋ ਕੇ ਬੈਠੇ ਸਨ, ਉਹਨਾਂ ਨਾਲ ਇਹ ਗੱਲ ਕ੍ਰਾਂਤੀਕਾਰੀਆਂ ਦੀ ਕਰਨੀ ਵਾਜਬ ਹੋ ਸਕਦੀ ਹੈ ਆਪਣੇ ਤੌਰ ਤੇ, ਉਹਨਾਂ ਨੂੰ ਅੱਜ ਅਸੀਂ ਕੌਮੀ ਸ਼ਹੀਦਾਂ ਦਾ ਦਰਜਾ ਦਿੰਦੇ ਹਾਂ। ਬਿਲਕੁਲ। ਪਰ ਜਦੋਂ ਅਸੀਂ ਇਸ ਮੌਕੇ ਦੀ ਗੱਲ ਕਰਦੇ, ਗੱਲ ਤੇ ਕਿਸਾਨ ਦੇ ਜਿਹੜੇ ਕਾਲੇ ਕਾਨੂੰਨ ਸੀ, ਗੱਲ ਤੇ ਉਹਨਾਂ ਦੀ ਸੀ। ਬਿਲਕੁਲ, ਮੂਲ ਗੱਲ ਤਾਂ ਇਹੋ ਹੀ ਸੀ, ਮੁੱਢ ਤਾਂ ਇੱਥੋਂ ਵੱਜਾ ਨਾ। ਬਿਲਕੁਲ। ਤੇ ਜਾਂ ਕੁਲਦੀਪਾ ਜੀ, ਆਪਾਂ ਇਸ ਗੱਲ ਨੂੰ ਇਹ ਵੀ ਮੰਨ ਲਈਏ ਵੀ ਸਰਕਾਰ ਜਿਹੜਾ ਅੰਦੋਲਨ ਸ਼ਾਂਤਮਈ ਵਾਲੇ ਲਫ਼ਜ਼ ਤੋਂ ਦੁਨੀਆ ਭਰ ਵਿੱਚ ਕਿਰਕਰੀ ਆਪਣੀ ਕਰਾ ਰਹੀ ਸੀਗੀ, ਬਿਲਕੁਲ ਉਹ ਜੋ ਚਾਹੁੰਦੀ ਸੀਗੀ ਵੀ ਇਹਨੂੰ ਕਿੱਦਾਂ ਹੁਣ ਓਵਰ ਕਰਾਉਣਾ ਹੈ। ਕਿਉਂਕਿ ਜਿੰਨੇ ਵੀ ਅੰਦੋਲਨ ਆਪਾਂ ਇਤਿਹਾਸ ਵੀ ਦੇਖੀਏ, ਜਿੰਨਾ ਚਿਰ ਸ਼ਾਂਤਮਈ ਅੰਦੋਲਨ ਕਦੀ ਮਤਲਬ ਮਰਦਾ ਨਹੀਂ ਹੈਗਾ। ਜਦੋਂ ਓਵਰ ਅੰਦੋਲਨ ਹੋਊਗਾ ਤਾਂ ਸਟੇਟ ਜਿੱਤੂਗੀ। ਦੇਖੋ ਉਹਦੇ ਕੋਲ ਸਾਧਨ ਬਹੁਤ ਨੇ, ਮਤਲਬ ਜੋ ਸਰਕਾਰ ਚਾਹੁੰਦੀ ਸੀ ਕਰਾਉਣਾ ਉਹ ਅਸੀਂ ਕਰ ਦਿੱਤਾ। ਹੁਣ ਮੰਨ ਕੇ ਚੱਲੀਏ ਵੀ ਜਿਹਨੇ ਕੀਤਾ ਆ ਉਹਨੇ ਚਾਹੇ ਅਣਜਾਣੇ 'ਚ ਕੀਤਾ, ਚਾਹੇ ਜਾਣ ਕੇ ਕੀਤਾ, ਤੇ ਵੱਡੇ ਪੱਧਰ ਤੇ ਫਾਇਦਾ ਤਾਂ ਉਸ ਗੱਲ ਦਾ ਸਰਕਾਰ ਨੂੰ ਹੋਇਆ। ਕਿਉਂਕਿ ਤੁਸੀਂ 22 ਜਨਵਰੀ ਤੱਕ ਦੀ ਘਟਨਾ ਦੇਖਦੇ ਆ, ਕਿਸਾਨਾਂ ਨੇ ਸਰਕਾਰ ਦੇ ਰਗ ਦੇ ਵਿੱਚ ਸਾਹ ਰੋਕਿਆ ਹੋਇਆ ਸੀਗਾ। ਸਰਕਾਰ ਬੁਲਾ ਰਹੀ ਸੀ, ਸਰਕਾਰ ਨੂੰ ਸਾਹ ਹੀ ਉਦੋਂ ਆਇਆ ਜਦੋਂ ਝੰਡੇ ਵਾਲੀ ਇਹ ਗੱਲ ਹੋ ਗਈ ਜੀ। ਪਰ ਮੈਂ ਇਹਨੂੰ ਇਦਾਂ ਥੋੜਾ ਜਿਹਾ ਸਮਝਦਾ ਬਿਲਗਾ ਸਾਹਿਬ, ਵੀ ਸਰਕਾਰ ਦੇ ਸਾਹ ਸੌਖੇ ਜ਼ਰੂਰ ਹੋਏ, ਪਰ ਉਹ 1-2 ਦਿਨ ਲਈ ਹੋਏ ਜੀ। ਕਿਉਂਕਿ ਸੱਚ ਹੀ ਰਹਿੰਦਾ, ਸੱਚ ਹੀ ਰਹਿੰਦਾ। ਜੇ ਉੱਥੇ ਕੁਝ ਬੰਦੇ ਪਹੁੰਚ ਵੀ ਗਏ, ਮੈਂ ਉਹਦੀ ਪ੍ਰੋੜਤਾ ਨਹੀਂ ਕਰਦਾ ਕਿ ਜੇ ਲਾਲ ਕਿਲ੍ਹੇ ਤੇ ਪਹੁੰਚੇ ਤਾਂ ਚੰਗੀ ਗੱਲ ਆ, ਜੇ ਉੱਥੇ ਉਹਨਾਂ ਨੇ ਕੁਝ ਪੱਧਰ ਕੀਤਾ ਤੇ ਚੰਗੀ ਗੱਲ ਆ, ਇਹ ਬਿਲਕੁਲ ਮਾੜੀ ਗੱਲ ਆ ਜੀ। ਪਰ ਜੋ ਅੰਦੋਲਨ ਦਾ ਮੂਲ ਸੀ ਉਹ ਮੂਲ ਸਾਬਤ ਰਿਹਾ। ਉਹਨੂੰ ਇੱਕ ਦਿਨ ਜ਼ਰੂਰ ਖਰਾਬ ਹੋਇਆ, 26 ਤਰੀਕ ਨੂੰ ਖਰਾਬ ਹੋਇਆ ਜਾਂ 27 ਤਰੀਕ ਨੂੰ ਦੁਬਾਰਾ ਜਦੋਂ ਸਵੇਰ ਚੜ੍ਹਦੀ ਆ, ਜਦੋਂ ਕਿਸਾਨ ਅੰਦੋਲਨ ਦੇ ਲੀਡਰ ਆਪਣੀ ਮੀਟਿੰਗ ਕਰਕੇ ਦੁਬਾਰਾ ਉੱਥੋਂ ਅਨਾਉਂਸ ਕਰ ਦਿੰਦੇ ਸਾਰੀ ਗੱਲ। ਉਸ ਤੋਂ ਬਾਅਦ ਫਿਰ ਸਰਕਾਰ ਨੂੰ ਫਿਰ ਸਮੱਸਿਆ ਵਾਲੀ ਉੱਥੇ ਦੀ ਉੱਥੇ ਖੜੀ ਹੋ ਗਈ, ਕਿਉਂਕਿ ਅੰਦੋਲਨ ਦੁਬਾਰਾ ਸ਼ਾਂਤਮਈ ਜ਼ਰੂਰ ਹੋ ਗਿਆ।
ਜੀ। ਤੇ ਦੂਸਰੀ ਗੱਲ ਇੱਕ ਹੋਰ ਵੀ ਹੋਈ ਆ ਬਲਗਾ ਸਾਹਿਬ, ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ, ਭਾਵੇਂ ਬਹੁਤ ਸਾਰੇ ਲੋਕ ਗਏ ਤੇ ਉਹ ਵਾਪਸ ਵੀ ਆ ਗਏ, ਪਰ ਉਹ ਜਿਹੜੇ ਲੋਕ ਗਏ ਸੀ ਉਹ ਸਿਰਫ 26 ਜਨਵਰੀ ਦੀ ਘਟਨਾ ਦੇ ਕਾਰਨ ਹੀ ਗਏ ਸੀ। ਪਰ ਸ਼ਰਮਾ ਜੀ ਉਹ ਉਹਨਾਂ ਨੇ ਵਾਪਸ ਆਉਣਾ ਹੀ ਸੀ। ਜਿਹੜੇ ਲੋਕਾਂ ਦਾ ਟਰੈਕਟਰ ਉਸ ਲਾਈਨ 'ਚ ਵੜ ਵੀ ਨਹੀਂ ਸਕਿਆ ਜੀ, ਅਗਲਾ 12,000 15,000 ਦਾ ਤੇਲ ਫੂਕ ਕੇ ਗਿਆ, ਉਹ ਵਿਚਾਰੇ ਨਿਰਾਸ਼ ਹੀ ਦੇਖੇ ਆਪ ਅੱਖੀ, ਕਿਉਂਕਿ ਬਹੁਤ ਲੋਕ ਇਹ ਚਾਹੁੰਦੇ ਨਹੀਂ ਸੀ ਵੀ ਇਹ ਗੱਲ ਹੋਵੇ। ਹੁਣ ਰਸਤੇ ਖੁੱਲੇ ਨੇ, ਜਾਇਆ ਹੋਣਾ ਚਾਹੀਦਾ। ਨਿਰਾਸ਼ ਸੀਗੇ ਬਹੁਤ। ਇਹਨੂੰ ਤੁਸੀਂ ਇਦਾਂ ਕਹਿ ਸਕਦੇ ਆ ਕਿ ਵਿਆਹ ਦੇ ਵਿੱਚ ਕਿਸੇ ਇੱਕ ਅੱਧੇ ਰਿਸ਼ਤੇਦਾਰ ਦੀ ਮਿਲਣੀ ਨਹੀਂ ਵੀ ਹੋਈ ਤੇ ਕੋਈ ਗੱਲ ਨਹੀਂ, ਪਰ ਵਿਆਹ ਠੀਕ ਠਾਕ ਸੀ। ਨਹੀਂ, ਉਹ ਇੰਨਾ ਸੰਭਵ ਹੀ ਨਹੀਂ ਸੀ, ਇੰਨਾ ਬੇਸਿਕਲੀ ਨਾ, ਹਾਂ ਉਹ ਦੇਖੋ ਖੁੱਲਾ ਸੱਦਾ ਸੀ ਜੀ। ਜਾਂ ਤਾਂ ਇਹ ਹੁੰਦਾ ਕਿ ਹਰ ਇੱਕ ਜ਼ਿਲ੍ਹੇ ਨੂੰ ਕਹਿ ਦਿੱਤਾ ਜਾਂਦਾ ਕਿ ਭਾਈ ਇੱਥੋਂ 200 ਟਰੈਕਟਰ ਹੀ ਆਉਣਾ ਹੈ, ਤੇ ਫੇਰ ਵੀ ਕੋਈ ਗੱਲ ਹੁੰਦੀ। ਫਿਰ ਕੁਲਦੀਪ ਜੀ ਇੱਕ ਹੋਰ ਗੱਲ ਆ, ਉਹ ਟਰੈਕਟਰ ਇੱਕ ਟਰੈਕਟਰ ਦੇ ਮਗਰ ਕਈ ਟਰਾਲੀਆਂ ਪਾ ਕੇ ਵਿੱਚ ਲੱਦ ਕੇ ਤੇ ਉਹ ਲੈ ਗਏ। ਜਿਹੜੇ ਲੋਕ ਤਾਂ ਸ਼ਰਧਾ ਨਾਲ ਜਾਂ ਗਏ ਸੀ ਜਾਂ ਉਹ ਸੋਚ ਨੂੰ ਰੱਖ ਕੇ ਗਏ ਵੀ ਸਾਡਾ ਜਥੇਬੰਦੀਆਂ ਦਾ ਸੱਦਾ ਅਸੀਂ ਹਿੱਸਾ ਲੈਣਾ, ਉਹ ਤਾਂ ਨਿਰਾਸ਼ ਵੀ ਹੋ ਗਏ। ਅੱਛਾ, ਜਿਨ੍ਹਾਂ ਨੇ ਗਾਂਹ ਜਾ ਕੇ ਪੰਗੇ ਵੀ ਲਏ, ਸਭ ਕੁਝ ਕੀਤਾ, ਭੱਜੇ ਵੀ ਸਭ ਨੂੰ ਪਹਿਲਾਂ ਹੋਏ। ਇਸੇ ਤਰ੍ਹਾਂ ਹੀ ਹੁੰਦਾ ਜੀ। ਇੱਕ ਬ੍ਰੇਕ ਦਾ ਸਮਾਂ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਨਵਰੀਤ ਸਿੰਘ ਹੁੰਦਲ ਨਾਲ ਗੱਲ ਜਿਹੜੀ ਘਟਨਾ ਵਾਪਰੀ ਹੈ ਉਸ ਬਾਰੇ ਕਈ ਥਿਊਰੀਜ਼ ਕੰਮ ਕਰਦੀਆਂ ਨੇ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਦਾ ਦ੍ਰਿਸ਼ ਜਿਹੜਾ ਉਹ ਵੀ ਆਪ ਜੀ ਨਾਲ ਸਾਂਝਾ ਕਰਾਂਗੇ। ਕਿਸਾਨ ਅੰਦੋਲਨ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਆਪ ਜੀ ਦਾ ਸਵਾਗਤ ਕਰਦੇ ਹਾਂ। ਬਿਰਗਾ ਸਾਹਿਬ, ਨਵਰੀਤ ਸਿੰਘ ਹੁੰਦਲ ਜੀ, ਤੁਸੀਂ ਉਸ ਦੇ ਭੋਗ ਤੇ ਵੀ ਉਹਨਾਂ ਦੇ ਪਿੰਡ ਵੀ ਜਾ ਕੇ ਆਏ ਹੋ, ਬਿਲਕੁਲ, ਔਰ ਉਹਨਾਂ ਦੇ ਘਰ ਵੀ ਤੁਸੀਂ ਗਏ ਹੋ ਜੀ। ਉਸ ਦੀ ITO ਦੇ ਲਾਗੇ ਟਰੈਕਟਰ ਪਲਟਣ ਨਾਲ ਮੌਤ ਹੋਈ ਜਾਂ ਪੁਲਿਸ ਦੀ ਗੋਲੀ ਨਾਲ ਹੋਈ ਆ, ਇੱਕ ਗੋਲੀ ਲੱਗੀ ਆ ਜਾਂ 2 ਜਾਂ 3 ਲੱਗੀਆਂ ਨੇ, ਪੋਸਟਮਾਰਟਮ ਮੌਕੇ ਤੇ ਨਹੀਂ ਹੁੰਦਾ, ਉੱਥੇ ਲੋਕਲ ਜਾ ਕੇ ਉੱਤਰਾਖੰਡ ਦੇ ਵਿੱਚ ਹੁੰਦਾ ਹੈ। ਉਸ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹਨਾਂ ਤੇ ਕੋਈ ਲੋਕਾਂ ਦਾ ਯਕੀਨ ਨਹੀਂ ਬਚਦਾ। ਉਹ ਨੌਜਵਾਨ ਆਸਟ੍ਰੇਲੀਆ ਤੋਂ ਆਇਆ ਹੋਇਆ ਸੀ। ਉਸ ਦੇ ਪਰਿਵਾਰ ਵਾਲੇ ਤੇ ਇਲਾਕੇ ਦੇ ਲੋਕ ਜਿਹੜੇ ਉਸ ਦੇ ਨਾਲ ਉੱਥੇ ਮੌਕੇ ਤੇ ਮੌਜੂਦ ਸਨ, ਉਹ ਕੀ ਕਹਿੰਦੇ ਨੇ? ਉਹਨਾਂ ਦਾ ਤਾਂ ਇਹੀ ਕਹਿਣਾ ਵੀ ਗੋਲੀ ਪਹਿਲਾਂ ਲੱਗਦੀ ਆ, ਟਰੈਕਟਰ ਬਾਅਦ ਚ ਪਲਟਦਾ, ਜੋ ਉਹਨਾਂ ਦਾ ਕਹਿਣਾ। ਬਾਅਦ ਚ ਬੇਕਾਬੂ ਹੁੰਦਾ। ਮੈਂ ਬਾਅਦ ਚ ਪਲਟਦਾ। ਉਹਦੇ ਸੱਟਾਂ ਕਿੱਥੇ ਵੱਜੀਆਂ ਸਨ? ਸੱਟਾਂ ਉਹਦੇ ਤਾਂ ਇੱਕ ਤਾਂ ਇੱਥੇ ਸਾਈਡ ਤੇ ਸੀਗੀ ਜੀ, ਅੱਛਾ ਜੀ। ਇੱਥੋਂ ਸਾਈਡ ਤੋਂ ਵੀ ਲੱਗਦਾ ਸੀਗਾ, ਕਿਉਂਕਿ ਜਿਹੜੀ ਉੱਤਰਾਖੰਡ ਵਾਲਾ ਸਿਹਤ ਵਿਭਾਗ ਆ, ਉਹਨਾਂ ਨੇ ਅਨਅਫੀਸ਼ੀਅਲੀ ਕਹਿ ਦਿੱਤਾ ਸੀ ਵੀ ਅਸੀਂ ਤੁਹਾਨੂੰ ਲਿਖ ਕੇ ਕੁਛ ਨਹੀਂ। ਜਿਹੜੇ ਮੇਰੇ ਉਹਦੇ ਬਾਬਾ ਜੀ ਤੇ ਉਹਦੇ ਡੈਡੀ ਜੀ ਨਾਲ ਵੀ ਗੱਲ ਹੋਈ ਜੀ, ਨਵਰੀਤ ਤੇ ਨਾ, ਵੀ ਸਾਡੇ ਤੇ ਬੜਾ ਦਬਾਅ ਆ, ਵੀ ਇਹ ਗੱਲ ਕੁਝ ਹੋ ਰਿਹਾ, ਪਰ ਅਸੀਂ ਤੁਹਾਨੂੰ ਲਿਖ ਕੇ ਕੁਛ ਨਹੀਂ ਦੇ ਸਕਦੇ। ਤੇ ਉਹਨਾਂ ਨੇ ਮਤਲਬ ਸੱਟ ਤਾਂ ਸ਼ੋਅ ਕਰ ਦਿੱਤੀ ਆ, ਪਰ ਉਹਨਾਂ ਨੇ ਗੋਲੀ ਸ਼ੋਅ ਨਹੀਂ ਕੀਤੀ ਹੈਗੀ ਉਹਦੀ ਕਿਸੇ ਤਰ੍ਹਾਂ ਵੀ। ਜੇ ਅਸੀਂ ਗੱਲ ਕਰੀਏ ਤੇ ਇਹ ਜਿਹੜੇ ਉਹ ਨੌਜਵਾਨ ਉੱਥੋਂ ਕਿਸ ਤਰ੍ਹਾਂ ਦਾ ਇਲਾਕਾ ਹੈ ਤੇ ਕਿੰਨੇ ਕੋ ਪੰਜਾਬੀ ਜਾਂ ਫਾਰਮਰ ਉੱਥੇ ਵਸਦੇ ਨੇ? ਇਲਾਕਾ ਜੀ ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਦੱਸਦੇ ਵੀ ਪਹਿਲਾਂ ਸੀਗਾ ਤਾਂ ਆਜ਼ਾਦ ਹੀ ਹੁੰਦਾ ਉੱਥੇ, ਜਦੋਂ ਇਹ ਨਹਿਰੂ ਵਿਲੇਜ ਉੱਥੇ ਜਾ ਆਪਾਂ ਸਾਰੇ ਪੰਜਾਬ ਦੇ, ਰਾਜਸਥਾਨ ਦੇ, ਹਰਿਆਣੇ ਦੇ ਕਿਸਾਨ ਜਾ ਕੇ ਉੱਥੇ ਵਸਾਏ ਆ। ਪਰ ਹੁਣ ਜੇ ਤੁਸੀਂ ਇੱਕ ਨਜ਼ਰੇ ਝਾਤ ਮਾਰੋਗੇ ਤਾਂ ਤੁਹਾਨੂੰ ਆਮ ਪੰਜਾਬ ਇਲਾਕਾ ਹੀ ਲੱਗੂਗਾ, ਜਿੰਨਾ ਇਹ ਤਰਾਈ ਦਾ ਇਲਾਕਾ ਹੈ। ਔਰ ਲੋਕਾਂ ਦੇ ਵਿੱਚ ਉੱਥੇ ਬੜਾ ਪਿਆਰ ਆ, ਲੋਕ ਬੜੇ ਉੱਥੇ ਆਪਣੇ ਕਹਿ ਸਕਦੇ ਭਾਈਚਾਰੇ ਨਾਲ ਰਹਿੰਦੇ ਆ। ਕੁਛ ਵਿੱਚ ਮੁਸਲਿਮਵਾਦੀ ਵੀ ਆ, ਕੁਛ ਹਿੰਦੂਵਾਦੀ ਵੀ ਆ। ਇਹ ਜਿੰਨਾ ਮਤਲਬ ਉੱਤਰਾਖੰਡ ਦੇ ਵਿੱਚ ਕੁਛ ਹਿੱਸਾ ਆ ਗਿਆ, ਕਿਉਂਕਿ ਜਿੱਥੇ ਨਵਰੀਤ ਹੁੰਦਲ ਦਾ ਨੀਮ ਪਹਾੜੀ ਇਲਾਕਾ ਜੀ। ਹਾਂ, ਨੀਮ ਪਹਾੜੀ, ਜਿੱਥੇ ਨਵਰੀਤ ਹੁੰਦਲ ਦਾ ਘਰ ਆ, ਉੱਥੋਂ ਮਤਲਬ ਜਸਟ ਤੁਹਾਡੀ 15-20 ਖੇਤ ਤੇ ਗਾਂਹ ਜਾ ਕੇ ਉੱਤਰਾਖੰਡ ਦੀ ਜਿਹੜੀ ਆ ਉਹ ਹੱਦ ਸ਼ੁਰੂ ਹੋ ਜਾਂਦੀ ਆ। ਅੱਛਾ ਜੀ। ਮਤਲਬ ਉੱਤਰਾਖੰਡ ਤੇ ਯੂਪੀ ਦਾ ਲਾਸਟ ਇਹ ਰਾਮਪੁਰ ਜ਼ਿਲ੍ਹੇ ਦਾ ਇਹ ਪਿੰਡ ਹੈਗਾ ਆ। ਠੀਕ ਹੈ। ਇਹ ਡਿਬਡਬਾ ਪਿੰਡ ਜਿਹੜਾ ਹੈਗਾ, ਤੇ ਉੱਥੇ ਦੇ ਜਿਹੜੇ ਹਾਲਾਤ ਸੀਗੇ ਉਸ ਦੀ ਭੋਗ ਦੀ ਕਵਰੇਜ ਵੀ ਹੋਈ ਆ। ਪਰ ਇਹ ਗੱਲ ਤਾਂ ਉਸ ਵੇਲੇ ਤੱਕ ਕਲੀਅਰ ਸੀ ਵੀ ਜਿਹੜਾ ਉਹਦੀ ਮੁੰਡੇ ਦੀ ਮੌਤ ਹੋਈ ਆ, ਗੋਲੀ ਪਹਿਲਾਂ ਲੱਗਦੀ ਆ। ਪਰ ਹੁਣ ਜਦੋਂ ਕਾਗਜ਼ਾਂ ਪੱਤਰਾਂ ਦੇ ਵਿੱਚ ਸਰਕਾਰ ਨੇ ਜਾਂ ਪੋਸਟਮਾਰਟਮ ਵਿੱਚ ਕਿਤੇ ਆਇਆ ਹੀ ਨਹੀਂ ਹੈਗਾ, ਹਜੇ ਕਹਿ ਸਕਦੇ ਅਦਾਲਤੀ ਮੈਟਰ ਆ, ਜਾਂਚ ਦਾ ਵਿਸ਼ਾ ਆ, ਹੁਣ ਆਪਾਂ ਇੱਥੇ ਗੱਲ ਕੋ ਕਰਦੇ ਚਾਰੇ ਚੰਗਾ ਵੀ ਨਹੀਂ ਲੱਗਦੇ। ਪਰ ਇਹ ਗੱਲ ਕਲੀਅਰ ਆ ਵੀ ਨਵਰੀਤ ਦੀ ਤਾਂ ਜਾਨ ਹੀ ਗਈ ਆ, ਬਾਕੀ ਲੋਕਾਂ ਤੇ ਵੀ ਤਸ਼ੱਦਦ ਉੱਥੇ ਬਹੁਤ ਹੋਇਆ, ਸੱਟਾਂ ਲੋਕਾਂ ਹੋਰਾਂ ਦੇ ਵੀ ਬਹੁਤ ਲੱਗੀਆਂ, ਲੋਕਾਂ ਦੇ ਵਿੱਚ ਭਗਦੜ ਮਚ ਗਈ। ਫਿਰ ਜਿਹੜੇ ਬੜੇ ਦਿਨ ਮੁੰਡੇ ਲੱਭੇ ਨਹੀਂ, ਲਾਪਤਾ ਵੀ ਹਨ ਕੋਈ ਨੌਜਵਾਨ? ਹਜੇ ਤੱਕ ਤਾਂ ਤਕਰੀਬਨ ਲਾਪਤਾ ਤਾਂ ਉਨੇ ਦਿਨ ਜ਼ਿਆਦਾ ਰਹੇ ਆ ਵੀ ਕੁਝ ਨੌਜਵਾਨ ਜਿਹੜੇ ਇੱਧਰ ਉੱਧਰ ਕਿਤੇ ਭੱਜ ਗਏ ਜਾਂ ਰਿਸ਼ਤੇਦਾਰੀ ਚਲੇ ਗਏ, ਜਾਂ ਸਰਕਾਰ ਨੇ ਗ੍ਰਿਫਤਾਰ ਕੀਤੇ ਸੀ ਤੇ ਉਹਨਾਂ ਦੇ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਹੁਣ ਤਾਂ ਕੋਈ ਇਦਾਂ ਦਾ ਬੰਦਾ ਨਹੀਂ ਹੈਗਾ ਵੀ ਜਿਹਦਾ ਪਤਾ ਹੀ ਨਹੀਂ ਹੈਗਾ ਵੀ ਉਸ ਅੰਦੋਲਨ 'ਚ ਕਿੱਥੇ ਗਿਆ। ਹੁਣ ਤੱਕ ਸਾਰਿਆਂ ਦਾ ਪਤਾ ਲੱਗ ਗਿਆ, ਜਾਂ ਤਾਂ ਜ਼ਮਾਨਤਾਂ ਹੋ ਗਈਆਂ ਜਾਂ ਬਾਹਰ ਆ ਗਿਆ, ਜਾਂ ਕੋਈ ਹਜੇ ਕਿਸੇ ਨਾ ਕਿਸੇ ਮਤਲਬ ਕੇਸ ਵਿੱਚ ਹੈਗਾ ਆ, ਪਰ ਲਾਪਤਾ ਇਸ ਵੇਲੇ ਤੱਕ ਕੋਈ ਨਹੀਂ ਹੈਗਾ। ਅਮਰਿਤ ਜੀ, ਇੱਕ ਸ਼ਰਧਾਂਜਲੀ ਸਰਦੂਲ ਸਿਕੰਦਰ ਲਈ ਵੀ ਬਣਦੀ ਹੈ ਜੀ। ਉਹ ਇਹ ਹੈ ਕਿ ਦੇਖੋ ਸਿਹਤ ਉਸਦੀ ਖਰਾਬ ਸੀ ਕਈ ਸਾਲਾਂ ਤੋਂ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਕਿਡਨੀ ਵਗੈਰਾ ਦੀ ਪ੍ਰੋਬਲਮ ਸੀ ਉਹਨੂੰ, ਪਰ ਉਸਦੇ ਬਾਵਜੂਦ ਉਹ ਜਾਂਬਾਜ਼ ਗਿਆ ਉੱਥੇ ਤੇ ਜਾ ਕੇ ਤੇ ਸਟੇਜ ਤੇ ਬੋਲਿਆ ਤੇ ਕਿਸਾਨਾਂ ਦਾ ਸਾਥ ਦਿੱਤਾ ਜੀ। ਤੇ ਕਈ ਜਿਹੜੇ ਬੜੇ ਫਿੱਟ ਸਨ, ਬੜੇ ਆਪਣੇ ਆਪ ਨੂੰ ਹਾਂਜੀ ਖਬੀ ਖਾਨ ਕਹਾਉਂਦੇ ਨੇ, ਤੇ ਉਹ ਪਹੁੰਚ ਨਹੀਂ ਸਕੇ, ਜਿਨ੍ਹਾਂ ਨੇ ਪੰਜਾਬੀਆਂ ਦੇ ਸਿਰ ਤੋਂ ਖਾਦਾ ਵੀ ਤੇ ਟਿਕਟਾਂ ਲੈ ਕੇ MP ਬਣ ਗਏ ਨਾ ਜੀ, ਉੱਥੇ ਕਿੱਦਾਂ ਜਾਂਦੇ? ਜੀ ਉਹ ਉਹਨਾਂ ਬਾਰੇ ਥੋੜਾ ਜਿਹਾ ਦੱਸੋ ਕਿ ਇਹ ਫਿਰ 26 ਜਨਵਰੀ ਤੋਂ ਬਾਅਦ ਫਿਰ ਕੁਝ ਕੰਗਨਾ ਵਰਗੇ ਲੋਕ ਬੋਲੇ ਕਿ ਦੇਖੋ ਮੈਂ ਇਹ ਪਹਿਲਾਂ ਵੀ ਸੱਚ ਕਹਿੰਦੇ ਸੀ, ਦੇਖੋ ਉਹੀ ਲੋਕ ਆਏ ਨੇ। ਬਿਲਕੁਲ ਜੀ, ਜਿਨ੍ਹਾਂ ਨੇ ਸਰਕਾਰ ਪੱਖੀ ਬੋਲਣਾ ਸੀ ਉਹਨਾਂ ਨੂੰ ਤਾਂ ਬੋਲਣ ਦਾ ਮੌਕਾ ਮਿਲਿਆ। ਤੇ ਸਿਕੰਦਰ ਸਾਹਿਬ ਦੀ ਜਿੱਦਾਂ ਤੁਸੀਂ ਗੱਲ ਕਰਦੇ ਆ, ਤੇ ਮੈਂ ਬਹੁਤ ਚੰਗੇ ਕਲਾਕਾਰਾਂ ਦੇ ਵਿੱਚ ਉਹਨਾਂ ਨੂੰ ਸ਼ੁਮਾਰ ਕਰਦਾ, ਈਵਨ ਕਿ ਚੋਟੀ ਦਿਆਂ 'ਚ ਜੀ।
ਤੇ ਦੂਸਰੀ ਗੱਲ ਇਹ ਹੈ ਕਿ ਕੁਲਦੀਪ ਜੀ ਜਿਹੜੇ ਕਲਾਕਾਰ ਲੋਕ ਨੇ, ਜਿਹੜੇ ਸੱਚੀ ਦੇ ਕਲਾਕਾਰ ਨੇ, ਇੱਕ ਤੇ ਉਹ ਨੇ ਜਿਹੜੇ ਮੇਰੇ ਵਾਂਗ ਐਵੇਂ ਬਣ ਜਾਂਦੇ ਨੇ ਜਾਂ ਰੁਪਈਏ ਕਮਾਉਣ ਲਈ ਉਸ ਖਿੱਤੇ 'ਚ ਆ ਗਏ, ਚਾਹੇ ਗਾਉਣ ਵਾਲੇ 'ਚ ਚਾਹੇ ਲੇਖਣੀ ਵਾਲੇ 'ਚ। ਜਿਹੜੇ ਚੰਗੇ ਲੋਕ ਨੇ ਉਹ ਫਿਰ ਸੁਹਿਰਦ ਨੇ, ਸਮੱਸਿਆਵਾਂ ਨੂੰ ਵੀ ਸਮਝਦੇ ਨੇ ਤੇ ਲੋਕਾਂ ਦੇ ਨਾਲ ਜੁੜੇ ਹੋਏ ਰਹਿੰਦੇ ਨੇ। ਸਿਕੰਦਰ ਸਾਹਿਬ ਦੇ ਬਾਰੇ 'ਚ ਇਹ ਅਕਸਰ ਕਿਹਾ ਜਾਂਦਾ ਸੀਗਾ ਕਿ ਉਹ ਬਹੁਤ ਨਰਮ ਦਿਲ ਇਨਸਾਨ ਸੀ ਜੀ, ਤੇ ਇਸੇ ਕਰਕੇ ਉਹ ਆਪਣੀ ਬਿਮਾਰੀ ਦੇ ਬਾਵਜੂਦ ਵੀ ਉੱਥੇ ਪਹੁੰਚੇ, ਉਹਨਾਂ ਨੇ ਉੱਥੇ ਹਾਜ਼ਰੀ ਲਵਾਈ ਆ। ਤੇ ਅੰਦੋਲਨ ਦੇ ਜਦੋਂ 26 ਜਨਵਰੀ ਤੋਂ ਬਾਅਦ ਥੋੜਾ ਜਿਹਾ ਡਿੱਗਦਾ ਹੈ, ਉਸ ਤੋਂ ਬਾਅਦ ਇਸ ਅੰਦੋਲਨ ਨੂੰ ਖੜਾ ਕਰਨ ਦੇ ਵਿੱਚ ਫਿਰ ਬਹੁਤ ਸਾਰੇ ਕਲਾਕਾਰਾਂ ਨੇ ਆਪਣਾ ਹਿੱਸਾ ਪਾਇਆ ਜੀ। ਤੇ ਜਿਹੜੇ ਲੋਕਾਂ ਨੇ ਖਿਲਾਫ ਬੋਲਣਾ ਸੀਗਾ, ਜਿੱਦਾਂ ਤੁਸੀਂ ਕੰਗਣਾ ਰਣਾਵਤ ਦੀ ਗੱਲ ਕਰਦੇ ਆ, ਮੈਨੂੰ ਇਹ ਵੀ ਲੱਗਦਾ ਕਿ ਮੀਡੀਆ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਕਵਰੇਜ ਮਿਲਦੀ ਹੈ। ਅਦਰਵਾਈਜ਼ ਉਹਦਾ ਕੀ ਔਕਾਤ ਹੈ, ਜੇ ਕੋਈ ਉਹ ਬੋਲਦੀ ਵੀ ਹੈ ਤੇ ਬੋਲੀ ਜਾਵੇ, ਜੇ ਅਸੀਂ ਉਹਦੀ ਗੱਲ ਨਾ ਸੁਣੀਏ ਤੇ ਜ਼ਿਆਦਾ ਚੰਗੀ ਗੱਲ। ਠੀਕ ਬਿਲਕੁਲ ਸਾਹਿਬ। ਇਸ ਤੋਂ ਬਾਅਦ ਫਿਰ ਅਸੀਂ ਜਦੋਂ ਤੁਸੀਂ ਅਗਲੇ ਦਿਨ ਦਾ ਸੀਨ ਵੇਖਿਆ ਤੇ ਜੋ ਆਮ ਇਕੱਠ ਸੀ, ਹੁਣ 26 ਜਨਵਰੀ ਦੇ ਇਕੱਠ ਨੂੰ ਛੱਡ ਦਿਓ, 25 ਤਰੀਕ ਤੋਂ ਛੱਡ ਦਿਓ ਤੁਸੀਂ ਜੀ, ਆਪਾਂ 20-22 ਦੇ ਲਾਗੇ ਦਾ ਇਕੱਠ ਲਾ ਲਈਏ, ਜਦੋਂ ਅਜੇ ਕੋਈ ਜਿਹੜਾ ਸੱਦਾ ਤੇ ਸੀਗਾ ਪਰ ਲੋਕ ਉਹ 26 ਜਨਵਰੀ ਵਾਸਤੇ ਤਿਆਰ ਨਹੀਂ ਸੀ ਹੋ ਰਹੇ। ਉਸ ਤੋਂ ਪਹਿਲਾਂ ਦੀ ਕਿਸਾਨਾਂ ਦੀ ਇਕੱਠ ਦੀ ਗਿਣਤੀ ਤੇ ਉਹ ਤੋਂ ਬਾਅਦ ਦੀ 27 ਜਾਂ 28 ਜਨਵਰੀ ਦੀ, ਉਹ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਆ? ਮੈਂ ਹਜੇ ਇੱਕ ਗੱਲ ਹੋਰ ਜੋੜਨੀ ਚਾਹੂੰਗਾ ਵੀ ਜਦੋਂ 26 ਜਨਵਰੀ ਨੂੰ ਇਹ ਘਟਨਾ ਵਾਪਰ ਜਾਂਦੀ ਆ ਤੇ ਇਹ ਗੱਲ ਕਲੀਅਰ ਹੋ ਗਈ ਸੀ ਵੀ ਲੋਕਾਂ 'ਚ ਸਹਿਮ ਬਹੁਤ ਹੋ ਗਿਆ ਸੀਗਾ। ਲੋਕਾਂ ਨੂੰ ਇਹ ਗੱਲ ਲੱਗਣ ਲੱਗ ਪਈ ਸੀ ਘਰੋਂ ਇੱਧਰੋਂ, ਕਿਉਂਕਿ ਉੱਥੇ ਤਾਂ ਮੀਡੀਆ ਕੋਈ ਟੈਲੀਵਿਜ਼ਨ ਸਾਧਨ ਨਹੀਂ ਹੈਗਾ। ਜਿਹੜੇ ਪੰਜਾਬ 'ਚੋਂ ਫੋਨ ਜਾਣ ਲੱਗ ਗਏ ਸੀਗੇ ਵੀ ਜੀ ਅੱਜ ਰਾਤ ਨੂੰ ਅਟੈਕ ਹੋ ਸਕਦਾ ਆ, ਅੱਜ ਮਿਲਟਰੀ ਲੱਗ ਸਕਦੀ ਆ, ਅੱਜ ਸਰਕਾਰ ਆਹ ਕਰ ਸਕਦੀ ਆ। ਸਰਕਾਰ ਉਹ ਜਿਹੜਾ ਗੋਦੀ ਮੀਡੀਆ ਸੀ ਨਾ, ਉਹਨੇ 26 ਰਾਤ ਤੱਕ ਇਦਾਂ ਦਾ ਮਾਹੌਲ ਪੈਦਾ ਕਰ ਦਿੱਤਾ ਵੀ ਅੱਜ ਰਾਤ ਨੂੰ ਨਹੀਂ ਤਾਂ ਕੱਲ੍ਹ ਨੂੰ ਜਿਹੜੇ ਆ ਕਿਸਾਨ ਮੋਰਚੇ ਚੁੱਕੇ ਜਾਣੇ ਆ। ਇਹ 26 ਰਾਤ 27 ਤੱਕ ਉਹਦਾ ਵੀ ਅਸਰ ਵੀ ਦਿਸਿਆ। ਜਿਹੜਾ 27 ਤਰੀਕ ਨੂੰ ਰਕੇਸ਼ ਟਕੈਤ ਵਾਲੀ ਘਟਨਾ ਹੁੰਦੀ ਆ, ਕਿਉਂਕਿ ਉਹਨਾਂ ਨੂੰ ਪਤਾ ਸੀ ਪਹਿਲਾਂ ਗਾਜੀਪੁਰ ਚੱਕੋ, ਕਿਉਂਕਿ ਉਹਨਾਂ ਦੀ ਸਟੇਟ ਵਿੱਚ ਆ ਉਹ ਯੂਪੀ ਵਾਲੀ 'ਚ, ਤੇ ਇੱਕ ਲਾਗੇ ਪੈਂਦਾ ਆ, ਤੇ ਇੱਧਰ ਇਹਨੂੰ ਪੰਜਾਬੀਆਂ ਨੂੰ ਬਾਅਦ 'ਚ ਸਾਂਭਾਂਗੇ, ਪਹਿਲਾਂ ਆਪਣੇ ਉਹ ਯੂਪੀ ਵਾਲੇ ਭਜਾਈਏ। ਜਿਹੜੀ ਉਹ ਰਕੇਸ਼ ਟਕੈਤ ਵਾਲੀ ਘਟਨਾ ਹੁੰਦੀ ਉਹ ਵੀ ਆਪਾਂ ਸਾਰਾ ਦੇਖਿਆ। ਪਰ ਸਹਿਮ ਲੋਕਾਂ ਵਿੱਚ ਸੀਗਾ। 26 ਦੀ ਰਾਤ ਭਾਜੀ ਪੂਰੀ ਤੇ 27 ਦਾ ਦਿਨ, ਇੱਕ ਸੈਕਿੰਡ ਵੀ ਜੀਟੀ ਰੋਡ ਵਿਹਲਾ ਨਹੀਂ ਹੋਇਆ। ਇੰਨੀ ਤੇਜ਼ੀ ਦੇ ਨਾਲ ਟਰੈਕਟਰਾਂ ਨੇ ਪਿੱਛੇ ਨੂੰ ਮੋੜੇ ਪਾਏ। ਇੱਕ ਤਾਂ ਨਿਰਾਸ਼ਾ, ਇੱਕ ਸਹਿਮ, ਡਰ, ਤੇ ਉਹ ਟਰੈਕਟਰਾਂ ਨੇ ਮੁੜਨਾ ਭਾਵੇਂ ਸੀਗਾ ਪਰ ਉਹਨਾਂ ਦੇ ਚਿਹਰੇ ਤੇ ਲਾਲੀ ਹੋਣੀ ਸੀ ਵੀ ਅਸੀਂ ਇੱਕ ਪਰੇਡ ਦੇ ਵਿੱਚ ਆਏ ਸੀ, ਅਸੀਂ ਸਫਲ ਹੋ ਕੇ ਆਏ ਹਾਂ। ਪਰ ਉੱਥੋਂ ਉਹ ਸਮਝ ਲਓ ਵੀ ਬਹੁਤ ਮੇਰੀ ਨੌਜਵਾਨਾਂ ਨਾਲ ਗੱਲ ਹੋਈ ਆ, ਉਹਨਾਂ ਦੇ ਮਨ 'ਚ ਨਿਰਾਸ਼ਾ ਸੀ ਵੀ ਅੱਜ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇੱਕ ਪੌਡਾ ਤਾਂ ਹਾਰ ਗਏ। ਅਸੀਂ ਜੋ ਅਸੀਂ ਕਰਨਾ ਚਾਹੁੰਦੇ ਸੀ, ਜੋ ਅਸੀਂ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਸੀ, ਅਸੀਂ ਉਹ ਤਾਂ ਦਿਖਾ ਨਹੀਂ ਪਾਏ। ਤੇ ਉਹ ਮੈਟਰ ਜੋ ਸਰਕਾਰ ਚਾਹੁੰਦੀ ਸੀ, ਸਰਕਾਰ ਆਪਣੇ ਇਸ ਮਕਸਦ ਵਿੱਚ ਜਿੱਤੀ ਆ। ਉਦਣ ਦਾ ਦਿਨ ਜਿਹੜਾ 26 ਵਾਲਾ ਸੀਗਾ, ਉਹ ਆਪਾਂ ਕਹਿ ਸਕਦੇ ਹਾਂ ਕਿਸਾਨੀ ਅੰਦੋਲਨ ਉਦਣ ਦਾ ਦਿਨ ਹਰਿਆ, ਸਰਕਾਰ ਉਦਣ ਦਾ ਦਿਨ ਜਿੱਤੀ ਆ। ਕਿ ਸਰਕਾਰ ਜੋ ਚਾਹੁੰਦੀ ਸੀ ਸਰਕਾਰ ਨੇ ਕਰਵਾ ਲਿਆ, ਚਾਹੇ ਉਹਨੇ ਕਿਸੇ ਤੋਂ ਕਰਵਾ ਲਿਆ। ਵੱਡੇ ਪੱਧਰ ਤੇ ਉਸ ਘਟਨਾ ਦਾ, ਚਾਹੇ ਉਹ ਧਰਮ ਦੇ ਮਸਲੇ ਹੱਲ ਕਰਨ ਵਾਲੀਆਂ ਜਥੇਬੰਦੀਆਂ ਸੀ ਤੇ ਚਾਹੇ ਉਹ ਕੋਈ ਗਰਮ ਸੋਚ ਰੱਖਣ ਵਾਲੇ ਸੀਗੇ, ਪਰ ਅੰਦੋਲਨ ਦਾ 26 ਜਨਵਰੀ ਵਾਲੇ ਦਿਨ ਬਹੁਤ ਵੱਡਾ ਨੁਕਸਾਨ ਹੋਇਆ ਜੀ। ਅਮਰਤ ਜੀ, ਜੇ 26 ਜਨਵਰੀ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਜਿੰਨੇ ਵੀ ਦਿਨ ਤੇ ਜਿੰਨੇ ਵੀ ਸਮਾਂ ਬੀਤਿਆ ਸੀ, 10 ਵਿੱਚੋਂ 9 ਨੰਬਰ ਹੋਣ ਜੀ, ਤੇ 26 ਜਨਵਰੀ ਤੋਂ ਬਾਅਦ ਘਟਾ ਕੇ ਤੇ ਇਹ ਮੀਡੀਆ ਨੇ ਤੇ ਹੋਰ ਸਾਰੀਆਂ ਗੱਲਾਂ ਨਾਲ ਜਾਂ ਜਿਸ ਤਰ੍ਹਾਂ ਵੀ ਹੋਇਆ, ਜੇ ਕਿਸਾਨ ਜਥੇਬੰਦੀਆਂ ਜਾਂ ਕਿਸਾਨਾਂ ਦਾ ਵੀ ਕਸੂਰ ਹੋਵੇ ਇਸ ਦੇ ਵਿੱਚ ਜਾਂ ਨੌਜਵਾਨਾਂ ਦਾ ਵੀ ਕਸੂਰ ਹੋਵੇ, ਕਿੰਨਾ ਕੁ ਫਰਕ ਪਿਆ ਹੋਵੇਗਾ? ਦੇਖੋ ਕੁਲਦੀਪ ਜੀ, ਜਦੋਂ ਤੁਸੀਂ ਨੰਬਰਿੰਗ ਦੀ ਗੱਲ ਕਰਦੇ ਆ ਤੇ ਮੈਂ ਅਧਿਆਪਕ ਵੀ ਰਿਹਾ, ਤੇ ਜਿਹੜਾ ਹੁਸ਼ਿਆਰ ਵਿਦਿਆਰਥੀ ਹੈ ਨਾ, ਜਦੋਂ ਉਹ ਗਲਤੀ ਕਰਦਾ ਤੇ ਉਹਦੇ ਨੰਬਰ ਵੱਧ ਕੱਟੇ ਜਾਂਦੇ ਨੇ ਜੀ। ਕਿਸਾਨ ਅੰਦੋਲਨ ਨੂੰ ਜਿਨ੍ਹਾਂ ਨੇ ਖੜਾ ਕੀਤਾ ਉਹ ਬਹੁਤ ਹੁਸ਼ਿਆਰ ਵਿਦਿਆਰਥੀ ਸੀ। ਪੰਜਾਬ ਦੇ ਵਿੱਚੋਂ ਉਹ ਸਾਰੀਆਂ ਹੀ ਰਾਜਨੀਤਿਕ ਧਿਰਾਂ ਨੂੰ ਪਛਾੜਦੇ ਹੋਏ ਦਿੱਲੀ ਪਹੁੰਚੇ ਸੀ ਜੀ। ਤੇ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਜਿਹੜੇ ਵਾਪਸ ਮੁੜੇ ਉਹ ਨਿਰਾਸ਼ ਜ਼ਰੂਰ ਸੀ, ਪਰ ਉਸ ਧਿਰ ਦੇ ਫਿਰ ਨੰਬਰ ਇਸੇ ਕਰਕੇ ਵੱਧ ਕੱਟੇ ਜਾਣੇ ਆ ਕਿ ਕਿਉਂਕਿ ਤੁਸੀਂ ਉਹ ਸਭ ਤੋਂ ਹੁਸ਼ਿਆਰ ਵਿਦਿਆਰਥੀ ਸੀ ਪੰਜਾਬ ਦੇ, ਪ੍ਰਬੰਧ ਉਹਨਾਂ ਨੇ ਕੀਤਾ ਸੀ ਤੇ ਉੱਥੇ ਤੱਕ ਲੈ ਕੇ ਵੀ ਉਹ ਗਏ ਸੀ। ਹਾਲਾਂਕਿ ਉਹਨਾਂ ਦੀ ਗੱਲ ਨੂੰ, ਉਹਨਾਂ ਦੇ ਵਿੱਚ ਉਹਨਾਂ ਦੀ ਕਮੀ ਨਹੀਂ ਕੱਢੀ ਜਾ ਸਕਦੀ, ਕਿਉਂਕਿ ਜਦੋਂ ਵਿੱਚ ਗਲਤ ਆਨਸਰ ਵੜ ਜਾਂਦੇ ਨੇ, ਰਲ ਜਾਂਦੇ ਨੇ, ਤੇ ਜਦੋਂ ਮੱਥਾ ਸਰਕਾਰ ਨਾਲ ਲੱਗਾ ਹੋਵੇ ਫਿਰ ਗਲਤੀਆਂ ਹੋ ਜਾਂਦੀਆਂ ਨੇ, ਪਰ ਉਹਨਾਂ ਦੇ ਨੰਬਰ ਜ਼ਰੂਰ ਕੱਟੇ ਜਾਣਗੇ। ਪਰ ਮੈਂ ਇਸ ਅੰਦੋਲਨ ਦਾ ਜਦੋਂ ਮੁਲਾਂਕਣ ਕਰਦਾ ਤੇ ਮੈਂ ਇਸ ਅੰਦੋਲਨ ਨੂੰ 2-3 ਹਿੱਸਿਆਂ 'ਚ ਵੰਡਦਾ। ਪਹਿਲਾਂ ਪੰਜਾਬ ਦੇ ਵਿੱਚ ਰਿਹਾ, ਫਿਰ ਪੰਜਾਬ ਤੋਂ ਹਰਿਆਣੇ ਦੀ ਮਦਦ ਨਾਲ ਦਿੱਲੀ ਪਹੁੰਚਿਆ, ਤੇ 26 ਜਨਵਰੀ ਨੂੰ ਇਸ ਅੰਦੋਲਨ ਨੂੰ ਇੱਕ ਠੇਸ ਜਿਹੜੀ ਲੱਗੀ। ਫਿਰ ਉਸ ਤੋਂ ਬਾਅਦ ਇਸ ਅੰਦੋਲਨ ਨੂੰ ਜਿਹੜੀ ਕੰਧ ਬਣਾ ਕੇ ਖੜਾ ਕਰ ਦਿੱਤਾ ਦੁਬਾਰਾ, ਇਸ ਅੰਦੋਲਨ ਦੇ ਉੱਤੇ ਪੂਰੀ ਛੱਤ ਪਾਤੀ ਉਹ ਯੂਪੀ ਨੇ ਜੀ। ਬਿਲਕੁਲ 27 ਤਰੀਕ ਨੂੰ ਜੋ ਸਰਕਾਰ ਨੇ ਕੋਸ਼ਿਸ਼ ਕੀਤੀ ਇਸ ਅੰਦੋਲਨ ਨੂੰ ਤੋੜਨ ਲਈ, 26 ਦੀ ਉਹ ਘਟਨਾ ਜੋ ਕਾਮਯਾਬ ਹੋ ਗਏ, ਉਹ ਤੋਂ ਲੱਗਦਾ ਸੀ ਉਹਨਾਂ ਨੂੰ ਕਿ ਇੱਕ ਵੱਡੀ ਰੇਡ ਉਹਨਾਂ ਨੇ ਜਿਹੜੀ 1.5 ਨੰਬਰ ਵਾਲੀ ਉਹ ਲੈ ਲਈ ਆ, ਤੇ ਉਹ ਅਗਲੀ ਰੇਡ ਉਹਨਾਂ ਦੀ ਕੋਸ਼ਿਸ਼ ਸੀ ਕਿ ਗਾਜੀਪੁਰ ਬਾਰਡਰ ਤੋਂ ਅਸੀਂ ਇਹਨੂੰ ਚੱਕ ਦਈਏ। ਕੋਸ਼ਿਸ਼ ਕੀਤੀ, ਪੁਲਿਸ ਉੱਥੇ ਆਈ, ਪਰ ਉੱਥੇ ਫਿਰ ਜਦੋਂ ਜੱਟ ਦੀ ਜਗ੍ਹਾ ਤੇ ਫਿਰ ਜਦੋਂ ਜਾਟ ਉੱਥੇ ਖੜਿਆ, ਉਹਨੇ ਫਿਰ ਜਿਹੜੇ 2 ਅੱਥਰੂ ਸਿੱਟੇ, ਤੇ ਫਿਰ ਬਿਲਗਾ ਸਾਹਿਬ ਉਹਦੇ ਬਾਰੇ ਦੱਸਦੇ ਆ, ਉਧਰੋਂ ਫਿਰ ਭੀੜ ਆਈ ਲੋਕਾਂ ਦੀ
ਜੀ। ਫਿਰ ਦਿੱਲੀ ਸਰਕਾਰ ਨੂੰ, ਉਸ ਤੋਂ ਬਾਅਦ ਹੁਣ ਤੱਕ ਸਰਕਾਰ ਦੇ ਮੀਡੀਆ ਪੈਰ ਵਿੱਚ ਨਹੀਂ ਇਹ ਖਬਰਾਂ ਆ ਗਈਆਂ ਸਨ ਕਿ ਜਿਹੜਾ ਗਾਜ਼ੀਪੁਰ ਵਾਲਾ ਹੈ ਧਰਨਾ ਉਹ ਚੁੱਕ ਦਿਓ, ਚੁੱਕ ਦਿਓ, ਬਿਲਕੁਲ ਆਰਡਰ ਹੋ ਗਿਆ। ਮਤਲਬ ਬਹੁਤ ਚੈਨਲਾਂ ਤੇ ਇਦਾਂ ਖਬਰ ਵੀ ਖਾਲੀ ਹੋ ਗਿਆ ਜੀ, 5 ਮਿੰਟ ਦੀ ਹੋ ਗਿਆ, 10 ਮਿੰਟ ਦੀ ਹੋ ਗਿਆ। ਦਿੱਲੀ ਪੁਲਿਸ 'ਚ ਕੁਝ ਬੰਦੇ ਆਪਣੇ ਜੌਬ ਤੇ ਨੇ, ਉਹਨਾਂ ਨੇ ਦੱਸਿਆ ਸੀ ਕਿ ਸਾਨੂੰ ਹੁਕਮ ਮਿਲ ਗਿਆ ਸੀ ਕਿ ਇੱਥੋਂ ਇਹਨਾਂ ਨੂੰ ਖਦੇੜ ਦੇਣਾ ਤੇ ਖਾਲੀ ਸਵੇਰ ਤੱਕ ਸਰਕਾਰ ਜਿਹੜਾ ਰਸਤਾ ਹੈ ਚਲਾ ਦੇਣਾ। ਜੀ। ਇੱਕ ਚੀਜ਼ ਉੱਥੇ ਵੱਡੀ ਘਟਨਾ ਸੀ ਗਾਜ਼ੀਪੁਰ ਦੀ, ਮੈਂ ਬਾਅਦ ਚ ਵੀ ਮਤਲਬ 2 ਵਾਰੀ ਕਵਰ ਕਰਕੇ ਆ ਵੀ ਜਿਹੜਾ ਉੱਥੇ ਦਾ ਲੋਕਲ ਐਮਐਲਏ ਬੀਜੇਪੀ ਦਾ, ਚਲੋ ਪੁਲਿਸ ਆ, ਸਰਕਾਰੀ ਏਜੰਸੀਆਂ ਆ, ਅਰਧ ਸੈਨਿਕ ਵਾਲੇ ਆ, ਉਹ ਤਾਂ ਸਰਕਾਰ ਦੇ ਹੁਕਮ ਤੇ ਚੱਲਣਗੀਆਂ, ਸੰਵਿਧਾਨਕ ਆ, ਉਹਦਾ ਡੰਡਾ ਲਾਠੀ ਕਿਸੇ ਦੇ ਮਾਰਦੇ ਆ, ਕੋਈ ਕਾਨੂੰਨ ਚ ਆਉਂਦੀ ਹੈ ਗੱਲ। ਜਿਹੜਾ ਬੀਜੇਪੀ ਦਾ ਲੋਕਲ ਉੱਥੇ ਐਮਐਲਏ ਸੀ, ਜਦੋਂ ਉਹ ਆਪਣੇ ਪ੍ਰਾਈਵੇਟ ਗੁੰਡਿਆਂ ਨੂੰ ਨਾਲ ਲੈ ਕੇ ਉੱਥੇ ਆਉਂਦਾ ਆ ਤੇ ਰਕੇਸ਼ ਟਕੈਤ ਫਿਰ ਉਸ ਵੇਲੇ ਭਾਵਕ ਹੁੰਦਾ, ਕਿਉਂਕਿ ਉਸ ਵੇਲੇ ਉਹ ਚਾਹੁੰਦੇ ਸੀ ਵੀ ਜਿਹੜੇ ਤਰਾਈ ਖੇਤਰ ਦੇ ਜਿੰਨਾ ਸਿੱਖ ਕਮਿਊਨਿਟੀ ਉੱਥੇ ਇਕੱਠੀ ਹੋਈ ਆ ਵੀ ਪਹਿਲਾਂ ਇਹਨਾਂ ਦੇ ਡਾਂਗ ਫੇਰੋ। ਉਹ ਉੱਥੇ ਇੱਕ ਉਹ ਮਤਲਬ ਇਦਾਂ ਦਾ ਮੁੱਦਾ ਬਣਾਉਣਾ ਚਾਹੁੰਦਾ ਸੀਗਾ ਵੀ ਜਿਹੜੇ ਲੋਕਲ ਲੋਕਾਂ ਦਾ ਤਾਂ ਉਹ ਅੰਦੋਲਨਕਾਰੀਆਂ ਦਾ ਆਪਸ ਵਿੱਚ ਹੀ ਇੱਕ ਝਗੜਾ ਹੋ ਜਾਵੇ। ਉਹ ਚੀਜ਼ ਤੋਂ ਲੈ ਕੇ ਫਿਰ ਜਦੋਂ ਰਕੇਸ਼ ਟਕੈਤ ਨੇ ਫਿਰ 2 ਅਥਰੂ ਸਿੱਟੇ ਆ ਤੇ ਫਿਰ ਖਾਬ ਪੰਚਾਇਤਾਂ ਰਾਤ ਨੂੰ ਮੀਟਿੰਗ ਕਰਦੀਆਂ ਤੇ ਰਾਤ ਨੂੰ ਮੀਟਿੰਗ ਕਰਕੇ 28 ਸਵੇਰ ਤੱਕ ਉਹ ਅੰਦੋਲਨ ਦਾ ਫੇਰ ਮੁੱਢ ਵੱਜ ਗਿਆ। ਤੇ ਉਹ ਅੱਜ ਮੰਨ ਲਈਏ ਇਸ ਗੱਲ ਨੂੰ, ਜੇਕਰ ਉਹ ਬਾਰਡਰ ਖਾਲੀ ਹੋ ਜਾਂਦਾ ਤਾਂ ਟਿਕਣਾ ਸਿੰਘੂ ਵਾਲਾ ਵੀ ਹੈ ਨਹੀਂ ਸੀਗਾ ਤੇ ਫਿਰ ਖੂਨ ਖਰਾਬਾ ਇੱਥੇ ਵੱਧ ਹੋ ਸਕਦਾ ਸੀ। ਪਰ ਲੋਕਾਂ ਦੀਆਂ ਨੇ, ਯੂਪੀ ਦੀਆਂ ਨੇ, ਖਾਬ ਪੰਚਾਇਤਾਂ ਨੇ, ਹਰਿਆਣੇ ਨੇ, ਜੇ ਦੁਬਾਰਾ ਅੰਦੋਲਨ 26 ਤੋਂ ਬਾਅਦ ਖੜਾ ਹੋਇਆ ਤੇ ਬਹੁਤ ਵੱਡਾ ਜਿਹੜਾ ਇਸ ਵੇਲੇ ਉਹਨਾਂ ਨੂੰ ਸ਼ੇਰ ਕਹਿਣਾ ਬਣਦਾ ਜਾਂ ਉਹਨਾਂ ਦੇ ਸ਼ਾਬਾਸ਼ੇ ਬਣਦੀ ਆ, ਦੁਬਾਰਾ ਅੰਦੋਲਨ ਯੂਪੀ ਤੇ ਹਰਿਆਣੇ ਨੇ 26 ਤੋਂ ਬਾਅਦ ਖੜਾ ਕੀਤਾ। ਠੀਕ ਹੈ ਜੀ, ਇਸ ਮੁੱਦੇ ਤੇ ਗੱਲਬਾਤ ਅਸੀਂ ਫੇਰ ਕਰਾਂਗੇ। ਪ੍ਰੋਗਰਾਮ ਅਜੇ ਵੀ ਹੋਰ ਬਾਕੀ ਨੇ, ਪਰ ਅੱਜ ਦੇ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ। ਇਸ ਮੁੱਦੇ ਤੇ ਫਿਰ ਗੱਲਬਾਤ ਕਰਾਂਗੇ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ ਜੀ।